नमस्कार, आदाब, सत श्री अकाल। रेडियो इंडिया KRPA 1110 AM सुन रहे सारे ਸਰੋਤਿਆਂ ਦਾ ਪ੍ਰੋਗਰਾਮ ਵਿਚਾਰ ਚਰਚਾ ਦੇ ਵਿੱਚ ਦੋਸਤੋ ਬਹੁਤ-ਬਹੁਤ ਸਵਾਗਤ ਹੈ। ਸਾਰਿਆਂ ਨੂੰ ਇੰਤਜ਼ਾਰ ਰਹਿੰਦਾ ਹੈ ਖਾਸ ਤੌਰ ਤੇ ਇਸ ਦਿਨ ਦਾ, ਕਿਉਂਕਿ ਸਾਡੇ ਨਾਲ ਰੇਡੀਓ ਇੰਡੀਆ ਦੇ ਬਹੁਤ ਸੀਨੀਅਰ ਵਿਸ਼ਲੇਸ਼ਕ, ਰਾਜਨੀਤਿਕ ਵਿਸ਼ਲੇਸ਼ਕ ਤੇ ਪੰਜਾਬ ਤੇ ਸਿੱਖ ਰਾਜਨੀਤੀ ਨੂੰ, ਉਸ ਦੇ ਨਾਲ ਭਾਰਤ ਦੀ ਰਾਜਨੀਤੀ ਨੂੰ ਸਮਝਣ ਵਾਲੀ ਇੱਕ ਪ੍ਰਮੁੱਖ ਸ਼ਖਸੀਅਤ ਰਣਜੀਤ ਸਿੰਘ ਕੁੱਕੀ ਗਿੱਲ ਇਸ ਦਿਨ ਜੁੜਦੇ ਆ। ਸੋ ਆਮ ਤੌਰ ਤੇ ਪ੍ਰੋਗਰਾਮ ਬਲਦੇਵ ਸਿੰਘ ਭੰਮ ਲੈ ਕੇ ਹਾਜ਼ਰ ਹੁੰਦੇ ਨੇ। ਅੱਜ ਮੈਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਦੋਸਤੋ। ਸੋ ਰੇਡੀਓ ਇੰਡੀਆ KRPA 1110 AM ਦੇ ਨਾਲ ਇਸ ਪ੍ਰੋਗਰਾਮ ਨੂੰ ਤੁਸੀਂ ਇਸ ਵਕਤ ਸਾਡੀ ਸਾਈਟ ਤੇ ਜਾ ਕੇ ਵੀ ਲਾਈਵ ਸੁਣ ਸਕਦੇ ਹੋ। ਰੇਡੀਓ ਇੰਡੀਆ ਦੀ ਸਾਈਟ ਦਾ ਐਡਰੈਸ ਮੈਂ ਤੁਹਾਨੂੰ ਇੱਕ ਵਾਰ ਫਿਰ ਰਿਪੀਟ ਕਰਦਾ, www.radioindia.ca। ਇਸ ਤੋਂ ਬਿਨਾਂ ਜਿੰਨੇ ਵੀ ਪ੍ਰੋਗਰਾਮ ਰੇਡੀਓ ਇੰਡੀਆ ਦੇ ਉੱਪਰ ਪ੍ਰਸਤੁਤ ਹੁੰਦੇ ਆ ਸਵੇਰ ਤੋਂ ਸ਼ਾਮ ਤੱਕ ਦੋਸਤੋ, ਉਹਨਾਂ ਨੂੰ ਸੁਣਨ ਦੇ ਲਈ, ਉਹਨਾਂ ਦੇ ਨਾਲ ਹਮੇਸ਼ਾ ਜੁੜੇ ਰਹਿਣ ਦੇ ਲਈ ਤੁਸੀਂ ਇੱਕ ਹੋਰ ਚੀਜ਼ ਕਰੋ, ਆਪਣੇ ਗੈਜਟਸ, ਆਪਣੇ ਫੋਨ ਦੇ ਉੱਪਰ ਰੇਡੀਓ ਇੰਡੀਆ ਦੀ ਐਪ ਨੂੰ ਡਾਊਨਲੋਡ ਜ਼ਰੂਰ ਕਰਕੇ ਰੱਖੋ। ਬੜੀ ਆਸਾਨੀ ਨਾਲ ਸਰਚ ਕਰਨ ਤੇ ਤੁਹਾਨੂੰ ਇਹ ਜਿਹੜੀ ਐਪ ਹੈ ਉਹ ਮਿਲ ਜਾਣੀ। ਰੇਡੀਓ ਇੰਡੀਆ ਟਾਈਪ ਕਰੋਗੇ ਤਾਂ ਆਰਾਮ ਨਾਲ ਉੱਥੇ ਪਹੁੰਚ ਸਕੋਗੇ। ਸੋ ਦੋਸਤੋ, ਰੇਡੀਓ ਇੰਡੀਆ ਦੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਸਵੇਰ ਤੋਂ ਸ਼ਾਮ ਤੱਕ ਤੁਸੀਂ ਜੇਕਰ ਆਪਣੇ ਵਿਚਾਰ ਪੇਸ਼ ਕਰਨੇ, ਆਪਣੀ ਗੱਲਬਾਤ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਇੱਕ ਫੋਨ ਨੰਬਰ ਆਪਣੇ ਕੋਲੇ ਰੱਖੋ, ਲਿਖ ਕੇ ਸੇਵ ਕਰਕੇ 604 592 9191। ਇਸ ਤੋਂ ਬਿਨਾਂ ਜੇਕਰ ਤੁਸੀਂ ਕੋਈ ਕਮਰਸ਼ੀਅਲ ਦੇਣਾ, ਕੋਈ ਐਡਵਰਟਾਈਜ਼ਮੈਂਟ ਦੇਣੀ ਹੈ ਤਾਂ ਵੀ ਇਸ ਫੋਨ ਨੰਬਰ ਦੇ ਰਾਹੀਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। ਸੋ ਸੋਸ਼ਲ ਮੀਡੀਆ ਦੇ ਇਸ ਯੁੱਗ ਦੇ ਵਿੱਚ ਦੋਸਤੋ ਬਹੁਤ ਇੰਪੋਰਟੈਂਟ ਹੈ ਕਿ ਤੁਹਾਡੇ ਨਾਲ ਰਾਬਤਾ ਹਰ ਤਰ੍ਹਾਂ ਨਾਲ ਕਾਇਮ ਰਹੇ। ਸੋ ਫੇਸਬੁੱਕ ਦੇ ਉੱਪਰ ਰੇਡੀਓ ਇੰਡੀਆ ਨਾਮ ਦਾ ਸਾਡਾ ਪੇਜ ਹੈ, ਉਸ ਦੇ ਨਾਲ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਪਰ ਵੀ ਰੇਡੀਓ ਇੰਡੀਆ 1110 ਨਾਮ ਦੇ ਪੇਜ ਹਨ। ਇਹਨਾਂ ਦੇ ਰਾਹੀਂ ਵੀ ਤੁਸੀਂ ਸਾਡੇ ਨਾਲ ਜੁੜੇ ਰਹਿ ਸਕਦੇ ਹੋ। ਹਰ ਘੰਟੇ ਹਰ ਪਲ ਤੁਹਾਡੇ ਲਈ ਉੱਥੇ ਪੂਰੀ ਤਰ੍ਹਾਂ ਦੀ ਇਨਫੋਰਮੇਸ਼ਨ, ਨਿਊਜ਼, ਨੌਲੇਜ ਤੇ ਐਂਟਰਟੇਨਮੈਂਟ ਦਾ ਹਰ ਚੀਜ਼ ਅਪਡੇਟ ਕੀਤੀ ਜਾਂਦੀ ਹੈ ਤਾਂ ਕਿ ਵੱਧ ਤੋਂ ਵੱਧ ਤੁਹਾਡੇ ਨਾਲ ਰਾਬਤਾ ਕਾਇਮ ਕੀਤਾ ਜਾ ਸਕੇ ਤੇ ਨਾਲ ਦੀ ਨਾਲ ਤੁਹਾਡਾ ਉਸ ਨਾਲ ਫਾਇਦਾ ਹੋ ਸਕੇ। ਸੋ ਪ੍ਰੋਗਰਾਮ ਵਿਚਾਰ ਚਰਚਾ ਦਾ ਦੋਸਤੋ ਅਸੀਂ ਅੱਜ ਆਗਾਜ਼ ਕਰਦੇ ਹਾਂ ਬਹੁਤ ਖਾਸ ਮੁੱਦਿਆਂ ਦੇ ਉੱਤੇ। ਸਰਦਾਰ ਰਣਜੀਤ ਸਿੰਘ ਕੁੱਕੀ ਗਿੱਲ ਹੋਣਾ ਦੇ ਨਾਲ ਗੱਲਬਾਤ ਆਪਣੀ ਹੋਣੀ ਹੈ। ਭਾਰਤ ਦੀ ਗੱਲ ਵੀ ਕਰਾਂਗੇ, ਪੰਜਾਬ ਦੀ ਗੱਲ ਵੀ ਕਰਾਂਗੇ, ਸੰਗਰੂਰ ਇਲੈਕਸ਼ਨ ਦੀ ਗੱਲ ਵੀ ਕਰਾਂਗੇ, ਰਾਜਨੀਤੀ ਦੀਆਂ ਗੱਲਾਂ ਵੀ ਕਰਾਂਗੇ ਤੇ ਜੋ ਉੱਥੇ ਸਮਾਜਿਕ ਇਸ ਵਕਤ ਮੈਨੂੰ ਲੱਗਦਾ ਸੋਸ਼ੀਓ ਇਕਨੋਮਿਕ ਜਿਹੜੇ ਹਾਲਾਤ ਵਿਗੜੇ ਹੋਏ ਨੇ, ਦੋਨੇ ਇੱਕ ਦੂਜੇ ਦੇ ਨਾਲ ਵੈਸੇ ਤਾਂ ਇਕੱਠੇ ਹੀ ਜੁੜੇ ਹੁੰਦੇ ਆ। ਸਾਰੇ ਮਸਲਿਆਂ ਦੇ ਉੱਤੇ ਇੱਕ ਲੰਬੀ ਵਿਸਥਾਰਤ ਗੱਲਬਾਤ ਅਸੀਂ ਸਰਦਾਰ ਰਣਜੀਤ ਸਿੰਘ ਕੁੱਕੀ ਗਿੱਲ ਹੋਣਾ ਨਾਲ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਸੋ ਮੈਂ ਤੁਹਾਡਾ ਸਵਾਗਤ ਕਰਦਾ ਕੁੱਕੀ ਗਿੱਲ ਜੀ, ਤੁਹਾਡਾ ਰੇਡੀਓ ਇੰਡੀਆ ਦੇ ਮੰਚ ਤੋਂ ਬਹੁਤ ਬਹੁਤ ਸਵਾਗਤ ਹੈ। Thank you so much. It's a pleasure to join you. ਸਤਿ ਸ਼੍ਰੀ ਅਕਾਲ ਜੀ। ਗਿੱਲ ਸਾਹਿਬ, ਸਭ ਤੋਂ ਪਹਿਲੀ ਜਿਹੜੀ ਗੱਲਬਾਤ ਤੁਹਾਡੇ ਨਾਲ ਅੱਜ ਸ਼ੁਰੂਆਤ ਦੇ ਵਿੱਚ ਤੁਹਾਡੇ ਤੋਂ ਅਸੀਂ ਜਾਣਨੀ ਹੈ ਉਹ ਇਹ ਹੈ ਕਿ ਖਬਰਾਂ ਦੇ ਵਿੱਚ ਸਾਰੇ ਜਿੰਨਾ ਸੋਸ਼ਲ ਮੀਡੀਆ ਉਹਦੇ ਵਿੱਚ ਵੀ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਿ ਭਾਰਤ ਦੀ ਰਾਜਨੀਤੀ ਦੇ ਵਿੱਚ ਫਿਰ ਇੱਕ ਵਾਰੀ ਇੱਕ ਤਰ੍ਹਾਂ ਦਾ ਮੈਨੂੰ ਲੱਗਦਾ ਹੁੰਦਾ ਹੈ ਕਿ ਥੋੜ੍ਹੇ ਜਿਹੇ ਦਿਨਾਂ ਬਾਅਦ ਕੋਈ ਨਾ ਕੋਈ ਬੁਲਬੁਲਾ ਜਿਹਾ ਚੱਲਦਾ ਹੁੰਦਾ ਹੈ। ਪਤਾ ਨਹੀਂ ਉਹਦਾ ਕੋਈ ਸਰਕਾਰ ਤੇ ਇਸ ਗੱਲ ਦਾ ਕੋਈ ਅਸਰ ਹੁੰਦਾ ਜਾਂ ਨਹੀਂ ਹੁੰਦਾ, ਪਰ ਪੰਜਾਬ ਤੇ ਭਾਰਤ ਸਾਰੇ ਕਿਤੇ ਨਾਰਥ ਇੰਡੀਆ ਦੇ ਵਿੱਚ ਜਿਹੜਾ ਯੂਥ ਹੈ ਉਸ ਮਸਲੇ ਨੂੰ ਲੈ ਕੇ ਕਾਫੀ ਪਰੇਸ਼ਾਨ ਹੈ, ਕਾਫੀ ਨਿਰਾਸ਼ ਹੈ। ਮੈਂ ਬਿਲਕੁਲ ਅਗਨੀਪਥ ਜਿਹੜੀ ਸਕੀਮ ਭਾਜਪਾ ਦੀ ਸਰਕਾਰ, ਕੇਂਦਰ ਦੀ ਸਰਕਾਰ ਲੈ ਕੇ ਆਈ ਹੈ ਉਹਦੀ ਮੈਂ ਗੱਲ ਕਰ ਰਿਹਾ। ਸੋ ਮੈਨੂੰ ਨਿੱਜੀ ਤੌਰ ਤੇ ਗਿੱਲ ਸਾਹਿਬ ਇਹ ਲੱਗਦਾ ਹੁੰਦਾ ਕਿ ਨਾਰਥ ਇੰਡੀਆ ਦੇ ਵਿੱਚ ਖਾਸ ਤੌਰ ਤੇ ਜਿੰਨੇ ਨੌਜਵਾਨ ਨੇ, ਜਿੰਨੇ 10ਵੀਂ 12ਵੀਂ ਕਰਕੇ ਦਰਮਿਆਨੇ ਪੜ੍ਹੇ ਲਿਖੇ ਜਿਹੜੇ ਨੌਜਵਾਨ ਹੈ, ਉਹ ਹੋਰ ਕਿਸੇ ਸਰਕਾਰੀ ਨੌਕਰੀ ਬਾਰੇ ਤਾਂ ਸੋਚ ਨਹੀਂ ਸਕਦੇ, ਉਹ ਘੱਟੋ ਘੱਟ ਸੈਨਾ ਦੇ ਵਿੱਚ ਭਰਤੀ ਹੋਣ ਬਾਰੇ ਜ਼ਰੂਰ ਸੋਚਦੇ ਆ। ਸੋ ਇਸ ਵਕਤ ਜਿਹੜੀ ਇਹ ਸਕੀਮ ਅਗਨੀਪਥ ਸਕੀਮ ਆਈ ਹੈ ਤੇ ਉਸ ਤੋਂ ਬਾਅਦ ਜੋ ਉਹਦੇ ਬਾਰੇ ਦੇ ਵਿੱਚ ਪ੍ਰਦਰਸ਼ਨ ਹੋਏ ਹੈ, ਜਿਸ ਤਰ੍ਹਾਂ ਯੂਥ ਨੇ ਰਿਐਕਟ ਕੀਤਾ, ਬੜਾ ਵਾਇਲੈਂਟਲੀ ਵੀ ਰਿਐਕਟ ਕੀਤਾ, ਆਪਣੀ ਗੱਲ ਉਹਨਾਂ ਨੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਸਰਕਾਰ ਤੱਕ। ਸਭ ਤੋਂ ਪਹਿਲਾਂ ਮੈਨੂੰ ਬਰੀਫ ਦੇ ਵਿੱਚ ਇਹ ਦੱਸੋ ਕਿ ਅਗਨੀਪਥ ਸਕੀਮ ਕੀ ਹੈ ਤੇ ਕਿਹੜੀ ਸਕੀਮ ਨੂੰ ਬਦਲ ਕੇ ਇਹਨੂੰ ਲਿਆਂਦਾ ਗਿਆ। ਹਾਂਜੀ, ਕਿਉਂਕਿ ਇਹ ਬੜਾ ਜਿਹੜਾ ਅਰਥੇ ਦੇਖਾਂ ਜਿਹੜੀ ਬੇਚੈਨੀ ਹੈ ਨਾ ਜੀ, ਕਿਉਂਕਿ ਇਹਨਾਂ ਨੇ ਜਿਹੜੀ ਭਾਰਤ ਦੀ ਰਾਜਨੀਤੀ ਹੈ ਉਹ ਬੜੀ ਦੂਰ ਜਾ ਚੁੱਕੀ ਹੈ ਅਬਜੈਕਟਿਵ ਫੈਕਟਰ ਹੈ ਤੇ ਜਿਹੜੀ ਹਕੀਕਤ ਹੈ ਜੀ। ਕਿਉਂਕਿ ਇਹਨਾਂ ਨੇ 2014 ਤੋਂ ਬਾਅਦ ਖਾਸ ਕਰਕੇ ਨਰਿੰਦਰ ਮੋਦੀ ਦਾ ਪ੍ਰਾਈਮ ਮਿਨਿਸਟਰ ਆਏ ਇਹਨਾਂ ਨੇ ਪਬਲਿਕ ਓਪੀਨੀਅਨ ਨੂੰ ਸ਼ੇਪ ਕੀਤਾ ਹੈਗਾ ਥਰੂ देयर ਓਨ ਨੈਰੇਟਿਵ। ਇਹਨਾਂ ਨੇ ਆਪਣੀ ਹੀ ਇੱਕ ਬੜੀ ਸੋਸ਼ਲ ਮੀਡੀਆ ਤੇ ਬਾਕੀ ਜਿਹੜਾ ਇੰਡੀਆ ਦਾ ਮੇਨ ਸਟ੍ਰੀਮ ਮੀਡੀਆ ਉਹਦੇ ਤੇ ਕੰਟਰੋਲ ਕਰਕੇ ਥਰੂ ਕਾਰਪੋਰੇਟ ਜੀ ਇਹਨਾਂ ਨੇ ਇੱਕ ਨੈਰੇਟਿਵ ਬਿਲਡ ਸ਼ੁਰੂ ਕੀਤਾ ਕਿ ਜੋ ਅਸੀਂ ਕਹਿ ਰਹੇ ਹਾਂ
ਉਹੀ ਠੀਕ ਆ, ਉਹੀ ਹਕੀਕਤ ਆ, ਜੀ ਰੈਦਰ ਦੈਨ ਕਿ ਕੋਈ ऑब्जेक्टिव फैक्ट के सामने लिया कोई हकीकी हकीकत क्या। जी बाकी मैं गल अपनी विस्तार करने तो पहले मेरी बात रब बड़ा तू समरथ बड़ा मेरी मत थोड़ी राम जी इससे जरा है ना जो अज भारत का दृश्य जी ना डाली है कोई ना कोयल है किधरे, सिर्फ खेतियां च साडे कू है रामा रौड़िया जी इधर भी आप झाकते हैं देश चाहे किसानी लै लो चाहे एम्पलॉयमेंट सब्जेक्ट लै लो जी इन्होंने सारिया एक कॉग्निटिव पैरालिसिस आ गया। कॉग्निटिव है भी एक जम जिया गया संदर्भ जम इन सेंस के फ्रीज हो गया, मतलब कि फ्रीज होना बंदा काफी जोगा नहीं रहता जी कहना है तो फ्रीज करता है। इन्होंने जी योजना लैके आँगी सी मोटा ऑब्जेक्टिव सीगा कि आर्मी के जी हुण प्रेजेंट सिचुएशन नहीं थी ਉਹਦੇ ਵਿੱਚ ਜਿਵੇਂ ਚਾਈਨਾ ਦਾ ਡਰ ਤਿੱਬਤ ਦੇ ਅਰੁਣਾਚਲ ਪ੍ਰਦੇਸ਼ ਦੇ ਆਲੇ ਦੁਆਲੇ ਖੜਾ ਜੀ ਉਹ ਹਕੀਕੀ ਡਰ ਆ, ਸਬਜੈਕਟਿਵ ਡਰ ਆ ਜੀ। ਇਸੇ ਤਰ੍ਹਾਂ ਪਾਕਿਸਤਾਨ ਦਾ ਇਹਨਾਂ ਨੇ ਕਸ਼ਮੀਰ ਮਸਲਾ ਕਿਉਂਕਿ ਇਹਨਾਂ ਨੇ 370 ਇਹਨਾਂ ਨੇ ਇੱਕ ਕॉलोनी ਬਣਾ ਲਿਆ ਰੈਦਰ ਦੈਨ ਸਟੇਟ ਆਫ ਜੀ ਉੱਥੇ ਬੇਚੈਨੀ ਹੈ ਬਹੁਤ ਜ਼ਿਆਦਾ ਕਿਉਂਕਿ ਉਹ ਕੱਟ ਆਫ ਕੀਤਾ ਹੋਇਆ ਇੰਡੀਆ ਤੋਂ ਸਾਈਡ ਬ੍ਰਿਟਨ ਮੇਕਿੰਗ ਇਟ ਐਜ਼ ਅ ਕॉलोनी। ਉਹਦੇ ਲਈ ਜਿਹੜੀ ਇਹਨਾਂ ਦੀ ਹੁਣ ਫਿਗਰ ਸਾਹਮਣੇ ਆਈਆਂ ਆਰਮੀ ਦੀਆਂ ਉਹਦੇ ਬਹੁਤ ਸ਼ਾਰਟਫਾਲ ਸਾਹਮਣੇ ਆਈ ਜੀ 1 ਲੱਖ ਫੌਜੀ ਘਾਟਾ ਇੰਡੀਅਨ ਆਰਮੀ 90,000 ਸਮਥਿੰਗ ਦੇ 1 ਲੱਖ ਦੇ ਕਰੀਬ ਫਿਗਰ ਜੀ। ਇੱਥੇ ਇਹਨਾਂ ਕੋਲੇ 42 ਸਕੈਡਰਨ ਸੀਆਂ ਚਾਹੀਦੀਆਂ 에ਅਰ ਫੋਰਸ ਨੂੰ ਉਹਦੇ ਵਿੱਚ ਮੇਰੇ ਖਿਆਲ ਇਹਨਾਂ ਕੋਲ 30 ਤੇ 32 ਸਕੈਡਰਨ ਜੀ ਐਂ ਨੇਵੀ ਦੀਆਂ ਜਿਹੜੀਆਂ ਸ਼ਿਪਸ ਨੇ ਜਿਹੜੀਆਂ ਮਿਲਟਰੀ ਉਹਦੇ ਵਿੱਚ ਕਾਫੀ ਨੰਬਰ ਘੱਟ 100 ਪਲੱਸ 130 ਸਮਥਿੰਗ ਇੰਨਾ ਘੱਟ। ਇਹ ਜਿਹੜੀ ਬਾਕੀ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਨੇ ਉਹਨਾਂ ਵਿੱਚ ਵੀ ਰਿਕਰੂਟਮੈਂਟ ਦੀ ਕਮੀ ਜੀ ਇਹ ਰਿਕਰੂਟਮੈਂਟ ਦੀ ਕਮੀ ਤਾਂ ਆ ਰਹੀ ਆ ਕਿ ਇੰਡੀਆ ਜਿਹੜੀ ਕਿ ਜਦੋਂ ਬੰਦ ਚਾਹੀ ਸੀ ਨਾ ਜਿੱਦਣ ਇਸ ਚੀਜ਼ ਨਾਲ ਸ਼ੁਰੂ ਹੋਈ ਸੀ ਟੈਸਟ ਵਿੱਚ ਕੈਸਟਿੰਗ ਦੀ ਸੀ ਮਿਡਨਾਈਟ ਤੇ 14 ਅਗਸਤ 1947 ਜੀ ਇਹਨਾਂ ਨੇ ਇੱਕ ਸਮਾਜ ਜਦਨ ਦੀ ਇਹ ਸੁਪਨਾ ਰੱਖਿਆ ਸੀ ਜਿਹਦੇ ਸਾਰਿਆਂ ਨੂੰ ਬਰਾਬਰਤਾ ਹੋਊ, ਸਾਰਿਆਂ ਦੀ ਮਟੀਰੀਅਲਿਸਟਿਕ ਵੈਲਬੀਇੰਗ ਹੋਊਗੀ। ਆਪਾਂ ਇੱਕ ਏਦਾਂ ਦਾ ਸਮਾਜ ਸਿਰਜਾਂਗੇ ਕਿ ਜਿਹੜਾ ਆਪਣੇ ਵਿਅਕਤੀਆਂ ਪੁਰਾਣੇ ਸਦੀਆਂ ਚ ਇਹਨਾਂ ਨੇ ਮਿਥੋਲੋਜੀ ਦੇ ਨਾਲ ਮਿੱਥਾਂ ਦੇ ਨਾਲ ਇਤਿਹਾਸਕਾਰੀਆਂ ਨਾਲ ਸਿਰਜਿਆ ਸੀ, ਬੜਾ ਰਾਜ ਦਾ ਸੀ, ਰਾਮ ਰਾਜਿਆ ਇਹ ਰਾਜ ਸਿਰਜਿਆ ਜੀ ਇਸ ਬਰਾਬਰਤਾ ਹੋ। ਪਰ ਜਿਹੜੀ ਇਹਨਾਂ ਨੇ ਉਸ ਤੋਂ ਬਾਅਦ ਸਮਾਜ ਸਿਰਜਿਆ ਉਹ ਇੰਨਾ ਕੁ ਸਮਾਜ ਦਾ ਰਾਜਨੀਤਿਕਰਨ ਹੋ ਗਿਆ, ਉਹਨੂੰ ਧਰਮ, ਉਹਨੂੰ ਜਾਤ, ਉਹਨੂੰ ਫਿਰਕਾ, ਉਹਨੂੰ ਸੂਬਿਆਂ ਦੇ ਆਧਾਰ ਤੇ ਇਹਨਾਂ ਨੇ ਵੰਡ ਦਿੱਤਾ, ਈਵਨ ਬੋਲੀ ਦੇ ਆਧਾਰ ਤੇ ਵੰਡ ਜੀ। ਉਹਦੇ ਨਾਲ ਜਿਹੜੀ ਇੱਕ ਸਾਂਝ ਵਾਲੀ ਜ਼ਿੰਦਗੀ ਸੀ ਨਾ ਉਹ ਖਾਲੀ ਹੈ ਜੀ। ਤੇ ਜਿਹੜੀ ਉਸ ਚੀਜ਼ ਨਾਲ ਕੋਈ ਮਨੁੱਖੀ ਲਿਬਰਟੀ ਆਉਣੀ ਸੀ ਜੀ ਉਹ ਬੜੀ ਬੁਰੀ ਤਰ੍ਹਾਂ ਬਿਖਰ ਗਈ। ਬੰਦਾ ਬੰਦੇ ਤੋਂ ਡਰਨ ਲੱਗ ਗਿਆ ਜੋ ਅੱਜ ਸੰਘਰਸ਼ ਜੀ। ਹੁਣ ਭਾਵੇਂ ਇਹ ਚੰਗੇ ਨਹੀਂ ਹੈ ਕਿਸੇ ਸਕੀਮ ਲੈ ਕੇ ਆ ਰਹੀ ਹੈ, ਸ਼ਾਰਟ ਟਰਮ ਇਹਨਾਂ ਨੇ ਅਪਰੋਚ ਅਪਣਾਈ ਜਾ ਰਹੀ ਜੀ। ਤੇ ਅਸੀਂ ਜਿਹੜੇ ਗੈਪਸ ਨੇ ਸਾਡੀ ਮਿਲਟਰੀ ਦੇ ਵਿਦਾਊਟ ਟੇਕਿੰਗ ਫੁੱਲ ਫਾਈਨੈਂਸ਼ੀਅਲ ਬਰਡਨ ਜੀ ਅਸੀਂ ਸਟਾਪ ਗੈਪਸ में बैंडेड डालना आपको कोई कट लग गई तो आप बैंडेड ला दो, चलो वक्ती ਆਪਾਂ ਇਸ ਚੀਜ਼ ਨੂੰ ਰੋਕ ਜੀ। ਉਹ ਇਹਨਾਂ ਨੇ बैंडेड ਨਹੀਂ ਚਲਾਇਆ ਕਿ ਆਪਾਂ ਵਕਤੀ ਭਰਤੀ ਕਰਾਂਗੇ का शॉर्ट टाइम नहीं है कोर्ट कर दिया इजराइल में, जर्मनी में, अदर यूरोपियन देशों जी। उत्थे जिहड़ी कॉन्फ्लिक्ट लैंडे में वो आर्मी से अपने करके लाजमी है इजराइल की 3-4 साल से आर्मी से लाने है क्योंकि उन्होंने उत्थे सिक्योरिटी नीड इंडिया ने सिक्योरिटी नीड तां वधिया ने कि इन्हां ने अपना जिहड़ा अंदरूनी पक्ष सीगा
ਉਹਨੂੰ ਇਹ ਜਿਸ ਤਰ੍ਹਾਂ ਇਹਨਾਂ ਨੂੰ ਸਿਰਜਣਾ ਚਾਹੀਦਾ ਸੀ ਸਿਰਜ ਨਹੀਂ ਸਕੇ। ਜੀ ਇਹਨਾਂ ਨੇ ਵੈਰ ਪਾਲਿਆ। ਸਕਸੈਸਿਵ ਗਵਰਨਮੈਂਟ ਹੁਣ ਖਾਸ ਕਰਕੇ 20 ਤੋਂ 14 ਤੋਂ ਬਾਅਦ ਤਾਂ ਜਿਹੜੀ 56 ਇੰਚ ਵਾਲੀ ਛਾਤੀ ਆ ਜੀ ਇਹਨਾਂ ਨੇ ਕੁਝ ਜ਼ਿਆਦਾ ਫੈਲਾ ਲਈ। ਜੀ ਉਹਦੇ ਨਾਲ ਨੇਬਰਹੁੱਡ ਦੇ ਵਿੱਚ ਇਹਨਾਂ ਨੇ ਰੈਦਰ ਦੈਨ ਜਿਹੜਾ ਕਿ ਪੀਸਫੁਲ ਨੇਸ਼ਨ ਵਜੋਂ ਨਹਿਰੂ ਉਹਨਾਂ ਨੇ ਸਿਰਜਣਾ ਚਾਹਿਆ ਸੀ। ਜੀ ਉਹ ਪੀਸ ਜਿਹੜੀ ਹੈਗੀ ਨਾ ਤਾਂ ਅੰਦਰੂਨੀ ਆ ਹੁਣ ਨਾ ਬਾਹਰੀ ਆ। ਅੰਦਰੂਨੀ ਪੀਸ ਦਾ ਮੁਜ਼ਾਹਰਾ ਟਾਈਮ ਟੂ ਟਾਈਮ ਕੀਤਾ ਰਹਿੰਦਾ, ਚਾਹੇ ਬਲਡੋਜ਼ਰ ਸਟ੍ਰਾਈਕ ਦਾ, ਚਾਹੇ ਹੁਣ ਅਗਨੀਵੀਰ ਨੇ ਵੀ ਆਪਣਾ ਗੁੱਸਾ ਤਾਂ ਉਹਨਾਂ ਦਾ ਸਰਕਾਰ ਨਾਲ ਜੀ ਕਾਰਡ ਉਹਨਾਂ ਨੇ ਟ੍ਰੇਨ ਕੀਤੀਆਂ ਜਿਹੜੀਆਂ ਪਬਲਿਕ ਪ੍ਰਾਪਰਟੀ these are not government property, public property ਹੈ, ਸਾਡੇ ਟੈਕਸਾਂ ਨਾਲ ਬਣੀ ਹੋਈ ਪ੍ਰਾਪਰਟੀ। ਬਿਲਕੁਲ ਜੀ। ਇਹ ਮੁਜ਼ਾਹਰਾ ਕਰਨਾ ਮੁਜ਼ਾਹਰਾ ਫਾਰਮਰਸ ਨੇ ਵੀ ਕੀਤਾ, ਬੜੀ ਪੱਕੀ ਐਗਜ਼ਾਮਪਲ ਦਿੱਤੀ ਹੈ ਕਿ ਪੀਸਫੁਲ ਮੁਜ਼ਾਹਰਾ। ਹੁਣ ਪਿੱਛੇ 2 ਦਿਨ ਪਹਿਲੇ ਪੰਜਾਬ ਦੇ ਸਟੂਡੈਂਟਸ ਨੇ ਮੁਜ਼ਾਹਰਾ ਕੀਤਾ, ਸਟੂਡੈਂਟ ਆਲ ਓਵਰ ਪੰਜਾਬ ਆ। ਮੇਰੇ ਨਾਲ ਉਹਨਾਂ ਦੇ ਵੀਰ ਦੀ ਗੱਲ, ਮੈਂ ਕਿਹਾ ਵੀ ਜਿੱਥੇ ਰੋਕਣਗੇ ਤੁਹਾਨੂੰ ਉੱਥੇ ਬਹਿ ਜਾਓ, ਕਨਫਰੰਟੇਸ਼ਨ ਕਰਾਂਗਾ ਜੀ, ਕਿਉਂਕਿ ਮੈਂ ਕਨਫਲਿਕਟ ਪੋਲਿਟਿਕਸ ਦੇਖੀ ਜੀ। ਇਹ ਬੜਾ ਸ਼ਾਰਟਕਟ ਵਾਲਾ ਤਰੀਕਾ ਹੁੰਦਾ, ਦੀਦੀ ਹੁੰਦਾ। ਉਹਨਾਂ ਨੇ ਉਹੀ ਕੰਮ ਕੀਤਾ। ਕੱਲ ਜਦੋਂ ਉਹਨਾਂ ਨੂੰ ਰੋਕਿਆ ਉੱਥੇ ਸੜਕ ਤੇ ਬਹਿ ਗਏ, ਉਹਦੇ ਨਾਲ ਜ਼ਿਆਦਾ ਪ੍ਰਭਾਵ ਪਿਆ। ਇਮੀਡੀਏਟਲੀ ਪੰਜਾਬ ਨੇ ਰੈਸਟ ਕੀਤਾ, ਉਹਨਾਂ ਨੂੰ ਮੀਟਿੰਗ ਵੀ ਸੱਦਿਆ ਹੈਗਾ 28 ਜੂਨ ਨੂੰ। ਲੈਟਸ ਕੀ ਹੁੰਦਾ ਪੰਜਾਬ। ਪਰ ਜਿਹੜਾ ਮੁਜ਼ਾਹਰਾ ਦੇਖ ਚੱਲੀ, ਕਿਉਂਕਿ ਕੋਵਿਡ ਦੇ 2 ਸਾਲ ਅਨਐਮਪਲੋਇਮੈਂਟ ਵਧੀ ਆ ਜੀ, ਕੱਲੀ ਇੰਡੀਆ 'ਚ ਵੀ ਵਧੀ, ਵਰਲਡ ਓਵਰ ਵਧੀ ਆ। ਮਹਿੰਗਾਈ ਦਰ ਵਧੀ ਆ ਜੀ, ਇੰਡੀਆ ਉਹਦੀ ਬਹੁਤ ਮਾਰ ਖਾ ਰਿਹਾ। ਇੰਡੀਆ ਦਾ ਰੁਪਈਆ ਸਲਾਈਡ ਕਰ ਰਿਹਾ, ਇਹਨਾਂ ਦੀ ਇਕਨੋਮੀ ਸਲਾਈਡ ਕਰ ਰਹੀ ਜੀ। ਗਲੋਬਲ ਜਿਹੜਾ ਹੰਗਰ ਇੰਡੈਕਸ ਆ ਉਹਦੇ 'ਚ ਇੰਡੀਆ ਪਸਰ ਰਿਹਾ। ਪਹਿਲੇ ਇਹ 94 ਤੇ ਸੀ, ਹੁਣ ਇਹ 104 ਪਲੱਸ ਹੈ ਜੀ। ਇੱਕ ਤਰ੍ਹਾਂ ਨਾਲ ਜਿਹੜੀ ਇੰਡੀਆ ਪਹਿਲੇ ਇੱਕ ਪਾਵਰਟੀ ਕੈਪੀਟਲ ਜਾਣਿਆ ਜਾਂਦਾ ਸੀ ਵਰਲਡ, ਹਾਂਜੀ, ਉਹ ਟੈਗ ਦੁਬਾਰਾ ਅਮਰ ਜਿਹੜਾ ਇਨਇਕੁਐਲਿਟੀ ਦਾ ਟੈਗ ਸੀਗਾ ਇੰਡੀਆ ਤੇ ਰਸ਼ੀਆ ਤੋਂ ਬਾਅਦ ਸਾਰਿਆਂ ਨਾਲੋਂ ਵੱਡਾ ਟੈਗ ਜੇ ਲੱਗਦਾ ਤੇ ਜੀ, ਉਹਦੇ ਵਿੱਚ ਬਹੁਤ ਵਿਰੋਧੀ ਹੋਈ। 10% ਜਿਹੜੀ ਇੰਡੀਆ ਦੀ ਅਲੀਟ ਆ ਉਹ 75% ਵੈਲਥ ਇੰਡੀਆ ਦੀ ਕੰਟਰੋਲ ਕਰਦੀ ਜੀ। ਜਿਹੜੀ 60% ਪਾਪੂਲੇਸ਼ਨ ਆ ਉਹਦੇ ਕੋਲ ਲੈਸ ਦੈਨ 5% ਆਫ ਦਾ ਇਨਕਮ ਹੈ ਜੀ। ਜਿਹੜਾ ਅਨਐਮਪਲੋਇਮੈਂਟ ਦਾ ਫਿਗਰ ਸੀ ਪਹਿਲੇ 68 ਮਿਲੀਅਨ ਸੀ, ਹੁਣ 134 ਮਿਲੀਅਨ। ਜਿਹੜੀ ਰੂਰਲ ਅਨਐਮਪਲੋਇਮੈਂਟ ਸੀ ਉਹ ਕਲੋਜ਼ ਟੂ 15% ਸੀ, ਹੁਣ ਐਸ ਐਜ਼ 15% ਜੀ। ਇਸੇ ਤਰ੍ਹਾਂ ਜਿਹੜੀ ਅਰਬਨ ਜਿਹੜੀ ਅਨਐਮਪਲੋਇਮੈਂਟ ਫਿਗਰ ਹੈ ਦੈਟ ਇਜ਼ 15% ਪਲੱਸ। 400 ਮਿਲੀਅਨ ਬੰਦਾ ਜਿਹੜਾ ਐਮਪਲੋਏਬਲ ਫਿਗਰ ਦੇ ਵਿੱਚ ਹੈਗਾ, ਉਹ ਕੰਮ ਨਹੀਂ ਕਰਨਾ ਚਾਹੁੰਦਾ ਜੀ, ਕਿਉਂਕਿ ਇਹਨਾਂ ਕੋਲ ਸਕਿੱਲਸ ਹੈ ਜੀ। ਇਸ ਲਈ ਜਿਹੜਾ ਬਿਗੈਸਟ ਅਲਿਊਟ ਸੀਗਾ ਨੌਜਵਾਨੀ ਨੂੰ, ਸੀਗਾ ਕਿ ਫੌਜ ਚ ਚੱਲਦੇ ਆ 10ਵੀਂ ਕਰਕੇ ਜੀ, ਘੱਟੋ ਘੱਟ ਸਿਕਿਉਰ ਆਪਣੀ ਲਾਈਫ ਹੋ ਜੂਗੀ। ਠੀਕ ਆ, ਇਹਦੇ ਤੁਸੀਂ ਮਰ ਵੀ ਸਕਦੇ ਆ ਮੁਸ਼ਕਿਲਾਂ, ਕਿਉਂਕਿ ਲਾਉਣਾ ਤਾਂ ਬਹੁਤੀ ਇੰਡੀਆ ਦੀ ਆਰਮੀ ਬਾਰਡਰ ਤੇ ਲੱਗੀ ਹੋਈ ਹੈ, ਚਾਹੇ ਉਹ ਚਾਈਨੀਜ਼ ਬਾਰਡਰ ਤੇ ਲੱਗੀ ਹੈ, ਚਾਹੇ ਉਹ ਪਾਕਿਸਤਾਨ ਬਾਰਡਰ ਜੀ। ਈਵਨ ਪੰਜਾਬ ਚ ਤੁਸੀਂ ਦੇਖ ਲਓ ਵੀ ਇਹਦਾ ਤੀਜਾ ਹਿੱਸਾ ਪੰਜਾਬ ਦਾ, ਉਹ ਅੰਦਰ ਦੀ ਕਮਾਂਡ ਆਫ ਪੈਰਾਮਿਲਟਰੀ ਫੋਰਸ ਬਾਰਡਰ ਸੇਫਟੀ ਫੋਰਸ। ਹੁਣ ਤਾਂ ਉਹਨਾਂ ਨੂੰ ਥਾਣੇ ਵਗੈਰਾ ਵੀ ਬਣਾਉਣ ਦੀ ਇਹਨਾਂ ਨੇ ਨਵੀਂ ਪਾਲਿਸੀ ਲਿਆਂਦੀ ਹੈ, ਜਿਹਦੇ ਨਾਲ ਪੰਜਾਬ ਪੁਲਿਸ ਦਾ ਕੰਟਰੋਲ ਜੀ, ਈਵਨ ਪੰਜਾਬ ਗਵਰਨਮੈਂਟ ਦਾ ਕੰਟਰੋਲ ਕਰਦੀ ਹੈ ਗਵਰਨਮੈਂਟ ਜੀ। ਗਿੱਲ ਸਾਹਿਬ ਤੁਸੀਂ ਬੜੀ ਖੂਬਸੂਰਤੀ ਨਾਲ ਇੱਕ ਪੁਆਇੰਟ ਮੈਂ ਤੁਹਾਨੂੰ ਟੋਕ ਕੇ ਵਿੱਚੋਂ ਕਹਿ ਰਿਹਾ, ਜਿਹੜੀ ਤੁਸੀਂ ਇੰਟਰਨਲ ਸਿਕਿਉਰਿਟੀ, ਮੇਰੇ ਖਿਆਲ ਦੇ ਵਿੱਚ ਤਾਂ ਇਹ ਮਸਲਾ ਸਰਸਰੀ ਤੌਰ ਤੇ ਤਾਂ ਸਾਨੂੰ ਇਹ ਆਉਂਦਾ ਹੈ ਕਿ ਜਿਹੜੇ ਵਰਲਡ ਲੈਵਲ ਦੇ ਉੱਤੇ ਇਸ ਵਕਤ ਚੈਲੰਜਸ ਨੇ, ਖਾਸ ਤੌਰ ਤੇ ਰੂਸ ਯੂਕਰੇਨ ਦੀ ਜੰਗ ਹੋਈ, ਜਾਂ ਨਾਟੋ ਜਿਹੜੇ ਆਪਦੇ ਉਹਦੇ ਅਲਾਈਜ਼ ਨੇ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਆਪਦਾ ਜਿਹੜਾ ਸੁਰੱਖਿਆ ਦਾ ਖਰਚਾ ਉਹਨੂੰ ਵਧਾਓ। ਉਹਦੇ ਦਰਮਿਆਨ ਹੋਣਾ ਤਾਂ ਇਹ ਚਾਹੀਦਾ ਸੀ ਕਿ ਭਾਰਤੀ ਸਰਕਾਰ ਨੂੰ ਜ਼ਿਆਦਾ ਮਜ਼ਬੂਤੀ ਨਾਲ ਤੇ ਜ਼ਿਆਦਾ ਵੱਡੇ ਨੰਬਰ ਤੇ ਲੋਕਾਂ ਨੂੰ ਭਰਤੀ ਕਰਨਾ ਚਾਹੀਦਾ ਸੀ। ਹੋ ਗਿਆ ਇਸ ਤੋਂ ਉਲਟਾ ਕਿ ਉਹਨਾਂ ਨੇ ਇੱਕ ਸ਼ਾਰਟ ਟਰਮ ਦੀ ਸਕੀਮ ਲੈ ਕੇ ਆਂਦੀ। ਸੋ ਇਹ ਮੈਨੂੰ ਇਹ ਵਿਰੋਧਾਭਾਸ ਗੱਲ ਦੇ ਵਿੱਚ ਸਮਝ ਨਹੀਂ ਆ ਰਿਹਾ, ਕਿਉਂਕਿ ਇਸ 4 ਸਾਲਾਂ ਦੀ ਸਕੀਮ ਦੇ ਨਾਲ ਜਿਹੜੇ ਵੀ ਬੰਦੇ ਭਰਤੀ ਹੋਣਗੇ ਉਹਨਾਂ ਦਾ ਮਨੋਬਲ ਵੀ ਬਹੁਤ ਕਮਜ਼ੋਰ ਰਹਿਣਾ, ਉਹਨਾਂ 'ਚ ਕੌਨਫੀਡੈਂਸ ਹੀ ਨਹੀਂ ਆਉਣਾ ਕਿ ਉਹਨਾਂ ਨੇ ਦੇਸ਼ ਦੇ ਲਈ ਕੁਝ ਕਰਨਾ ਹੈ। ਤਾਂ
ਇਹ ਮਕਸਦ ਇਸ ਤਰ੍ਹਾਂ ਦੀ ਕੰਟਰੋਵਰਸ਼ੀਅਲ ਚੀਜ਼ ਕਰਨ ਦਾ ਮੈਨੂੰ ਮਕਸਦ ਸਮਝ ਨਹੀਂ ਆਇਆ। ਇਹਦਾ ਜਿਹੜਾ ਨਾ ਕੰਟੈਕਚੁਅਲ ਪਾਲਿਸੀ ਨੂੰ ਗਵਰਨਮੈਂਟ ਆਫ ਇੰਡੀਆ ਚਾਹੇ ਸੈਂਟਰਲ ਯੂਨੀਵਰਸਿਟੀ ਦੇ ਵਿੱਚ ਨੇ, ਚਾਹੇ ਹੁਣ ਜਿਵੇਂ ਪ੍ਰਾਈਮ ਮਿਨਿਸਟਰ ਇੰਡੀਆ ਨਰਿੰਦਰ ਮੋਦੀ ਨੇ ਐਲਾਨ ਕੀਤਾ ਮੈਂ ਅਗਲੇ 1.5 ਸਾਲ ਦੇ ਵਿੱਚ 10 ਲੱਖ ਬੰਦਾ ਭਰਤੀ ਕਰੇ ਜੀ, ਉਹ ਤਾਂ ਕਰਨਾ ਪੈ ਰਿਹਾ ਕਿ ਜਿਹੜੀ ਸੈਂਟਰਲ ਗਵਰਨਮੈਂਟ ਦਾ ਪੂਲ ਆ ਇੰਪਲਾਇਮੈਂਟ ਦਾ, ਉਹਦੇ ਵਿੱਚ ਹੀ ਕਲੋਜ਼ ਟੂ 1 ਮਿਲੀਅਨ ਜੌਬਸ ਬੜੇ ਲੰਮੇ ਚਿਰ ਤੋਂ ਖਾਲੀ ਪਈਆਂ ਭਰੀਆਂ ਜੀ। ਇਹਦੇ ਨਾਲ ਗਵਰਨਮੈਂਟ ਦਾ ਜਿਹੜਾ ਹੈਗਾ ਗਵਰਨੈਂਸ ਪੈਰਾਲਿਸਿਸ ਆ ਗਿਆ। ਤੁਸੀਂ ਆਲੇ ਦੁਆਲੇ ਕਿਤੇ ਝਾਤ ਮਾਰ ਲਓ, ਇਸੇ ਤਰ੍ਹਾਂ ਆਰਮੀ ਦਾ ਪੈਰਾਲਿਸਿਸ ਆਇਆ। ਇੰਡੀਆ ਦਾ ਜਿਹੜਾ ਯੂਕਰੇਨ ਦੀ ਵਾਰ ਦੇ ਨਾਲ ਜਿਹੜੀ ਇਹਨਾਂ ਦੀ ਛਵੀ ਸੀਗੀ ਵਰਲਡ ਤੇ ਥੋੜੀ ਨਿਖਰ ਰਹੀ ਸੀ, ਉਹਦੀ ਸੈਟਬੈਕ ਹੋਈ ਹੈ ਕਿਉਂਕਿ ਇਹ ਸਟੈਂਡ ਨਹੀਂ ਲੈ ਸਕੇ ਕਿ ਇਹਨਾਂ ਨੇ ਟਾਇਰੈਂਟ ਨਾ ਖੜਨਾ ਤੇ ਪੀਸ ਨਾ ਖੜਨਾ ਜੀ। ਇਹ ਉਹਦੇ ਤੋਂ ਚਾਈਨਾ ਵਾਂਗੂ ਬਚਦੇ ਆਏ ਆ ਕਿਉਂਕਿ ਇਹਨਾਂ ਦੀਆਂ ਆਪ ਦੀਆਂ ਇੰਨੀਆਂ ਇਨਸਿਕਿਉਰਿਟੀਜ਼ ਨੇ ਕਿ ਜੇ ਅਸੀਂ A ਚੱਕਦੇ ਹਾਂ ਤਾਂ ਸਾਡੇ ਤੋਂ B ਮਿਲੇਗਾ ਕਿਉਂਕਿ ਦੇ ਡੋਂਟ ਨੋ ਹਾਊ A+B ਕੈਨ ਬੀ ਅ ਗੁੱਡ ਕੰਪੀਟੀਸ਼ਨ ਕਿ ਕਿੱਥੇ ਸਟੈਂਡ ਲੈਣਾ ਉੱਥੇ ਸਟੈਂਡ ਲੈਣਾ। ਇੰਡੀਆ ਵਾਜ਼ ਅ ਨੌਨ ਅਲਾਈਨਡ ਕੰਟਰੀ ਐਜ਼ ਫਾਰਮਲਾਈਜ਼ਡ ਬਾਈ ਜਵਾਹਰਲਾਲ ਨਹਿਰੂ, ਜਿਹੜਾ ਕਿ ਹੁਣ ਨਹੀਂ ਰਿਹਾ ਜੀ। ਇਹਨਾਂ ਦੀਆਂ ਜਿਹੜੀਆਂ ਇੰਫਰਾਸਟਰਕਚਰ ਇਕਨੋਮਿਕ ਪਾਲਿਸੀ ਸੀ ਜਦੋਂ ਜਵਾਹਰਲਾਲ ਨਹਿਰੂ ਉਹਨਾਂ ਨੇ ਇੰਡੀਆ ਛੱਡਿਆ, ਉਹ ਸੀਗੀਆਂ ਸੋਵੀਅਤ ਓਰੀਐਂਟਡ। ਜਿਹੜੀ ਇਹ ਡੈਮੋਕ੍ਰੇਸੀ ਰੱਖਣੀ ਚਾਹੁੰਦੇ ਸੀ ਵੈਲਫੇਅਰ ਓਰੀਐਂਟਡ, ਉਹ ਸੀਗੀ ਇਹਨਾਂ ਦੀ ਲਿਬਰਲ ਡੈਮੋਕ੍ਰੇਸੀ ਫਰੋਮ ਵੈਸਟਰਨ ਪਾਲਿਸੀ ਬੇਸਿਕਲੀ ਫਰੋਮ ਯੂਰਪ। ਉਹਦਾ ਜਿਹੜਾ ਕੰਬੀਨੇਸ਼ਨ ਸੀਗਾ ਉਹਨੂੰ ਇਹ ਸਮਾਨ ਅੰਤਰ ਤਰੀਕੇ ਨਾਲ ਨਹੀਂ ਚਲਾ, ਜਿਹਦੇ ਨਾਲ ਜਿਹੜੀ ਸੀਗੀ ਕੋਆਰਡੀਨੇਟਡ, ਜਿਹੜਾ ਮੈਂ ਵਰਡ ਵਾਰ-ਵਾਰ ਯੂਜ਼ ਕਰ ਰਿਹਾ ਕਿ ਇਹਨਾਂ ਦਾ ਜਿਹੜਾ ਸਿਰਜਿਆ ਹੈ ਸਮਾਜ ਸੀ ਉਹ ਨਿਖਰਨ ਦੀ ਬਜਾਏ ਸੁੰਗੜਦਾ ਗਿਆ, ਜੰਮਦਾ ਗਿਆ, ਬਰਸ ਹੁੰਦਾ ਜੀ। ਇਹ ਹੁਣ ਜਦੋਂ ਅਗਨਵੀਰ ਦੀ ਦੇਖਿਆ ਵੀ ਜਿਹੜੀ ਆਲੇ ਦੁਆਲੇ ਕੀ ਸੈਟ ਇੰਨੀ ਵਧੀ ਹੋਈ ਆ, ਕਿੰਨਾ ਇੰਡੀਆ ਦਾ ਸਾਰਾ ਸਾਈਜ਼ ਜਿਹੜਾ 1962 ਤੋਂ ਤਿੱਬਤ ਦੇ ਨਾਲ ਸਾਰਾ ਏਰੀਆ ਜੀ, ਉਹ ਸਾਰਾ ਚਾਈਨਾ ਨੇ ਆਕੂਪਾਈ ਕੀਤਾ ਜੀ। ਇਸੇ ਤਰ੍ਹਾਂ ਅਰੁਣਾਚਲ ਪ੍ਰਦੇਸ਼ ਵਿੱਚ ਕਾਫੀ ਟੈਰੀਟਰੀ ਦੇ ਅੰਦਰ ਆ ਚੁੱਕਿਆ ਹੈ। ਇਹ ਕੰਟੀਨਿਊਸ ਥ੍ਰੈਟ ਆ, ਇਹਨੂੰ ਰੈਦਰ ਦੈਨ ਕੋਈ ਡਿਪਲੋਮੈਟਿਕ ਮੈਨਰ ਨਾਲ ਹੱਲ ਕਰਨ ਦੀ, ਕਿਉਂਕਿ ਇਹਨਾਂ ਦੀ ਜਿਹੜੀ ਇਕਨੋਮਿਕ $5 ਟ੍ਰਿਲੀਅਨ ਦੇ ਸੱਜਣਾ ਚਾਹੁੰਦੇ ਸੀ ਉਹ ਖਿਸਕ ਕੇ $3 ਟ੍ਰਿਲੀਅਨ ਤੋਂ ਵੀ ਥੱਲੇ ਆ ਗਈ। ਜਿਹੜੇ ਇਹਨਾਂ ਕੋਲ ਹੁਣ $600 ਬਿਲੀਅਨ ਇਹਨਾਂ ਕੋਲ ਰਿਜ਼ਰਵ ਪਏ ਨੇ, ਉਹ ਦੇ ਆਰ ਓਨਲੀ ਅਨਫ ਫॉर ਨੈਕਸਟ 11 ਮੰਥ ਜੀ। ਇਹਨਾਂ ਚੀਜ਼ਾਂ ਨੂੰ ਸੋਚ ਕੇ ਇਹਨਾਂ ਨੇ ਕਿਹਾ ਵੀ ਸਟਾਪ ਗੈਪ ਆਪਾਂ ਨੂੰ ਸਿਕਿਉਰਿਟੀ ਵੀ ਕੁਛ ਕਰਨਾ ਪੈਣਾ, ਆਪਣੇ ਫਾਈਨੈਂਸ ਵੀ ਕਿਸਨੇ ਪੈਣੇ। ਇਹਨਾਂ ਨੇ ਕੰਟਰੈਕਟ ਪਾਲਿਸੀ ਜਾਂਦੇ ਕੰਟਰੈਕਚੁਅਲ ਜੀ। ਇਹ ਸ਼ਾਰਟ ਟਰਮ ਲਈ ਬੰਦੇ ਦਿਓ, ਇਹਨਾਂ ਦੀ ਨਾ ਤਾਂ ਕੋਈ ਪੈਨਸ਼ਨ ਦੀ ਲਾਇਬਿਲਿਟੀ ਹੋਊ, ਨਾ ਕੋਈ ਹੋਰ ਆਪਣੇ ਤੇ ਕੋਈ ਵਿੱਤੀ ਬੋਝ ਪਊਗਾ। ਇਹਨਾਂ ਨੇ ਉਸ ਤਰ੍ਹਾਂ ਠੇਕੇ ਤੇ ਲਿਆਓ, ਆਪਣਾ ਕੰਮ ਕਰਕੇ ਕਿ ਆਪਣਾ ਟਾਈਮ ਪਾਸ ਹੋ ਜਾਊਗਾ ਫॉर ਦਾ ਟਾਈਮ, ਕਿਉਂਕਿ ਇੱਥੇ ਕੋਈ ਲੌਂਗ ਟਰਮ ਪਾਲਿਸੀ ਹੈ। ਆਪਾਂ ਦੇਖਦੇ ਹਾਂ ਬ੍ਰਿਜ ਬਣਦਾ, ਪਹਿਲੀ ਬਾਰਿਸ਼ ਹੁੰਦੀ ਆ ਤਾਂ ਸਾਰਾ ਕੁਝ ਖੁਰ ਜਾਂਦਾ ਜੀ। ਇੱਥੇ ਇਹ ਨਹੀਂ ਸੋਚਿਆ ਜਾਂਦਾ ਵੀ ਲੌਂਗ ਟਾਈਮ ਫॉर ਦਾ ਨੈਕਸਟ 50 years or 100 years। ਜੇ ਹੁਣ ਨਿਊਯਾਰਕ ਵਿੱਚ ਅੰਡਰਗਰਾਊਂਡ ਟਨਲਸ ਬਣੀਆਂ ਨੇ, ਟ੍ਰੇਨਸ ਚੱਲਦੀਆਂ ਨੇ, ਉਹ 100 ਸਾਲ ਪਹਿਲੇ ਦਾ ਸੋਚ ਕੇ ਬਣਾਈਆਂ ਨੇ। ਹੁਣ ਜ਼ਰੂਰ ਨਿਊਯਾਰਕ ਦਾ ਜਿਹੜਾ ਸਿਸਟਮ ਆ ਇੰਫਰਾਸਟਰਕਚਰ ਉਹ ਕਰੰਬਲ ਕਰ ਰਿਹਾ ਕਿਉਂਕਿ ਓਲਡ ਹੋ ਗਿਆ। ਇਸ ਬਾਰੇ ਬਾਰ-ਬਾਰ ਵਿਚਾਰ ਹੁੰਦੇ, ਇੱਥੇ ਵੀ ਏਦਾਂ ਦੀ ਵਿਚਾਰ ਹੈ ਜੀ। ਸ਼ਾਰਟ ਟਰਮ ਸੋਚਦੇ ਆ, ਇੱਥੇ ਸਿਰਫ ਪੋਲੀਟੀਕਲ ਐਕਸਪੀਡੀਐਂਸ ਦੀ ਸੋਚਦੇ ਆ ਵੀ ਮੈਨੂੰ ਵੋਟਾਂ ਕਿਵੇਂ ਜੀ। ਉਹਨਾਂ ਨੇ ਇਸ ਤਰ੍ਹਾਂ ਜੀ ਇਸ ਕਰਕੇ ਇਹਨਾਂ ਨੇ ਸ਼ਾਰਟ ਟਰਮ ਪਾਲਿਸੀ ਲੈ ਕੇ ਆਉਂਦੀ ਹੈ, ਜਿਹਦੇ ਬਾਰੇ ਈਵਨ ਜਿਹੜੇ ਇੰਡੀਅਨ ਮਿਲਟਰੀ ਦੇ ਜਨਰਲ ਸੀਗੇ ਜਿਹੜੇ ਕਿ ਬਲੇਟੈਂਟਲੀ ਮੋਦੀ ਫਾਲੋਅਰ ਸੀਗੇ, ਖਾਸ ਕਰਕੇ ਮਤਲਬ ਕਿ ਨਾਮੀਆਂ ਤੋਂ ਪਹਿਲੇ ਤਾਂ ਬ੍ਰਿਗੇਡੀਅਰ ਤੇ ਮੇਜਰ ਜਨਰਲ ਜੋਸ਼ੀ, ਜਿਹੜੇ ਕਿ ਆਲ ਦੀ ਟਾਈਮ ਹੀ ਅੱਗ ਬਲਦੇ ਕਰਦੇ ਰਹਿੰਦੇ ਸੀ ਫॉर ਦਾ ਇੰਪੋਰਟ ਆਫ ਮੋਦੀ ਗਵਰਨਮੈਂਟ ਅਗੇਂਸਟ ਪਾਕਿਸਤਾਨ,
मतलब कि बेलोड़े विवाद ਜਿਹੜੇ ਇੰਡੀਆ ਤੇ ਚੱਲਦੇ ਉਹਨਾਂ ਨੇ ਵੀ ਇਹ ਚੀਜ਼ ਕ੍ਰਿਟਿਸਾਈਜ਼ ਕੀਤਾ ਕਿ ਦਿਸ ਇਜ਼ ਨਾਟ ਦ ਸੋਲੂਸ਼ਨ ਜੀ। ਈਵਨ ਕੈਪਟਨ ਅਮਰਿੰਦਰ ਸਿੰਘ ਜਿਹੜਾ ਕਿ ਆਲਾ ਸਿੰਘ ਦੇ ਖਾਨਦਾਨ ਚੋਂ ਆਇਆ, ਜਿਨ੍ਹਾਂ ਨੇ ਸਿੱਖਾਂ ਦਾ ਅਹਿਮਦ ਸ਼ਾਹ ਅਬਦਾਲੀ ਨਾਲ ਰਲ ਕੇ ਏਡਾ ਵੱਡਾ ਘੱਲੂਘਾਰਾ ਕਰਾਇਆ ਸੀਗਾ ਜੀ ਬਿਲਕੁਲ ਕੁੱਪ ਦੇ ਵਿੱਚ, ਉਹਨਾਂ ਨੂੰ ਵੀ ਕ੍ਰਿਟਿਸਾਈਜ਼ ਕਰਨਾ ਪਿਆ ਕਿਉਂਕਿ ਦੇਖ ਲਈ ਉਹ ਬਹੁਤ ਵੱਡਾ ਮੋਦੀ ਭਗਤ ਬਣਿਆ ਜੀ, ਜਿਹੜਾ ਕਿਸੇ ਟਾਈਮ ਤੇ 1984 ਚ ਇਹ ਆਪਣੀ ਮੈਂਬਰ ਪਾਰਲੀਮੈਂਟ ਦੀ ਸੀਟ ਵੀ ਛੱਡ ਗਿਆ ਜੀ। ਉਹਨਾਂ ਨੇ ਵੀ ਕ੍ਰਿਟਿਸਾਈਜ਼ ਕੀਤਾ ਬਿਕੋਜ਼ ਹੀ ਹੈਜ਼ ਅ ਮਿਲਟਰੀ ਬੈਕਗ੍ਰਾਉਂਡ ਜੀ। ਈਵਨ ਨਾਮੀ ਜਿਹੜੇ ਮਿਲਟਰੀ ਐਕਸਪਰਟਸ ਨੇ, ਐਨਾਲਿਸਟ ਨੇ, ਉਹਨਾਂ ਨੇ ਕਿਹਾ ਕਿ ਦਿਸ ਵਿਲ ਕ੍ਰੀਏਟ ਇਨਸਿਕਿਉਰਿਟੀ ਇਨ ਦਾ ਮਾਈਂਡਸ ਆਫ ਦ ਇੰਡੀਅਨ ਆਰਮੀ। ਜਿਹੜਾ ਇੰਡੀਅਨ ਆਰਮੀ ਦਾ ਫੈਬਰਿਕ ਹੈਗਾ ਉਹਦੇ ਵਿੱਚ ਇਹ ਕਮਜ਼ੋਰੀ ਲੈ ਕੇ ਆਉਣਾ ਜੀ, ਕਿਉਂਕਿ ਜਿਹੜੇ ਬੰਦੇ ਨੂੰ ਇਹ ਨਹੀਂ ਸਿਕਿਉਰ ਕਿ ਮੇਰਾ ਫਿਊਚਰ ਸਿਕਿਉਰ ਆ, ਉਹ ਛੋਟਾ ਬਾਰਡਰ ਕਿਵੇਂ ਸਿਕਿਉਰ ਕਰਦੇ। ਜੀ ਸਾਹਿਬ, ਤੁਸੀਂ ਆਪਣੀ ਪਿਛਲੀ ਜਿਹੜੀ ਡਿਸਕਸ਼ਨ ਹੋਈ ਹੈ ਉਹਦੇ ਮੁਤਾਬਕ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਸ ਤਰ੍ਹਾਂ ਭਾਰਤ ਰਸ਼ੀਆ ਦੇ ਸਾਥ ਦੇ ਮਸਲੇ ਨੂੰ ਲੈ ਕੇ ਅਲੱਗ-ਥੱਕ ਹੁੰਦਾ ਦਿਖਾਈ ਦਿੱਤਾ ਹੈ, ਅਮਰੀਕਾ ਲਗਾਤਾਰ ਰਿਲੀਜੀਅਸ ਫਰੀडम ਨੂੰ ਲੈ ਕੇ ਇਹਦੇ ਉੱਤੇ ਇਨਡਾਇਰੈਕਟਲੀ ਮੇਰੇ ਖਿਆਲ ਦੇ ਵਿੱਚ ਉਸੇ ਗੱਲ ਤੋਂ ਚਿੜਿਆ ਹੋਵੇ ਸ਼ਾਇਦ ਹਮਲੇ ਕਰ ਰਿਹਾ। ਉਸੇ ਦੌਰਾਨ ਇੰਟਰਨਲ ਚੈਲੰਜਸ ਵੀ ਬਹੁਤ ਨੇ ਭਾਰਤ ਨੂੰ। ਆਪਾਂ ਦੇਖਿਆ ਕਿ ਵਿਰੋਧ ਭਾਜਪਾ ਦਾ ਰਿਲੀਜੀਅਸ ਫਰੀडम ਦੇ ਬਾਰੇ ਦੇ ਵਿੱਚ ਵੀ ਘੱਟ ਗਿਣਤੀਆਂ ਦੇ ਨਾਲ ਵਿਵਹਾਰ ਦੇ ਬਾਰੇ ਦੇ ਵਿੱਚ ਵੀ, ਉਹਦੇ ਨਾਲ ਕਿਸਾਨ ਅੰਦੋਲਨ ਨੇ ਵੱਡੀ ਭਾਜਪਾ ਦੀ ਨੂੰ ਸੱਟ ਮਾਰੀ ਉਹਦੀ ਇਮੇਜ ਨੂੰ ਲੈ ਕੇ, ਤੇ ਹੁਣ ਇਸ ਤੋਂ ਬਾਅਦ ਅਗਨੀਵੀਰ ਦੀ ਜਿਹੜੀ ਇਹ 4 ਸਾਲ ਦੀ ਸਕੀਮ ਹੈ ਉਹ ਆ ਗਈ ਹੈ। ਸੋ ਮੈਨੂੰ ਇੱਕ ਗੱਲ ਸਮਝਣ ਦੇ ਵਿੱਚ ਪਰੇਸ਼ਾਨੀ ਹੋ ਰਹੀ ਹੈ ਕਿ ਮੈਂ ਇਹਨੂੰ ਕਿਵੇਂ ਸਮਝਾਂ। ਜਿਹੜਾ ਇਹ ਫੈਸਲਾ ਇਹਨਾਂ ਨੇ ਲਿਆ ਇਹਨੂੰ ਮੈਂ ਸੁਰੱਖਿਆ ਦੇ ਪੱਖ ਤੋਂ ਲਿਆ ਹੋਇਆ ਕੋਈ ਮਸਲਾ ਸਮਝਾਂ, ਜਾਂ ਮੈਂ ਇਹਨੂੰ ਕੋਈ ਆਰਥਿਕ ਪੱਖ ਤੋਂ ਇਸ ਨੂੰ ਕੋਈ ਫੈਸਲਾ ਸਮਝਾਂ, ਜਾਂ ਮੈਂ ਇਹਨੂੰ ਸਮਝਾਂ ਕਿ ਇਹ ਕੋਈ ਰਾਜਨੀਤਿਕ ਫੈਸਲਾ ਹੈ। ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਇਹਨਾਂ ਨੇ ਨਾ ਜਿਹੜਾ ਇਸ ਫੈਸਲੇ ਰਾਹੀਂ ਦੇਸ਼ ਨੂੰ ਇੰਡੀਅਨ ਆਵਾਮ ਨੂੰ ਸੁਣਾ ਦੇਣਾ ਚਾਹਿਆ ਜੀ, ਇਹਦੀ ਤੁਹਾਨੂੰ ਆਪਣੀ ਜ਼ਿੰਦਗੀ ਤਾਮੀਰ ਕਰ ਜੀ, ਤੂਫਾਨੋं की परवाह ना कर जी। ਅੱਗੇ ਜਿਹੜਾ ਆਵਾਮ ਇਹ ਕਹਿ ਰਿਹਾ ਕਿ ਜਿਹੜੇ ਕਿਨਾਰੇ ਤੇ ਸਾਡੇ ਦੀ ਗੁਜ਼ਰੇ ਆ, ਸਾਨੂੰ ਉਹਨਾਂ ਤੇ ਭਰੋਸਾ ਨਹੀਂ ਆ। ਇਹ ਜਿਸ ਲੀਗ ਵਿੱਚ ਸਮਾਜ ਨੂੰ ਬੰਨਣਾ ਚਾਹੁੰਦੇ ਜੀ, ਉਹਦੇ ਵਿੱਚ ਸਰਫੇਸ ਤੇ ਜ਼ਰੂਰ ਲੱਗ ਰਿਹਾ ਕਿ ਹਿੰਦੂ ਰਾਸ਼ਟਰ ਅਲੀਕਿਆ ਜਾ ਰਿਹਾ ਜੀ, ਜੋ ਇੱਥੇ ਲਖਨਊ ਦੇ ਵਿੱਚ ਪ੍ਰਾਈਵੇਟ ਯੂਨੀਵਰਸਿਟੀ ਹੈ, ਉੱਥੋਂ ਦੇ ਪੋਲੀਟੀਕਲ ਸਾਇੰਸ ਪ੍ਰੋਫੈਸਰ ਨੇ ਕੁਐਸਚਨ ਪੁੱਟ ਆਪਣੇ ਸਟੂਡੈਂਟਸ ਨੇ ਜਿਹੜੇ ਪੋਲੀਟੀਕਲ ਸਾਇੰਸ ਜੀ, ਉਹਨੇ ਕੁਐਸਚਨ ਉਠਾਇਆ ਕਿ what is the similarity between humanism, fascism, Nazism and Hindutva जी। वो क्वेश्चन लीक हो गया, एडमिनिस्ट्रेशन तक चला गया, and that professor was suspended and eventually dismissed from the university. How dare you can put questions like this to the student जी। ਇੱਦਾਂ ਦੀਆਂ ਤੂਫਾਨਾਂ ਦੀਆਂ ਜਿਹੜੀਆਂ ਦੇ ਵਿੱਚ ਇਹ ਜ਼ਿੰਦਗੀ ਲੋਕਾਂ ਨੂੰ ਤਾਮੀਰ ਕਰਨ ਦੀ ਕਹਿ ਰਹੇ ਨੇ, ਇਹਦੇ 'ਚ ਬੇਚੈਨੀ ਦਾ ਜਿਹੜਾ ਪ੍ਰਗਟਾਵਾ ਹੋਇਆ। ਹੁਣ ਤਾਂ ਕਿਸਾਨ ਜਿਹੜਾ ਸੰਯੁਕਤ ਕਿਸਾਨ ਮੋਰਚਾ, ਉਹਨਾਂ ਨੇ ਵੀ ਕੱਲ੍ਹ ਓਪਨ ਦੀ ਉਗਰਾਹ ਉਹਨਾਂ ਨੇ ਕਿਹਾ ਪੰਜਾਬ ਵਿੱਚ ਕਿ ਅਸੀਂ ਅਗਨੀਵੀਰ ਦਾ ਜਿਹੜਾ ਪ੍ਰੋਟੈਸਟ ਹੋ ਰਿਹਾ ਉਹਨੂੰ ਅਸੀਂ ਸਮਰਥਨ ਦਿੱਤਾ ਜੀ, ਕਿਉਂਕਿ ਕਿਸਾਨ ਜਿੱਤ ਤਾਂ ਗਏ ਨੇ ਜੀ, ਪਰ ਕੋਈ ਹੱਲ ਨਹੀਂ ਲੈ ਕੇ ਗਏ ਜੀ, ਜਿਹਦੇ ਨਾਲ ਕਿਸਾਨੀ ਸਰਦੀ ਦਾ ਤੇ ਅਗਨੀਵੀਰ ਦੀ ਪ੍ਰੋਟੈਸਟ ਯੋਜਨਾ ਬਾਰੇ ਪ੍ਰੋਟੈਸਟ ਹੋ ਰਿਹਾ। ਉਹ ਜਿਹੜੇ ਪ੍ਰੋਟੈਸਟ ਦੀ ਰੂਪਰੇਖਾ ਇਹ ਨਹੀਂ ਕਿ ਰੇਲਾਂ ਜਾਂ ਪਬਲਿਕ ਪ੍ਰਾਪਰਟੀ ਸਾੜ ਦੇ ਜੀ, ਜਿਹੜੀ ਇਨਸਿਕਿਉਰਿਟੀ ਇਹਨਾਂ ਨੇ ਪੈਦਾ ਕੀਤੀ ਆ, ਉਹ ਇੰਡੀਆ ਦੀ ਆਸਪਾਸ ਸੋਚ ਜਿਹੜੀ ਰਹੀ ਆ ਪਿਛਲੇ ਸਮੇਂ ਤੋਂ, ਖਾਸ ਕਰਕੇ 24 ਜਦੋਂ 2014 ਦੀ ਇਲੈਕਸ਼ਨ ਤੋਂ ਪਹਿਲੇ ਡਾਕਟਰ ਮਨਮੋਹਨ ਸਿੰਘ ਨੇ ਆਪਣੀ ਪਬਲਿਕ ਪ੍ਰੈਸ ਕਾਨਫਰੰਸ ਕੀਤੀ, ਲਾਸਟ ਦੀ ਪ੍ਰੈਸ ਕਾਨਫਰੰਸ, ਉਦੋਂ ਔਨ ਦਾ ਈਵ ਆਫ ਇਲੈਕਸ਼ਨ। ਤਾਂ ਪ੍ਰੈਸ ਨੇ ਉਹਨੂੰ ਕੁਐਸਚਨ ਕੀਤਾ ਕਿ ਨਰਿੰਦਰ ਮੋਦੀ ਬਹੁਤ ਗੇਨ ਕਰ ਰਿਹਾ, ਉਦੋਂ ਹੀ ਵਾਸ ਦਾ ਰਾਈਜ਼ਿੰਗ ਸਟਾਰ ਐਟ ਦੈਟ ਟਾਈਮ, ਤੇ ਇਹਨਾਂ ਨੂੰ ਕੀ ਕਰ ਰਿਹਾ ਸੀ ਭਾਰਤੀ ਜਨਤਾ ਪਾਰਟੀ ਦੀ।
क्योंकि इन्होंने सक्सेसिव डिफीट हुई सी आफ्टर दी मतलब कि जो रजीम अटल बिहारी वाजपेयी का खत्म हुआ जी इन्होंने बड़ा स्ट्रॉन्ग हिंदू नैरेटिव उदों बिल्ड कर रहे थे हिंदू राष्ट्र डॉक्टर मनमोहन सिंह ने कहा कि ये खुदा ना खासा नरेंद्र मोदी प्राइम मिनिस्टर बन गया जी ये जरा इंडिया तस्वीर या तवस्तर अति सोचा सीगा वो हौली हौली लग यही खालसा अटल बिहारी वाजपेयी ने जाहिर किया कि जदों 2004 ਵਿੱਚ ਡਿਫੀਟ ਹੋਈ ਸੀ ਤਾਂ ਉਹਨਾਂ ਨੇ ਪਬਲਿਕ ਪ੍ਰੈਸ ਕਾਨਫਰੰਸ ਵਿੱਚ ਇਹ ਗੱਲ ਕਿਹਾ ਸੀ ਕਿ ਮੇਰੀ ਡਿਫੀਟ ਜਾਂ ਭਾਰਤੀ ਜਨਤਾ ਪਾਰਟੀ ਦੀ ਡਿਫੀਟ ਦਾ ਇੱਕੋ ਇੱਕ ਕਾਰਨ ਆ ਨਰਿੰਦਰ ਮੋਦੀ ਉਹਨਾਂ ਨੇ ਨਾਲ ਹੈ ਜੀ ਇਹਨਾਂ ਬਾਰੇ ਜਿਹੜਾ ਇੰਟੈਲੈਕਚੁਅਲ ਥਾਟ ਕਿਉਂਕਿ ਦਾ ਲਾਸਟ 8 ਈਅਰ ਇਹਨਾਂ ਨੇ ਕੋਈ ਵੀ ਜਿਹੜੀ ਕੋਗਨੀਟਿਵ ਥਾਟ ਡਿਵੈਲਪ ਹੋਈਆਂ ਜਾਂ ਜਿਹੜੀਆਂ ਮਤਲਬ ਕਿ ਪ੍ਰੋਗਰੈਸਿਵ ਥਾਟ ਡਿਵੈਲਪ ਹੋਈਆਂ ਉਹਨਾਂ ਨੂੰ ਇਹਨਾਂ ਨੇ ਕੋਗਨੀਸ਼ਨ ਦੇ ਵਿੱਚ ਉਹਨਾਂ ਨੂੰ ਬਰਫ ਕਰਤਾ ਕਿੰਨੇ ਪ੍ਰੋਫੈਸਰ ਸਾਇੰਸ ਦਾ ਬੇਅਰ ਦੇ ਜਿਹੜੇ 90% ਪੈਰਾਲਾਈਜ਼ ਜੀ ਤੇ ਜਿਨ੍ਹਾਂ ਲਾਈਫ ਸੈਂਟੈਂਸ ਤੇ ਦਿੱਤੇ ਹੋਏ ਨੇ ਜਸਟ ਬਿਕਾਜ਼ ਆਫ ਦ ਕ੍ਰਿਟੀਕਲ ਥਾਟ ਹੀ ਵਾਸ ਅ ਵੈਰੀ ਲਿਟਰੇਟ ਦਿੱਲੀ ਯੂਨੀਵਰਸਿਟੀ ਦਾ ਪ੍ਰੋਫੈਸਰ ਆ ਬਤਾ ਬਿਲਕੁਲ ਜੀ ਜਨਤਾ ਇਹਨਾਂ ਨੇ ਵਾਰਾ ਰਾਓ ਵਰਗੇ ਬੰਦੇ ਤੇ ਨਾਮੀ ਪੋਇਟ ਹੈਦਰਾਬਾਦ ਦਾ ਬਿਲਕੁਲ ਜੀ ਆਪਣੇ ਕਾਦੇ ਲਈ ਉਹਨਾਂ ਨੇ ਭੀਮਾ ਕੋਰੇਗਨ ਕੇਸ ਦੇ ਵਿੱਚ ਦਾ ਦਲਿਤ ਅਸੈਪਸ਼ਨਸ ਦਾ ਕੇਸ ਸੀਗਾ ਜਿੱਥੇ ਕੁੱਤਿਆਂ ਦੀ ਦਲਿਤਾਂ ਨੂੰ ਗਿਆ ਕੇਸ ਵੀ ਉਹਨਾਂ ਤੇ ਬਣਾਏ ਗਏ ਤੇ ਉਹਨਾਂ ਦੀ ਸੋਚ ਪਿੱਛੇ ਇਹਨਾਂ ਜਿਹੜੇ ਸੀਗੇ ਭਾਰਤਵਾਜ ਉਹਨਾਂ ਨੂੰ ਡਾਕਟਰ ਗੌਤਮ ਨਾਮ ਲੱਖਾ ਆਨੰਦ ਪੈਲ ਕੁੰਬਲੇ ਜਿਹੜੇ ਕਿ ਡਾਕਟਰ ਅੰਬੇਦਕਰ ਦਾ ਰਿਸ਼ਤੇਦਾਰ ਆ ਉਹਨਾਂ ਦੇ ਫੈਮਿਲੀ ਤੋਂ ਬੰਦੇ IIT ਦੇ ਪ੍ਰੋਫੈਸਰਸ ਨੇ known writers ਨੇ ਇਹ ਮੇਨ ਹੈ 2020 ਵਿੱਚ 7+ ਜਰਨਲਿਸਟ ਦੀ ਪਈ ਇਸ ਵੀ ਕੀ ਕਹਿੰਦੇ ਸੈਡੇਸ਼ਨ ਅਨਲੌਫੁਲ ਐਕਟੀਵਿਟੀ ਦਾ ਜਸਟ ਫॉर ਐਕਸਪ੍ਰੈਸ਼ਨ NDTV ਜਿਹੜਾ ਕਿ ਨਿਊਜ਼ TV ਚੈਨਲ ਹੈ ਜੀ and supposed to have some kind of independent thought ਜਿਹਨੂੰ ਕਿ ਰਵੀਸ਼ ਕੁਮਾਰ ਦਾ ਵੀ ਸ਼ੋਅ ਦੇ ਨਾਲ ਜਾਣਿਆ ਉਹਨਾਂ ਦਾ ਕੀ ਵਕਤ ਇਹਨਾਂ ਦੇ ਓਨਰ ਤੇ ਰੇਟ ਹੋਈਆਂ ਉਹਦੇ ਤੇ ਕੇਸ ਦੀ ਪੜ੍ਹਾਈ ਦੀ ਮਤਲਬ ਕਿ ਇਹਨਾਂ ਨੇ ਐਵਰੀ ਮੇਜਰ ਵਰਤਿਆ ਕਿਉਂਕਿ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਕਰਦਿਆ ਸੀਗਾ ਜਿਹੜੇ ਇਹਨਾਂ ਦੀ ਪੇਰੈਂਟ ਬੋਡੀ ਆ ਰਿਹਾ ਹੈ ਜੀ ਉਸ ਦੀ ਜਿਹੜੀ ਥਾਟ ਹੈਗੀ ਆ that is based on the thought of Pakistan of Muslim ਜਿਹੜਾ ਉਹਨਾਂ ਦਾ ਹੀਰੋ ਸੀ and the thought of Nazism ਜਿਹੜੀ ਹਿਟਲਰ ਦੀ ਸੋਚ ਸੀ ਉਹ ਇਹਨਾਂ ਦਾ ਉਹਨੂੰ ਆਪਣਾ ਰੈਬਰ ਮੰਨ ਮੱਥੂ ਰਾਮ ਗੋਡਸੇ ਨੇ ਆਪਣਾ ਹੀਰੋ ਮੰਨ ਜਿਹਨੇ ਇਹਨਾਂ ਦਾ ਫਾਦਰ ਆਫ ਦਾ ਨੇਸ਼ਨ ਜਿਹਨੂੰ ਇੰਡੀਆ ਮੰਨਦਾ ਜਿਹਨੇ ਉਹਦਾ ਕਤਲ ਕੀਤਾ ਜੀ ਮੱਥੂ ਰਾਮ ਗੋਡਸੇ ਦਾ ਚਲੋ ਫਾਂਸੀ ਹੋ ਗਈ ਉਹਨੇ ਲੈ ਜਿਹੜੇ ਉਹਦੇ ਐਸੋਸੀਏਟ ਸੀਗੇ ਉਸ ਕ੍ਰਾਈਮ ਦੇ ਵਿੱਚ ਉਹਨਾਂ ਨੂੰ ਤਾਂ ਭਾਰਤ ਦਾ ਜਿਹੜੀ ਸਰਕਾਰ ਆ ਉਹ ਉਹਨਾਂ ਦੀ ਸਜ਼ਾ ਮੁਕੰਮਲ ਹੋਣ ਤੋਂ ਪਹਿਲੇ ਵੀ ਰਿਹਾ ਕਰ ਸਕਦੀ ਆ ਅਰਲੀ 60 ਪਰ ਜਿਹੜੇ ਇੱਥੇ ਸਿੱਖ ਜਿਹੜੇ ਪੋਲੀਟੀਕਲ ਸਟਰਗਲ ਦੇ ਨਾਲ ਕੁਝ ਜੁੜੇ ਹੋਏ ਨੇ ਉਹਨਾਂ ਨੂੰ ਦਹਾਕਿਆਂ ਬੱਤੀ ਹੋ ਗਏ ਜਿਨ੍ਹਾਂ ਚ ਬੱਚੇ ਹੋਏ ਨੇ ਉਹਨਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਹਨ ਪਰ ਉੱਥੇ ਇਹਨਾਂ ਦੀ ਦੋਗਲਾਪਨ ਇਸ ਕਰਕੇ ਇੱਥੇ cognitive crisis ਆ ਇੰਡੀਅਨ ਪॉइंट ਜਿਹੜਾ ਕਿ ਜ਼ਿਆਦਾ ਅਜਾਗਰ ਹੋਇਆ ਇਸ ਦਾ ਕਮਿੰਗ ਟੂ ਪਾਵਰ ਆਫ ਭਾਰਤੀ ਜਨਤਾ ਪਾਰਟੀ ਜੀ ਸੋ ਗਿੱਲ ਸਾਹਿਬ ਕਰਕੇ ਤੁਹਾਡੀ ਸਾਰੀ ਗੱਲਬਾਤ ਤੋਂ ਇਹਨੂੰ ਆਪਾਂ ਇਹ ਤਾਂ ਸਮਝਦੇ ਹਾਂ ਕਿ ਇਹ ਜਿਹੜਾ ਫਾਸ਼ਿਸਟ ਉਹਨਾਂ ਦਾ ਏਜੰਡਾ ਹੈ ਉਸੇ ਤਰ੍ਹਾਂ ਪ੍ਰਮੋਟ ਹੋ ਰਿਹਾ ਪਰ ਇਹਨੂੰ ਜਦੋਂ ਆਪਾਂ ਮੰਨਦੇ ਹਾਂ ਕਿ ਕੇਂਦਰ ਦੀ ਜਿਹੜੀ ਸਰਕਾਰ ਹੈ ਉਹਦੇ ਕੋਲੇ 2 4 5 ਵੱਡੇ ਕੰਮ ਹੁੰਦੇ ਉਸ ਤੋਂ ਬਿਨਾਂ ਉਹਨੇ ਕੁਝ ਬਹੁਤਾ ਇੰਟਰਫੀਅਰ ਨਹੀਂ ਕਰਨਾ ਹੁੰਦਾ ਛੋਟੇ ਮਸਲਿਆਂ 'ਚ ਜਿਨ੍ਹਾਂ ਦੇ ਵਿੱਚੋਂ ਸੈਨਾ ਸੁਰੱਖਿਆ ਰੇਲਵੇ ਆਪਾਂ ਮੰਨਦੇ ਹਾਂ ਕਿ ਹਵਾਈ ਜਹਾਜ਼ ਇਹ ਸਾਰਾ ਕੁਝ ਵੀ ਉਹਨਾਂ ਤੋਂ ਕੰਟਰੋਲ ਨਹੀਂ ਹੋ ਰਿਹਾ ਇਹ ਸਾਰਾ ਕੁਝ ਵੀ ਇੱਕ ਤਰ੍ਹਾਂ ਪ੍ਰਾਈਵੇਟ ਹੱਥਾਂ ਦੇ ਵਿੱਚ ਜਾ ਰਿਹਾ ਸੋ ਮੈਨੂੰ ਇਹ ਲੱਗਦਾ ਕਿ ਬਾਕੀ ਸਾਰਾ ਕੁਝ ਤਾਂ ਲਗਭਗ ਪ੍ਰਾਈਵੇਟਾਈਜੇਸ਼ਨ ਦੀ ਭੇਂਟ ਚੜ੍ਹ ਚੁੱਕਿਆ ਸੀ ਇਹ ਜਿਹੜੇ ਵੱਡੇ ਅਦਾਰੇ ਨੇ ਜਾਂ ਜਿਹੜੇ ਸੰਸਥਾਨ ਨੇ
ਇਹਨੂੰ ਆਪਾਂ ਕੰਪਲੀਟ ਮੰਨ ਲਿਆ ਜਾਵੇ ਕਿ ਭਾਰਤ ਪੂਰੀ ਤਰ੍ਹਾਂ ਹੁਣ ਨਿੱਜੀਕਰਨ ਦੀ ਗ੍ਰਿਫਤ ਦੇ ਵਿੱਚ ਆ ਚੁੱਕਿਆ? ਜਿਹੜਾ ਦੁਨੀਆ ਦਾ ਨਾ ਬੜਾ ਨਾਮੀ ਮੈਗਜ਼ੀਨ ਹੈ ਇਕਨੋਮਿਕ, ਬੜਾ ਪੁਰਾਣਾ ਇਤਿਹਾਸ ਹੈ ਮੈਗਜ਼ੀਨ ਦਾ, ਸਾਡੇ ਕੋਲ ਮੋਰ ਦੈਨ 150 ਪਲੱਸ ਈਅਰਸ ਓਲਡ ਹੈਗਾ ਜੀ। ਇਹਨਾਂ ਨੇ ਕੋਟ ਕੀਤਾ ਸੀਗਾ ਰੌਬਰਟ ਰੌਥਬਰਗ, ਇੱਕ ਬੜਾ ਨਾਮੀ ਬੰਦਾ ਹੋਇਆ ਜਿਹੜਾ ਹੈਗਾ ਮਤਲਬ ਇਸ ਟਾਈਮ ਤੇ ਗਿਫਟ ਕਰਦਾ ਹੈ ਜੀ। ਉਹਨੇ ਕਿਹਾ ਸੀ when the states fail, they offer unparalleled economic opportunities, but only for a few, privileged few. ਜੀ। ਜਿਹੜੇ ਕਿ ਉਹਨੇ ਕਿਹਾ ਕਿ ਜਦੋਂ ਸਟੇਟ ਫੇਲ ਹੋਣ ਲੱਗ ਜਾਣ, ਜਿਵੇਂ ਇੰਡੀਆ ਦਾ ਇਕਨੋਮਿਕ ਸਟਰਕਚਰ ਕੋਲੈਪਸ ਕਰ ਰਿਹਾ, ਸਟਰਕਚਰ ਜਿਹੜਾ ਹੈਗਾ ਉਹ ਸੈਂਟਰਲਾਈਜ਼ ਹੋ ਰਿਹਾ, ਡਿਕਟੇਟਰਸ਼ਿਪ ਦੀਆਂ ਜਿਹੜੀ ਵੀ ਕੋਈ ਪੋਲੀਟੀਕਲ ਪਾਰਟੀ ਹੈ, ਕੌਮੀ ਹੈ, ਭਾਰਤੀ ਜਨਤਾ ਪਾਰਟੀ ਹੈ, ਚਾਹੇ ਜਿਹੜੀ ਨਵੀਂ ਮਾਰਚ ਕਰ ਰਹੀ ਹੈ ਆਮ ਆਦਮੀ ਪਾਰਟੀ, ਇਸ ਤੋਂ ਪਹਿਲੇ ਕਾਂਗਰਸ ਪਾਰਟੀ, ਇਸ ਪਾਰਟੀ ਲੜਕਾ ਡੈਮੋਕ੍ਰੇਸੀ ਦੀ ਵਿਗਿਆਨ ਜੀ, ਡੈਮੋਕ੍ਰੇਸੀ ਦਾ ਸੰਧੂਰਾ ਹੋ ਸਕਦੇ, ਪਰ ਇੰਟਰਨਲੀ they are run in a dictatorial manner. ਇਹਨਾਂ ਵਿੱਚ ਆਟੋਕ੍ਰੈਟਸ ਨੇ, ਚਾਹੇ ਉਹ ਕੇਜਰੀਵਾਲ ਆ, ਚਾਹੇ ਨਰਿੰਦਰ ਮੋਦੀ ਆ, ਚਾਹੇ ਗਾਂਧੀ ਨੇ, ਚਾਹੇ ਬਾਦਲ ਪੰਜਾਬ। ਇਸ ਮਤਲਬ ਕਿ ਆਟੋਕ੍ਰੈਟਿਕ ਥਾਟ ਆ, ਉਹਦੇ ਬਾਰੇ ਜਦੋਂ ਚਰਚਾ ਹੁੰਦੀ ਹੈ ਉਹ ਕਹਿੰਦੇ ਵੀ ਜਿਹੜੀਆਂ ਫੇਲ ਇੱਦਾਂ ਦੀਆਂ ਪਾਲਿਸੀ ਕੀਤੀਆਂ ਨੇ, ਇਸ ਤਰ੍ਹਾਂ ਦੇ ਅਨਪੈਰਲਡ ਓਪਰਚੁਨਿਟੀ ਹੁੰਦੀਆਂ ਨੇ, ਜਿਹੜੇ ਕਿ ਕੁਛ ਪ੍ਰਿਵਿਲੇਜ ਹੁੰਦੇ ਨੇ ਲੋਕ। ਪ੍ਰਿਵਿਲੇਜ ਕੌਣ ਹੁੰਦੇ ਨੇ? ਜਿਹੜੇ ਗਵਰਨਮੈਂਟ ਦੇ ਨੇੜੇ ਨੇ, ਰੂਲਿੰਗ ਐਲੀਟ ਦੇ ਨੇ ਜੀ। 2016 ਤੋਂ ਲੈ ਕੇ ਅਕੋਰਡਿੰਗ ਟੂ ਇਕਨੋਮਿਕ 2020 ਤੱਕ, ਜਦੋਂ ਕੋਵਿਡ ਐਰਾ ਉਹਦੇ ਵਿੱਚ ਵੀ ਆਇਆ, ਦੋ ਜਿਹੜੇ ਗੁਜਰਾਤ ਦੇ ਇੰਡਸਟਰੀਅਲਿਸਟ ਨੇ, ਮਤਲਬ ਕਿ ਵੱਡੇ ਮੁਕੇਸ਼ ਅੰਬਾਨੀ ਤੇ ਗੌਤਮ ਅਡਾਨੀ ਜੀ, ਉਹਨਾਂ ਦੀ ਜਿਹੜੀ ਨੈਟਵਰਕ ਹੈਗੀ ਆ, ਮੁਕੇਸ਼ ਅੰਬਾਨੀ ਦੀ 350% ਪਲੱਸ ਵਧੀ ਹੈ, ਗੌਤਮ ਅਡਾਨੀ ਜਿਹਨੇ ਕਿ ਹੁਣ ਮੁਕੇਸ਼ ਅੰਬਾਨੀ ਨੂੰ ਵੀ ਓਵਰਟੇਕ ਕਰ ਲਿਆ, ਉਹਦੀ 750% ਨੈਟਵਰਕ ਜੀ। ਜਦ ਕਿ ਜਿਹੜੀ ਪਾਪੂਲੇਸ਼ਨ ਆਮ ਪਾਪੂਲੇਸ਼ਨ ਹੈ ਉਹਨਾਂ ਵਿੱਚ ਜਿਹੜਾ ਹੈਗਾ ਹੰਗਰ ਇੰਡੈਕਸ ਵਧਿਆ 94 ਰੈਂਕ ਤੋਂ ਘੱਟ ਕੇ 101 ਰੈਂਕ ਤੇ ਚਲਾ ਗਿਆ ਵੱਧ। ਉਹਨਾਂ ਵਿੱਚ ਜਿਹੜਾ ਸੀਗਾ GDP ਵਧੀ ਹੈ, ਅਨਇੰਪਲੋਇਮੈਂਟ ਨੰਬਰ ਇਨਕਰੀਜ਼ ਹੋਇਆ ਹੈਗਾ। ਜਿਹੜੇ ਕਿ ਪਹਿਲੇ 150 ਰੁਪਇਆ ਰੋਜ਼ਮਾਰਾ ਦਾ ਕਮਾਉਂਦੇ ਸੀ, ਪਹਿਲੇ ਇਹ ਨੰਬਰ ਸੀਗਾ 60 ਮਿਲੀਅਨ। In these 8 years, it has risen to 134 million, ਜਿਹੜੇ ਕਿ 150 ਰੁਪਇਆ ਪ੍ਰਤੀ ਦਿਨ ਦੀ ਕੋਈ ਕਮਾਉਂਦੇ ਜੀ, ਤੇ ਜਿਹੜੇ ਮਿਨੀਮਮ 2 ਵਕਤ ਦੀ ਰੋਟੀ ਨਹੀਂ ਖਾ ਸਕਦੇ। ਉੱਥੇ ਅਗਨਵੀਰ ਦੀ ਜਿਹੜੀ ਕਿਉਂ ਲਾਲਸਾ ਉੱਠੀ ਹੈ, ਇਸ ਲਈ ਉੱਠੀ ਕਿ ਲੋਕਾਂ ਨੂੰ ਸੀਗਾ ਵੀ ਚਲੋ ਆਪਾਂ ਮਿਹਨਤ ਮਜ਼ਦੂਰੀ ਕਰਕੇ ਇੰਨੇ ਕੁ ਕਾਬਲ ਹੋ ਜਾਈਏ ਕਿ ਅਸੀਂ ਫੌਜ ਦੇ ਵਿੱਚ ਭਰਤੀ ਜੀ। ਇਹਨਾਂ ਨੇ ਉਹਨਾਂ ਦਾ ਉਹ ਸੁਪਨਾ ਵੀ ਖੋਹ ਲਿਆ ਜੀ, ਕਿਉਂਕਿ ਇਕਨੋਮਿਕ ਐਕਟ ਇਹਨਾਂ ਤੋਂ ਠੀਕ ਨਹੀਂ ਹੋਈ। ਇਹਨਾਂ ਦੇ ਚੀਫ ਇਕਨੋਮਿਕ ਐਡਵਾਈਜ਼ਰ, ਈਵਨ ਇਹਨਾਂ ਦੇ ਜਿਹੜੇ ਰਿਜ਼ਰਵ ਬੈਂਕ ਦਾ ਜਿਹੜਾ ਰਹਿ ਚੁੱਕਿਆ ਚੇਅਰਮੈਨ ਆ ਰਾਜਨ, ਉਹਨੇ ਵੀ ਤੇ ਹੋਰ ਨਾਮੀ ਜਿਹੜੇ ਇਕਨੋਮਿਸਟ ਆ, ਉਹਨਾਂ ਨੇ ਬਾਰ-ਬਾਰ ਕੁਐਸਚਨ ਉਠਾਏ ਨੇ। ਹੁਣ ਬਹੁਤਾ ਕੋਈ ਡਰ ਕੇ ਬੋਲਦਾ ਜੀ, ਕਿਉਂਕਿ ਜਿਹੜੀ ਵਿਸ਼ੇਸ਼ਨੈਸ ਆ ਸਟੇਟ ਦੀ, ਉਹਦੇ ਨਾਲ ਇੱਕ ਡਰ ਦਾ ਫੇਰ ਸਾਈਕੋਸਿਸ ਕ੍ਰੀਏਟ ਹੋ ਗਿਆ, ਜਿਹਦੇ ਨਾਲ ਜਿਹੜੀ ਥਾਟ ਪ੍ਰੋਸੈਸ ਹੈਗੀ ਹੈ ਉਹ ਫਰੀਜ਼ ਹੋ ਗਿਆ ਜੀ। ਜਿਹਦੇ ਬਾਰੇ ਮੈਂ ਕਹਿ ਰਿਹਾ ਕੋਗਨੀਟਿਵ ਪ੍ਰਾਉਸਿਸ ਬਾਰੇ। ਇਹ ਜਿਹੜੀਆਂ ਸ਼ਾਰਟ ਟਰਮ ਪਾਲਿਸੀਜ਼ ਨੇ, they won't lead to a prosperous India, but a very disturbed India in coming years ਜੀ। ਭਾਵੇਂ ਇਹ ਹਿੰਦੂ ਰਾਸ਼ਟਰ ਦਾ ਫੈਜ਼ ਲੈਣਗੇ, ਪਰ ਹਿੰਦੂ ਰਾਸ਼ਟਰ ਜਿਹੜਾ ਹੋਊਗਾ ਉਹ ਇੱਕ ਮੁਰਦਾ ਭਾਰਤ ਦੀ ਦੇਖ ਜੀ। ਜਿਵੇਂ ਬਲਡੋਜ਼ਰ ਯੂਪੀ ਦੇ ਚੀਫ ਮਿਨਿਸਟਰ ਜਦੋਂ ਆਪਣੀ ਰੈਲੀ ਜਾਂਦੇ ਸੀ ਤਾਂ ਐਜ਼ ਏ ਸਿੰਬਲ ਆਪਣੀ ਜਿਹੜੀ ਮਤਲਬ ਕਿ ਆਪਣੀ ਬਰਬਾਦੋ ਦਾ ਨਾਲ ਬਲਡੋਜ਼ਰ ਖੜਾ ਕਰ। ਬਿਲਕੁਲ। ਯੂ ਟੈਲ ਮੀ ਐਨੀਵੇਅਰ ਇਨ ਦ ਵਰਲਡ ਕਿ ਥੀਸ ਕਾਈਂਡ ਆਫ ਪ੍ਰੈਜ਼ੈਂਸੀ ਐਵਰ ਐਗਜ਼ਿਸਟ। ਹਾਂ, ਹੰਗਰੀ ਤਾਂ ਆਪਾਂ ਕਹਿ ਸਕਦੇ ਹਾਂ
उदा का राज चलिया जा रहा है, पोलैंड चलिया जा रहा है, पर नोवेयर दे विच एक बुलडोजर सीगा जी। हाँ वाल्टर पुटिन कह सकते हैं, चाइना का डिक्टेटोरियल एटीट्यूड इन हांगकांग बारे आप कह सकते हैं, ताइवान बारे कह सकते हैं, इंडिया का चुप आ जी। जिथे इन्होंने 56 इंच की छाती दिखानी आ उत्थे एक्सटेंड कर जाते हैं यूनाइटेड नेशंस दी जो सिक्योरिटी काउंसिल दी मीटिंग जी। कोई ह्यूमन राइट्स का क्वेश्चन उठता दुनिया श्रीलंका में वॉर क्राइम्स फेस कर रहा है, सिक्स दी जी कॉग्निटिव क्राइसिस की बहुत मंग रहे हैं, इससे करके वो अपना 1984 का देहांत के क्राइम्स अगेंस्ट ह्यूमैनिटी का उन्होंने यह श्रीलंका में कामना के केस सानू अगे दुनिया के संदर्भ में लैके नहीं जा जी। श्रीलंका भी जे कोलैप्स किया तो उन्होंने इंटरनल डिविजन्स करके उन्होंने बैड पॉलिसी डिक्टेटोरियल एटीट्यूड ऑफ द ब्रदर्स राजपक्सा दिया ਉਹਦੇ ਕਰਕੇ ਫਲੈਟ ਕੀਤਾ। ਇੰਡੀਆ ਇਜ਼ ਨਾਟ ਦੈਟ ਫਾਰ ਬਿਹਾਈਂਡ ਜੀ। ਗਿੱਲ ਸਾਹਿਬ ਆਪਣੀ ਗੱਲ ਮੈਂ ਪਹਿਲਾਂ ਵੀ ਅੰਤ ਦੇ ਵਿੱਚ ਖਤਮ ਕਰਨ ਲੱਗੇ ਕਿਹਾ ਸੀ ਕਿ ਬੜੇ ਇੰਟਰਸਟਿੰਗ ਮੋੜ ਤੇ ਹੈ, ਮੈਨੂੰ ਇਸ ਚੀਜ਼ ਦੇ ਲਈ ਟਰਮ ਸਮਝ ਨਹੀਂ ਆ ਰਹੀ ਕਿ ਡੈਮੋਕ੍ਰੇਸੀ ਦੇ ਵਿੱਚ ਬੈਠੇ ਹੋਏ ਬੰਦਾ ਡਿਕਟੇਟਰਸ਼ਿਪ ਕਰ ਰਿਹਾ ਹੋਵੇ ਜਾਂ ਕੋਈ ਪਾਰਟੀ ਡਿਕਟੇਟਿੰਗ ਟਰਮਸ ਦੇ ਉੱਪਰ ਪੂਰੇ ਮੁਲਕ ਨੂੰ ਚਲਾ ਰਹੀ ਹੋਵੇ ਤਾਂ ਉਹਦੇ ਲਈ ਕਿਹੜੀ ਟਰਮ ਹੋਊਗੀ। ਸੋ ਇਹ ਸਾਰੇ ਦੇ ਦਰਮਿਆਨ ਆਪਾਂ ਜਿਹੜੇ ਮਸਲੇ ਤੇ ਅਗਨੀਪਥ ਸਕੀਮ ਦੇ ਮਸਲੇ ਤੇ ਗੱਲਬਾਤ ਕਰ ਰਹੇ ਹਾਂ, ਇਹਦੇ ਵਿੱਚ ਜਿਹੜਾ ਯੂਥ ਹੈ ਉਹ ਟ੍ਰੇਨਾਂ ਸਾੜ ਰਿਹਾ ਹੈ, ਬੜੇ ਵਾਇਓਲੈਂਟ ਢੰਗ ਨਾਲ ਆਪਣਾ ਪ੍ਰਦਰਸ਼ਨ ਕਰ ਰਿਹਾ, ਪਰ ਦੂਜੇ ਪਾਸੇ ਬੀਜੇਪੀ ਦੇ ਕੋਲੇ IT ਸੈੱਲ ਹੈ, ਪੂਰਾ ਮੀਡੀਆ ਦਾ ਕੰਟਰੋਲ ਹੈ। ਤਾਂ ਐਸਾ ਕਿਹੜਾ ਢੰਗ ਹੋਵੇ ਕਿ ਨੌਜਵਾਨ ਨੇ ਜਿਹੜੇ ਜੇ ਉਹ ਵਿਰੋਧ ਕਰ ਰਹੇ ਨੇ, ਕੀ ਇਹ ਕੋਈ ਪੋਸੀਬਿਲਿਟੀ ਹੈ ਕਿ ਉਹ ਆਪਣਾ ਵਿਰੋਧ ਉਹਨਾਂ ਦੇ ਕੰਨਾਂ ਤੇ ਉਹਦੇ ਨਾਲ ਕੋਈ ਜੂੰ ਸਰਕ ਜਾਵੇ ਬੀਜੇਪੀ ਦੇ ਕੰਨਾਂ ਤੇ, ਜਾਂ ਕੁਛ ਨਾ ਕੁਛ ਪੋਸੀਬਿਲਿਟੀ ਹੈ ਕਿ ਕੋਈ ਫੈਸਲਾ ਚੇਂਜ ਹੋ ਸਕਦਾ ਹੈ ਜਾਂ ਕੋਈ ਤਬਦੀਲੀ ਆ ਸਕਦੀ ਹੈ? ਤੁਹਾਨੂੰ ਕੀ ਲੱਗਦਾ ਇਹਦੇ ਬਾਰੇ? फिलहाल है ना सुना कि नोटिफिकेशन जारी करती है इंडियन गवर्नमेंट जी, उन्होंने हाईएस्ट डिसीजन लेकर है जो नरेंद्र मोदी अजीत डोवाल जी जो कि नेशनल सिक्योरिटी काउंसिल उन्हें बड़ा स्ट्रॉन्गली कल बैकअप किया है इंडियन गवर्नमेंट कि जी ये स्कीम आ गई इट विल फॉलो इट विल क्योंकि इन्होंने को चॉइस नहीं है जी, यूथ को भी चर्चे करेंगे भावें इन्होंने 46,000 की सजे अग्निवीर भर्ती करने वो भी जून 2023 तक जाके ये प्रक्रिया पूरी जी, अभी तो अभी शुरुआत हो सारे मुकम्मल जाके जून 2023 जी। वो नो डाउट कि लोगों ने ये प्रगटावा किया है कि कैसे कैसे हादसे हम सहते रहे जी, फिर भी हम जीते रहे, मुस्कुराते रहे जी। इस बात लोग फिर भी अपने 2 डंग की रोटी के नाल ही गुजारा करते हुण उन्होंने लगता है शायद चलो 4 साल की 2 की 4 रोटी खा इस करके उस चीज का जोड़ा है वक्ती तौर पर बदलो हजे होर उठूगा जी, हजे उन्हें नाम बनते होर करनी चाहणगे ते होगी जी, पर की अगे नरेंद्र मोदी गवर्नमेंट फॉर्म के जो लॉ के फार्मिंग बारे आए उन्होंने वांगू ये झुकूगी कि नहीं कि ये भी वो जी स्पिरिट सी किसान मोर्चा कि ये आऊगी कि नहीं, क्योंकि पंजाब का जो यूथ आ वो हम अग्निवीर नहीं बनना चाहता, क्योंकि इंडियन आर्मी के अज भी 90,000 प्लस सिख ने पंजाब जी जरा कि नंबर तक कितने ज्यादा होता हूँ उन्होंने जो लालसा जी हो रही आईएस वो कहते कि मुद्दतें बिगड़ी है इतनी रंजो गम फैसले जी, शर्म भी आती है हम पंजाब से रहें बहुत हो गया जी। हुण वो वैस्टर्न वर्ल्ड वाल में जाना अपना फ्यूचर बेहतर समझते हैं रैदर दैन लिविंग इन पंजाब। उन्होंने शर्म भी आने लगी पंजाब से, इस करके इसका कोई खास विद्रोह पंजाब से उठा नहीं है। जो लुधियाने रेलवे स्टेशन भरना जिससे मैं रहना जी, वो मेरा ख्याल एक ऑर्गेनाइज वे ना क्रिएटेड वायलेंस तो यूथ का परछावा
ਜੀ ਯੂਥ ਦਾ ਪ੍ਰਗਟਾਵਾ ਹੋਇਆ ਸੰਗਰੂਰ, ਜਦੋਂ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਸਟੂਡੈਂਟ ਵਿਦਿਆਰਥੀਆਂ ਨੇ ਆਪਣਾ ਰੋਸ ਦਿਖਾਇਆ ਹੈਗਾ ਭਾਰਤੀ ਜਨਤਾ ਪਾਰਟੀ ਦਾ, ਜਦੋਂ ਆਫਿਸ ਤੇ ਰੱਖਿਆ ਜੀ। ਉਹਨਾਂ ਨੇ ਜਿੱਥੇ ਪੁਲਿਸ ਨੇ ਰੱਖਿਆ ਉੱਥੇ ਬਹਿ ਗਏ, ਉਹਨਾਂ ਨੇ ਇੱਕ ਆਪਣਾ ਰੋਸ ਜ਼ਾਹਰ ਕੀਤਾ। ਰੋਸ ਜ਼ਾਹਰ ਕਰਨਾ ਤੇ ਉਹਦਾ ਪ੍ਰਗਟਾਵਾ ਕਰਨਾ ਇਹਨਾਂ ਲਾ ਕੇ ਇਹਦੇ ਬਹੁਤ ਫਰਕ ਹੈ ਜੀ। ਇਸ ਕਰਕੇ ਇਹਦਾ ਜਿਹੜਾ ਇੰਪੈਕਟ ਆ ਲੌਂਗ ਲਾਸਟਿੰਗ ਨਹੀਂ, ਕਿਉਂਕਿ ਰੋਟੀ ਦਾ ਸਵਾਲ ਆ, ਆਪਣੀ ਵੈਲਬੀਇੰਗ ਦਾ ਸਵਾਲ ਆ, ਇੱਕ ਬਲਡੋਜ਼ਰ ਪੋਲਿਟਿਕਸ ਦਾ ਸਾਹਮਣਾ ਕਰਨ ਦਾ ਸਵਾਲ ਆ, ਇੱਥੇ ਤੁਹਾਡੀ ਪਰਸਨਲ ਲਿਬਰਟੀ ਦਾ ਸਵਾਲ ਆ, ਇੱਥੇ ਤੁਹਾਡੀ ਸਿਵਲ ਜਿਹੜੀ ਸੋਸਾਇਟੀ ਆ ਉਹਦੀ ਕੰਬਲਿੰਗ ਦਾ ਸਵਾਲ ਆ ਜੀ। ਇਸ਼ੂਜ਼ ਵੱਡੇ ਨੇ, ਲੋਕਾਂ ਦੀ ਜਿਹੜੀ ਸੋਚ ਆ ਉਸ ਤੱਕ ਡਿਵੈਲਪ, ਜਿਹੜਾ ਇੰਡੀਅਨ ਦਾ ਯੂਨੀਵਰਸਿਟੀ ਸਟਰਕਚਰ ਆ, ਐਜੂਕੇਸ਼ਨ ਦਾ ਵਿਦਿਅਕ ਅਦਾਰੇ ਦਾ ਮਿਆਰ ਆ, ਉਹ ਲਗਾਤਾਰ ਦੁਨੀਆ ਦੇ ਵਿੱਚ ਘਟ ਰਿਹਾ ਜੀ ਐਜ਼ ਕੰਪੇਅਰ ਟੂ ਅਦਰ ਯੂਨੀਵਰਸਿਟੀ ਇਨ ਦਾ ਵਰਲਡ। ਈਵਨ ਪੰਜਾਬ ਯੂਨੀਵਰਸਿਟੀ ਦੀ ਗੱਲ ਕਰ ਲਈਏ, ਜਿਹੜੀ ਕਿ ਕਦੀ ਨਾਮੀ ਯੂਨੀਵਰਸਿਟੀ ਦੇ ਵਿੱਚ ਸਮਾਜ ਜੀ ਏਸ਼ੀਆ ਦੀ ਲੀਡਿੰਗ ਯੂਨੀਵਰਸਿਟੀ, ਅੱਜ ਦਾ ਜਿਹੜਾ ਮਿਆਰ ਹੈਗਾ ਉਹ ਘਟ ਕੇ 1200 ਤੇ 1400 ਦੀ ਰੈਂਕਿੰਗ ਆ ਗਿਆ, ਜਿੱਥੇ ਕਦੀ 600 700 ਸੀ ਵਰਲਡ ਵਾਈਡ ਜੀ। ਕਿਉਂਕਿ ਇੱਥੇ ਵਿਦਿਅਕ ਅਦਾਰੇ ਜਿਵੇਂ ਮੈਂ ਦੱਸਿਆ ਕਿ ਜੇ ਸੈਂਟਰਲ ਗਵਰਨਮੈਂਟ ਵਿੱਚ 1 ਮਿਲੀਅਨ ਵੈਕੈਂਸੀ ਪਈਆਂ ਨੇ ਲੰਮੇ ਸਮੇਂ ਤੋਂ, ਤਾਂ ਵੈਕੈਂਸੀ ਜਿੱਦਾਂ ਕਿ ਪੰਜਾਬ ਦੇ ਸਕੂਲਸ ਦੇ ਵਿੱਚ ਵੀ ਇੱਕੋ ਡਿਸਟ੍ਰਿਕਟ ਦੇ ਮੋਗਾ ਲੈ ਲਈਏ ਆਪਾਂ, ਤਾਂ 53% ਦੀਆਂ ਵੈਕੈਂਸੀ ਦੀਆਂ ਲੈਕਚਰਾਰ ਦੀਆਂ, ਪ੍ਰਿੰਸੀਪਲ ਦੀਆਂ ਉਹ ਖਾਲੀ ਪਈਆਂ। ਜੇ ਭਗਵੰਤ ਮਾਨ ਦਾ ਜ਼ਿਲ੍ਹਾ ਲੈ ਲਈਏ ਸੰਗਰੂਰ, ਉੱਥੇ 147 ਪਲੱਸ ਦੀਆਂ ਡਾਕਟਰ ਦੀਆਂ ਵੈਕੈਂਸੀ ਖਾਲੀ ਪਈਆਂ। ਇੱਥੇ ਸਾਨੂੰ ਮੁਹੱਲਾ ਕਲੀਨਿਕ ਨਹੀਂ ਚਾਹੀਦੇ, ਕਿਉਂਕਿ ਇੰਡੀਆ ਇੱਕ ਸੁਪਨਿਆਂ ਦਾ ਬਾਜ਼ਾਰ ਆ ਜੀ। ਇੱਥੇ ਸੁਪਨੇ ਦਿਖਾਏ ਜਾਂਦੇ ਆ, ਉਹ ਸਿਰਜੇ ਕਦੀ ਨਹੀਂ ਜਾਂਦੇ। ਇੱਥੇ ਬੁਲੇਟ ਟ੍ਰੇਨ ਚਲਾਉਣ ਦੀਆਂ ਗੱਲਾਂ ਤਾਂ ਕੀਤੀਆਂ ਜਾਂਦੀਆਂ ਨੇ, ਪਰ ਇਹ ਨਹੀਂ ਦੇਖਦੇ ਕਿ ਥੱਲੇ ਟਰੈਕ ਹੈਗੇ ਤਾਂ ਜੀ। ਇਹ ਜਿਹੜੀ ਸੁਪਨਿਆਂ ਦੀ ਦੁਕਾਨਦਾਰੀ ਆ ਨਾ, ਇਹ ਜਿਹੜਾ ਫ੍ਰੀ ਪੀਸ ਕਲਚਰ ਆ, ਖਰਾਬਾ ਬੰਨਣ ਦਾ ਕਲਚਰ ਇੰਡੀਅਨ ਪੋਲਿਟਿਕਸ ਦੇ ਵਿੱਚ ਭਾਰੂ ਹੋ ਚੁੱਕਿਆ। ਉਹ 1970 ਤੱਕ ਤਾਂ ਇੰਡੀਆ ਦੀ ਡੈਮੋਕ੍ਰੇਸੀ ਨਰੋਈਆਂ ਲੀਹਾਂ ਤੇ ਚੱਲਦੀ ਰਹੀ। ਈਵਨ ਮੈਂ ਕਹਿ ਸਕਦਾ ਕਿ ਵਾਜਪਾਈ ਦਾ ਵੀ ਨਹਿਰੂ ਤੋਂ ਬਾਅਦ ਜਿਹੜਾ ਐਰਾ ਸੀਗਾ, ਦੋਆ ਡਾਕਟਰ ਮੋਹਨ ਦਾ ਐਰਾ ਹੈ, ਹੁਣ ਨਰਿੰਦਰ ਮੋਦੀ ਦਾ ਐਰਾ। ਵਾਜਪਾਈ ਉਹਨਾਂ ਦੇ ਐਰੇ ਜਿਹੜੇ ਲੋਕੀ ਬਹਿ ਕੇ ਕੁਛ ਚੀਜ਼ ਸੁਣ ਲੈਂਦੇ ਸੀ ਕਿ ਲੋਕ ਸਭਾ ਜਾਂ ਪਾਰਲੀਮੈਂਟ ਵਿੱਚ ਕੋਈ ਡਿਸਕਸ਼ਨ ਹੋ ਰਹੀ ਜੀ। ਹੁਣ ਕੀ ਹੁੰਦਾ ਹੈਗਾ ਕਿ ਜਿਹੜੇ ਇਲੈਕਟਿਡ ਰੈਪਰੈਜ਼ੈਂਟੇਟਿਵ ਆ, ਜਿਵੇਂ ਪ੍ਰਕਾਸ਼ ਬਾਜਵਾ ਪੰਜਾਬ ਦਾ ਜਾਣਾ ਆਪਣੇ ਆਪ ਨੂੰ ਕਹਿੰਦਾ ਪੋਲਿਟਿਕਸ, ਉਹ ਟੀਚਰ ਦੇ ਸਾਹਮਣੇ ਖੜ ਕੇ ਗਵਰਨਮੈਂਟ ਦੇ ਕਾਗਜ਼ ਪਾੜ ਕੇ ਉਹਦੇ ਮੂੰਹ ਤੇ ਸੁੱਟ ਰਿਹਾ ਕਿ ਇਸ ਇੰਡੀਅਨ ਪਾਰਲੀਮੈਂਟ ਤੇ ਹੋਇਆ ਕਦੀ ਜੀ। ਮਤਲਬ ਕਿ ਜਿੱਥੇ ਡਿਬੇਟ ਹੋਣੀ ਹੈ, ਜਿੱਥੇ ਇਸ਼ੂਜ਼ ਵਿਚਾਰੇ ਜਾਣੇ ਚਾਹੀਦੇ, ਸਟੈਂਡਿੰਗ ਕਮੇਟੀ ਹੁੰਦੀਆਂ ਨੇ, ਉਹ ਸਾਈਡ ਲਾਈਨ ਹੋ ਚੁੱਕੀਆਂ ਨੇ। ਜੇ ਅਗਨਵੀਰ ਯੋਜਨਾ ਲੈ ਕੇ ਆਏ ਕਿ ਉਹ ਡਿਫੈਂਸ ਦੀ ਜਿਹੜੀ ਸਟੈਂਡਿੰਗ ਕਮੇਟੀ ਸੀ ਉਹਦੇ ਅੱਗੇ ਗਈ ਤਾਂ ਹੁਣ ਬਾਹਰ ਆ ਰਿਹਾ ਸਵਾਲ ਜੀ। ਇਨਵੈਸਟੀਗੇਟਿੰਗ ਜਿਹੜੀ ਪਾਵਰ ਹੁੰਦੀ ਹੈ ਮੀਡੀਆ ਦੀ ਜਰਨਲਿਜ਼ਮ, ਉਹ ਮਿਸਿੰਗ ਤਾਂ ਕਿ ਫੇਰ ਸੈਟ ਜੀ। ਸਾਨੂੰ ਇਹੀ ਨਹੀਂ ਪਤਾ ਲੱਗਦਾ ਜਿਹੜੇ ਇੱਥੇ ਭਾਰਤ ਦੇ ਪਿੰਡੇ ਨੇ ਕਿ ਜਿਹੜੇ ਇਹ ਡਿਸੀਜ਼ਨ ਲੈ ਰਹੇ ਨੇ ਇਹਦੇ ਮਗਰ ਸੋਚ ਕੀ ਜੀ, ਇਹਦੇ ਮਗਰ ਇਹਨਾਂ ਕੋਲ ਡਾਟਾ ਕੀ ਹੈ, ਕੀ ਫਿਗਰਸ ਨੇ ਜਿਹਦੇ ਨਾਲ ਇਹ ਚੀਜ਼ਾਂ ਨੂੰ ਸਪੋਰਟ ਕਰ ਜੀ। ਤਾਂ ਹੀ ਮੈਂ ਇਹ ਵਰਡ ਆਪਣੀ ਇੰਟਰਵਿਊ ਸ਼ੁਰੂ ਕੀਤਾ ਸੀ, ਕੋਆਰਡੀਨੇਟਿਡ ਕ੍ਰਿਟੀਕਲ ਐਨਾਲਿਸਿਸ ਆ ਗਿਆ ਇੰਡੀਅਨ ਥਾਟ ਪ੍ਰੋਸੈਸ ਜੀ, ਖਾਸ ਕਰਕੇ ਕ੍ਰਿਟੀਕਲ ਕਲਾਸ ਜੀ। ਜਿਵੇਂ ਚਾਹੇ ਇਹ ਅਰਬਨ ਕੇਜਰੀਵਾਲ ਜਿਹੜਾ ਆਪਣੇ ਆਪ ਨੂੰ ਨਵਾਂ ਉੱਭਰ ਦਾ ਸਤਾਰਾ, ਜਿਹਦੇ ਅੱਗੇ ਭਗਵੰਤ ਮਾਨ ਨੇ ਪੰਜਾਬ ਦੀ ਡਿਗਨਿਟੀ ਤੇ ਪ੍ਰਾਈਡ ਮਤਲਬ ਕਿ ਗਿਰਵੀ ਰੱਖੀ ਆ ਜੀ, ਉਹ ਵੀ ਇੱਕ ਸਟੇਟਰ ਆ ਦਾ ਵੇ ਹੀ ਇਜ਼ ਰਨਿੰਗ ਦਾ ਪਾਰਟੀ ਜੀ। ਜਿਨ੍ਹਾਂ ਦੇ ਨਾਲ ਰਲ ਕੇ ਉਹਨਾਂ ਨੇ ਸਵਰਾਜ ਦੀ ਨੀਂਹ ਰੱਖਣੀ ਚਾਹੀਦੀ ਇਸ ਪਾਰਟੀ ਦਾ, ਉਸ ਤੇ ਸਾਰੇ ਉਹ ਸਾਥੀ ਅੱਜ ਸਾਈਡਲਾਈਨ ਜੀ। ਉਹ ਕੁਐਸਚਨ ਉਠਾ ਰਹੇ ਆ ਕਿ ਵੀ ਹੈਵ ਮੇਡ ਏ ਬਲੰਡਰ, ਇਸ ਬੰਦੇ ਨੂੰ ਅਸੀਂ ਅੱਗੇ ਕਰਤਾ।
ਇਹ ਇੱਥੇ ਇਹਦਾ ਪਰਛਾਵਾਂ ਹੁਣ ਪੰਜਾਬ ਤੇ ਹੋਰ ਗਹਿਰਾ ਪੈ ਰਿਹਾ ਜੀ, ਕਿਉਂਕਿ ਹੁਣ ਜਿਵੇਂ ਖਬਰਾਂ ਫਰੋਲਦੇ ਨੇ ਵੀ ਫਲਾਨਾ ਇੱਥੇ ਵੀ ਘਪਲਾ, ਇੱਥੇ ਵੀ ਘਪਲਾ, ਉਹ ਘਪਲੇ ਪੈਸਿਆਂ ਦੇ ਘਪਲੇ ਨਹੀਂ, ਉਹਦੀ ਸੋਚ ਦੇ ਘਪਲੇ ਜੀ। ਤੇ ਲੋਕਾਂ ਨੇ, ਜੇ ਮੁਖਤੇ ਵਾਲੇ ਨੇ ਇਹ ਗਾਣਾ ਲਿਖਿਆ ਸੀ ਇਲੈਕਸ਼ਨ ਤੋਂ ਬਾਅਦ ਕਰਕੇ, ਵੀ ਇੱਥੇ ਲੋਕਾਂ ਨੂੰ ਇਹ ਪਛਾਣਨਾ ਪਊ ਵੀ ਸਾਡੇ ਚ ਗਦਾਰ ਕੌਣ ਆ। ਜੀ, ਗਦਾਰ ਇਹ ਨਹੀਂ ਕਿ ਕੋਈ ਦੇਸ਼ ਤੋਂ ਹੀ ਆ, ਤੇ ਤੁਹਾਡੀ ਸੋਚ ਹੀ ਤੁਹਾਡੇ ਤੋਂ ਗਦਾਰ ਹੋ। ਆਪਾਂ ਨੂੰ ਪਤਾ ਹੀ ਨਹੀਂ ਕਿ ਹੂ ਵੀ ਆ ਇਲੈਕਸ਼ਨ ਜੀ, ਨਾ ਭਰੋਸਾ ਕਿ ਇਲੈਕਸ਼ਨ ਤੇ ਬੰਦੇ ਜਾ ਕੇ ਪਾਰਲੀਮੈਂਟਾਂ ਵਿੱਚ ਇੰਡੀਅਨ ਦੀਆਂ ਜਿਹੜੀਆਂ ਰੂਲ ਬੁੱਕਸ ਨੇ ਉਹਦੀਆਂ ਗਵਰਨੈਂਸ ਦੀਆਂ ਉਹਦੀ ਪਾੜ ਕੇ ਪ੍ਰਤਾਪ ਪਾਈ ਜਾਂਦੇ ਜੀ। ਐਂਡ ਦੇ ਹੈਵ ਨੋ ਰਿਮੋਰਸ। ਇਹ ਵੱਡਾ ਖਿਲਾਫ ਜੀ। ਗਿੱਲ ਸਾਹਿਬ, ਇੱਕ ਹੋਰ ਚੀਜ਼ ਇਹਦੇ ਵਿੱਚ ਮੈਨੂੰ ਬੜੀ ਇੰਪੋਰਟੈਂਟ ਲੱਗਦੀ ਹੈ ਕਿ ਪਿਛਲੇ ਲਗਭਗ 8-10 ਸਾਲਾਂ ਤੋਂ ਜਿਹੜਾ ਲੈਫਟ ਪਾਰਟੀਆਂ ਦਾ ਮੈਨੂੰ ਲੱਗਦਾ ਕਿ ਉਹਨਾਂ ਦੀ ਉਤਾਰ ਥੱਲੇ ਨੂੰ ਉਤਰ ਰਹੇ ਨੇ, ਉਹਨਾਂ ਨੇ ਕਦੇ ਕੋਈ ਬਹੁਤ ਵੱਡਾ ਪੋਲੀਟੀਕਲ ਬਿਆਨ ਨਹੀਂ ਦਿੱਤਾ, ਕੋਈ ਐਫਰਟ ਨਹੀਂ ਕੀਤੀਆਂ। ਇਸ ਸਾਰੇ ਮਸਲੇ ਦੇ ਵਿੱਚ ਆਪੋਜੀਸ਼ਨ ਪਾਰਟੀਆਂ ਕਿੱਥੇ ਨੇ ਤੇ ਕੀ ਉਹਨਾਂ ਦਾ ਇਸ ਵਕਤ, ਜੇ ਉਹ ਐਗਜ਼ਿਸਟੈਂਸ ਆਪਣੀ ਸ਼ੋਅ ਕਰਨਾ ਚਾਹੁੰਦੀਆਂ ਤਾਂ ਕੀ ਉਹਨਾਂ ਦਾ ਰੋਲ ਬਣਦਾ ਹੈ? ਕੀ ਸਥਿਤੀ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਕੋਈ ਉਹਨਾਂ ਦੀ ਐਗਜ਼ਿਸਟੈਂਸ ਹੈ ਕਿ ਉਹ ਕਰ ਸਕਦੇ ਕੁਛ ਨਾ ਕੁਛ? ਅਗਰ ਕੋਈ ਲੈਫਟ ਪਾਰਟੀ ਟੂਅਰਡ ਦਾ ਇਹ ਦੇਖਦੇ ਨੇ ਨਾ, ਇਸੇ ਟਾਈਮ ਤੇ ਬੜੀ ਫਾਰਮੇਡੇਬਲ ਫੋਰਸ ਵਜੋਂ ਜਿਹਦੇ ਕਰਕੇ ਜਵਾਹਰ ਲਾਲ ਨਹਿਰੂ ਨੇ ਜਿਹੜੀ ਪਹਿਲੀ ਇਹਨੂੰ ਸਥਾਪਿਤ ਕੀਤੀ ਕਾਮਨਿਸਟ ਲੈਫਟ ਪਾਰਟੀ ਆਈਡੀਓਲੋਜੀ ਵੱਲੋਂ ਜੀ, ਕਿ ਉਹਨਾਂ ਨੇ 1950 ਦੇ ਵਿੱਚ ਦਹਾਕੇ ਦੇ ਵਿੱਚ ਇੱਕ ਵੱਖਰਾ ਭਾਰਤ ਸਿਰਜਣ ਦੀ ਗੱਲ ਆਈ ਜੀ। ਹੁਣ ਵੀ ਜੇ ਇੰਡੀਆ ਵਿੱਚ 740 ਡਿਸਟ੍ਰਿਕਟ ਨੇ ਜਿਹੜੇ ਗਵਰਨਿੰਗ ਡਿਸਟ੍ਰਿਕਟ, ਉਹਨਾਂ ਚ 100+ ਡਿਸਟ੍ਰਿਕਟ ਕਿਸੇ ਟਾਈਮ ਤੇ 200 ਡਿਸਟ੍ਰਿਕਟ ਤੋਂ ਤੱਕ ਗਿਆ ਜਿੱਥੇ ਮਾਓਵਾਦੀ ਆਧਾਰ ਉੱਠ ਰਿਹਾ, ਆਵਾਜ਼ ਉਠਾ ਰਿਹਾ। ਅੱਜ ਦੀ ਸਾਡਾ ਵਸੀਤ ਦੇ ਇੰਟਰਨਲ ਸਿਕਿਉਰਿਟੀ ਥ੍ਰੈਟ ਇਟਸ ਫਰਮ ਦਾ ਮਾਓ, ਜਿਹੜੇ ਕਿ ਲੈਫਟ ਆਈਡੀਓਲੋਜੀ ਨਾਲ ਕਰੋ ਜੀ। ਉਹਨਾਂ ਨੇ ਲੈਫਟ ਆਈਡੀਓਲੋਜੀ ਨੂੰ ਵਾਇਲੈਂਸ ਆਵਾਰਾਂ ਦੀ ਵਾਇਲੈਂਸ ਦਾ ਸਹਾਰਾ ਲਿਆ। ਉਸ ਨੂੰ ਸ਼ਾਇਦ ਕਰਨ ਲਈ ਕੱਲ ਨਰਿੰਦਰ ਮੋਦੀ ਗਵਰਨਮੈਂਟ ਨੇ ਡਿਸੀਜ਼ਨ ਲਿਆ ਕਿ ਜਿਹੜਾ ਅਗਲਾ ਨੈਕਸਟ ਪ੍ਰੈਜ਼ੀਡੈਂਟ ਇੰਡੀਆ ਦਾ ਚੁਣਨਾ ਉਹ ਦਲਿਤ ਆਦਿਵਾਸੀ ਔਰਤ ਆ ਜੀ। ਬਿਲਕੁਲ ਬਿਲਕੁਲ ਜੀ। ਮੈਂ ਸੋਚਣਾ ਇਸ ਵਿੱਚ ਪ੍ਰਭਾਵ ਹੋਊਗਾ ਤਾਂ ਲੈਫਟ ਆਈਡੀਓਲੋਜੀ ਨਾਲ ਜੁੜੇ ਅਫਸਰ ਵੱਲੋਂ ਆਵਾਜ਼ ਐਸ ਤੱਕ ਵੀ ਲੈਫਟ ਪਾਰਟੀ ਦੀ ਗਵਰਨਮੈਂਟ ਆ, ਸਿਰਫ ਕੇਰਲਾ ਵਿੱਚ ਸਾਡੇ ਤ੍ਰਿਪੁਰਾ ਦੀ ਵੈਸਟ ਬੰਗਾਲ ਤੇ ਬੰਮਾ ਤੇ ਜੀ। ਉਹਦਾ ਬਦਲ ਹੁਣ ਮਮਤਾ ਬੈਨਰਜੀ ਬਿਲਕੁਲ ਜਿਹੜੀ ਲੈਫਟ ਵਿੱਚੋਂ ਆਵਾਜ਼ ਸੀਗੀ ਉਹ ਬਰਿੰਦਾ ਪ੍ਰਾਪਤ ਹੋਣੀ ਹਜੇ ਹੈਗੇ, ਜਿਹਦੀ ਕਿ ਬਲਡੋਜ਼ਰ ਅੱਗੇ ਜਾ ਕੇ ਖੜ ਗਈ। ਉਹਨਾਂ ਕੌਨਸ਼ੀਅਸ ਹੈਗੀ ਆ, ਪਰ ਜਿਹੜੀ ਲੈਫਟਿਸਟ ਥਾਟ ਆ ਵਰਲਡ ਵਾਈਡ ਉਹ ਕਰੰਬਲ ਕਰ ਗਈ। ਚਾਈਨਾ ਚ ਵੀ ਕਰੰਬਲ ਕਰ ਗਈ ਆ, ਰਸ਼ੀਆ ਚ ਵੀ ਕਰੰਬਲ ਕਰ ਗਈ ਆ। ਚਾਈਨਾ ਚ ਸਿਰਫ ਉਹ ਅਜੇ ਸਦੀਵੀ ਹੈਗੀ, ਚੱਲ ਰਹੀ ਹੈਗੀ, ਕਿਉਂਕਿ ਉਹ ਪਰਛਾਵਾਂ ਉੱਤੇ ਬੈਠਦਾ ਪਰ ਪਾਵਰ ਉਹਦੇ ਪਿੱਛੇ ਚੱਕਦੀ ਜੀ ਤੇ ਨਾਲ ਡਿਕਟੇਟਰ ਦਾ। ਇਹ ਬੜਾ ਵੋਲਾਟਾਈਲ ਕੰਬੀ ਜੀ। ਕਦੀ ਪੰਜਾਬ ਚ ਵੀ ਬਹੁਤ ਮਜ਼ਬੂਤ ਧਿਰ ਹੁੰਦੀ ਸੀ ਕਾਮਿਊਨਿਸਟ ਪਾਰਟੀ। ਪੰਜਾਬ ਚ ਹਰਕ੍ਰਿਸ਼ਨ ਸੁਰਜੀਤ ਵਰਗੇ ਬੰਦੇ ਗਏ ਜਿਹੜੇ ਕਿ ਇੱਕ ਨੈਸ਼ਨਲ ਲੈਵਲ ਤੇ ਮੰਨਿਆ ਜਾਂਦਾ ਸੀ ਕਿ ਕੁਝ ਹੈਗਾ ਜੀ। ਭਾਵੇਂ ਉਹ ਪੰਜਾਬ ਦੇ ਇਸ਼ੂਸ ਤੋਂ, ਪੰਜਾਬ ਦੇ ਸੰਦਰਭ ਤੋਂ ਆਪਣੇ ਆਪ ਨੂੰ ਬਹੁਤ ਚਿਰ ਪਹਿਲੇ ਤੋੜ ਦਿੱਤਾ, ਨਿਕਲਿਆ ਜ਼ਰੂਰ ਉਹਦੇ ਚੋਂ ਜੀ। ਪਰ ਇੱਕ ਫੋਰਸ ਚਾਹੇ ਉਹ ਵੀਪੀ ਸਿੰਘ ਦੀ ਗਵਰਨਮੈਂਟ ਆਈ ਸੀ ਜਦੋਂ, ਉਹ ਵੀ ਤੁਸੀਂ ਆਪੇ ਅੰਦਾਜ਼ਾ ਲਾ ਲਓ ਵੀ ਇੱਕ ਪ੍ਰਾਈਮ ਮਿਨਿਸਟਰ ਦੇ ਪੁਲ ਤੇ ਖੜ ਕੇ ਅੱਜ ਦਾ ਪ੍ਰਾਈਮ ਤਾਂ ਉਹਨੂੰ ਸਿਕਿਉਰਿਟੀ ਥ੍ਰੈਟ ਮੰਨਿਆ ਜਾਂਦਾ, ਨਾਟ ਓਨਲੀ ਟੂ ਨਰਿੰਦਰ ਮੋਦੀ ਬਟ ਟੂ ਦਾ ਨੇਸ਼ਨ ਜੀ। ਉਹ ਆਪਣੇ ਲੋਕਾਂ ਦੀ ਭੀੜ ਤੋਂ ਡਰ ਰਿਹਾ। ਦੂਜੇ ਪਾਸੇ ਜਦੋਂ ਪ੍ਰਾਈਮ ਮਿਨਿਸਟਰ ਵੀਪੀ ਸਿੰਘ ਪ੍ਰਾਈਮ ਮਿਨਿਸਟਰ ਬਣਦਾ ਜੀ ਤਾਂ ਫਸਟ ਸਟੈਪ ਉਹਨੇ ਕਿਹਾ ਜਿਹੜੇ ਰਿਸਕ ਦੇ ਜ਼ਖਮ ਨੇ ਮੈਂ ਉਹਦੇ ਵਿੱਚ ਜਾ ਕੇ ਖੜੂੰਗਾ। ਤੇ ਉਹ ਦਰਬਾਰ ਸਾਹਿਬ ਆਇਆ, ਉਹਨੇ ਮੱਥਾ ਟੇਕਿਆ, ਉਹਨੇ ਉੱਥੇ ਸਪੀਚ ਦਿੱਤੀ। ਦੈਨ ਓਪਨ ਜੀਤ ਦੇ ਵਿੱਚ ਡਿਊਰਿੰਗ 1989
ਉਹਨੇ ਟਰੈਵਲ ਕੀਤਾ ਸੀ ਜੀ ਉਹ ਸ਼ੋ ਕਰਦੀ ਕਿ ਉਹਨੂੰ ਕੌਨਫੀਡੈਂਸ ਸੀ ਕਿ ਜਿਹੜੇ ਰਸਤੇ ਜ਼ਖਮ ਆ ਇਹ ਮੇਰੇ ਜ਼ਖਮ क्योंकि इंडिया बड़ा यंग कंट्री है जी 70 years 75 years ये बहुत ज्यादा नहीं होंगे किसी इतिहास ਜਦੋਂ ਇਤਿਹਾਸ ਕਰਦੇ ਜਾਂਦੇ ਆ ਤਾਂ ਸਦੀਆਂ ਲੱਗ ਜਾਂਦੀਆਂ ਜੀ ਤੇ ਵੈਸਟਰਨ ਸੱਭਿਅਤਾ ਮਜ਼ਬੂਤ ਹੋਈਆਂ ਨੇ ਤਾਂ ਇਹਨਾਂ ਨੂੰ 2-3 ਸਦੀਆਂ ਲੱਗਦੀਆਂ ਜੀ ਗਿੱਲ ਸਾਹਿਬ ਸਮਝੇ ਇਹਨਾਂ 90 ਜੀ ਜਿਹੜਾ ਇੱਕ ਅਲਾਈਅੰਸ ਜਿਹੜੀਆਂ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਕੇ ਬਣਾਉਣਾ ਚਾਹੁੰਦੀਆਂ ਨੇ ਭਾਵੇਂ ਉਹ ਰਾਸ਼ਟਰਪਤੀ ਦੀ ਚੋਣ ਹੋਵੇ ਜਾਂ ਭਾਜਪਾ ਦੇ ਵਿਰੁੱਧ ਮਸਲਿਆਂ ਦੇ ਉੱਤੇ ਹੋਵੇ ਇਹਦੇ ਵਿੱਚ ਕੋਈ ਦਮ ਹੈ ਖਾਸ ਤੌਰ ਤੇ ਕਾਂਗਰਸ ਦੇ ਡਿਕਲਾਈਨ ਦੇ ਦੌਰ ਦੇ ਵਿੱਚ ਜਿਹੜਾ ਨਾ ਮਮਤਾ ਬੈਨਰਜੀ ਇਹਨਾਂ ਨੇ ਹੁਣ ਰਾਸ਼ਟਰਪਤੀ ਨੂੰ ਉਹਨਾਂ ਨੇ ਆਪਣਾ ਪ੍ਰੈਜ਼ੀਡੈਂਟ ਕੈਂਡੀਡੇਟ ਐਲਾਨ ਜੀ ਇਹ ਸਿੰਬੋਲਿਕ ਇਹਨਾਂ ਨੇ ਫਿਗਰ ਲਿਆਂਦੀ ਹੈ ਸਿੰਬੋਲਿਕ ਉਹਨਾਂ ਨੇ ਆਪਣਾ ਦਿਖਾਉਣ ਲਈ ਕਿ ਯੂਨਾਈਟਿਡ ਸਟੇਟਸ ਆਫ ਦੇਸ਼ ਜਿਹਦੇ ਚ ਮਾਈਨਸ ਆਮ ਆਦਮੀ ਪਾਰਟੀ ਹੈ ਮਾਈਨਸ ਅਕਾਲੀ ਦਲ ਜੀ ਨਿਕਾਲੀ ਜਿਹੜਾ ਕਦੀ ਆਪੋਜੀਸ਼ਨ ਦੀ ਪਾਰਟੀਆਂ ਦੀ ਮੁੱਖ ਆਵਾਜ਼ ਉਸ ਆਵਾਜ਼ ਨੂੰ ਹੁਣ ਮਮਤਾ ਬੈਨਰਜੀ ਬਹੁਤ ਚੰਗੀ ਤਰ੍ਹਾਂ ਖਾ ਰਹੀ ਹੈ ਸਟੇਟ ਰਾਈਟ ਦੀ ਵੀ ਗੱਲ ਕਰ ਰਹੀ ਹੈ ਫੈਡਰਲਿਜ਼ਮ ਦੀ ਵੀ ਗੱਲ ਕਰ ਰਹੀ ਹੈ ਉਸਦੇ ਸੰਦਰਭ ਵਿੱਚ ਇਹਨਾਂ ਨੇ ਆਪਣਾ ਕੈਂਡੀਡੇਟ ਖੜਾ ਕੀਤਾ ਇਹਨਾਂ ਨੂੰ ਪਤਾ ਜਿੱਤਣਾ ਤਾਂ ਹੈ ਜੀ numerical majority aspect of ਭਾਰਤੀ ਜਨਤਾ ਪਾਰਟੀ ਜੀ ਉਹਦੇ ਵਿੱਚ ਜਿਹੜਾ ਮਮਤਾ ਬੈਨਰਜੀ ਦਾ ਤਾਮਿਲਨਾਡੂ ਦੇ ਵਿੱਚ ਚੈਲੰਜ ਇਹ ਅਮਰਜੀਤ ਸਿੰਘ ਨੇ ਜੀ ਜਿਹੜਾ ਸਵਾਜਨ ਨਾਰਥ ਦੀ ਲੀਡਰਸ਼ਿਪ ਕੋਲ ਹੁੰਦਾ ਸੀਗਾ ਆਪੋਜੀਸ਼ਨ ਦਾ ਉਹ ਸ਼ਿਫਟ ਕਰ ਗਿਆ ਹੈਗਾ ਉਹ ਮਤਲਬ ਕਿ ਡਾਊਨਵਰਡ ਟੂ ਸਾਊਥ ਐਂਡ ਜਿਹੜਾ ਪਹਿਲੇ ਨਾਰਥ ਸੀਗਾ ਜੀ ਇਹਨਾਂ ਦਾ ਉਹਦੇ ਲੈਫਟ ਵੀ ਜਿਹੜੀ ਹੈ ਕਾਫੀ ਹੱਦ ਤੱਕ ਨਿਰਧਾਰਤ ਉਹ ਨਜ਼ਾਰਤ ਆ ਉਹਦੇ ਤੋਂ ਮਾਈਨਸ ਆ ਉਹ ਆਵਾਜ਼ ਇਹਨਾਂ ਦੀ ਕਿਉਂ ਫਿਰਕੀ ਹੈਗੀ ਕਿਉਂਕਿ ਇਹਨਾਂ ਨੇ ਅਕੋਰਡਿੰਗ ਟੂ ਟਾਈਮ ਆਪਣੇ ਆਪ ਨੂੰ ਉਸ ਤਰ੍ਹਾਂ ਤਬਦੀਲ ਨਹੀਂ ਜਾਂਦੇ ਹਾਂ ਫੂਡ ਐਂਡ ਪੋਲਿਟਿਕਸ ਦੇ ਵਿੱਚ ਚਾਹੇ ਦਿੱਲੀ ਯੂਨੀਵਰਸਿਟੀ ਆ ਚਾਹੇ ਜਵਾਹਰ ਲਾਲ ਨਹਿਰੂ ਚਾਹੇ ਪੰਜਾਬ ਯੂਨੀਵਰਸਿਟੀ ਆ ਇਹਦੇ ਵਿੱਚ ਸਟੂਡੈਂਟਸ ਦੇ ਵਿੱਚ ਅਜੇ ਪ੍ਰੈਜ਼ੈਂਟ ਹੈਗੀ ਆ ਲੈਫਟ ਥਾਟ ਕਹਿ ਲਓ ਚਾਹੇ ਬਰਾਬਰ ਕਰ ਜੀ ਐਗਰੀਕਲਚਰਲ ਸੋਸਾਇਟੀ ਹੋਣਾ ਹੀ ਲੈਫਟ ਦੀ ਮੇਨ ਹੈ ਜਿਹੜੀ ਕਿ ਗੁਰੂ ਗੋਬਿੰਦ ਸਿੰਘ ਆਪਣੇ ਗੁਰੂ ਸਾਹਿਬਾਨ ਜੀ ਇਸ ਚੀਜ਼ ਦਾ ਮਤਲਬ ਕਿ ਆਪਾਂ ਇਹ ਲੋਕ ਇਨਟੂ ਦੈਟ ਆ ਜੀ ਪੰਜਾਬ ਤੇ ਭਾਰਤ ਦੀ ਪੋਲਿਟਿਕਸ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਇਸ ਵਕਤ ਸਾਨੂੰ ਕਾਫੀ ਜ਼ਿਆਦਾ ਇੰਟਰਸਟਿੰਗ ਵਿਸ਼ੇ ਦੇ ਵਿੱਚ ਇਹਨਾਂ ਨੇ ਬੜੇ ਸੁੰਦਰ ਢੰਗ ਦੇ ਨਾਲ ਮੇਰੇ ਖਿਆਲ ਦੇ ਵਿੱਚ ਇਨਵੋਲਵ ਕਰ ਲਿਆ ਪੁਰਾਣੀ ਗੱਲ ਛੱਡਣ ਨੂੰ ਹਲੇ ਮੇਰਾ ਦਿਲ ਨਹੀਂ ਕਰ ਰਿਹਾ ਪਰ ਬਹੁਤ ਜ਼ਰੂਰੀ ਹੈ ਕਿ ਜਿਹੜੀ ਸੰਗਰੂਰ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ ਉਹਦੇ ਬਾਰੇ ਦੇ ਵਿੱਚ ਵੀ ਆਪਾਂ ਗੱਲ ਕਰੀਏ ਤਾਂ ਗਿੱਲ ਸਾਹਿਬ ਤੁਹਾਡਾ ਫਿਰ ਤੋਂ ਸਵਾਗਤ ਹੈ ਥੈਂਕ ਯੂ ਗਿੱਲ ਸਾਹਿਬ ਬੜੇ ਅਜੀਬ ਜੀ ਸੰਗਰੂਰ ਇਲੈਕਸ਼ਨ ਆ ਨਾ ਜੀ ਉਹ ਇਸ ਸੰਦਰਭ ਵਿੱਚ ਹੋ ਰਹੀ ਹੈ ਕਿ ਬਹੁਤ ਗੁੱਟਨ ਹੈ ਕੋਈ पूरे बयान में जी अगर सदा ना उठे कम से कम वो कान जी इससे इस तरह की घुटन है पंजाब कि उन्होंने एक बदलता सिरजना चाहा आम आदमी पार्टी के रंग और मेरा ख्याल वो गलती करके उन्होंने आम आदमी पार्टी उन्होंने रवायती जो जगह श्रोमणी अकाली दल ने सिखाना कौमना पंजाब के इन्होंने नकारिया जी आला सिंह के खानदान की सदैह तो कांग्रेस गवर्नमेंट ने द्वारा अपने आप को किया उस चीज में लोगों अपनी समझना उन्होंने नखेरिया एक सोचा सी बदला लिया जी जी आम आदमी पार्टी अज पंजाब के विश्वास को जिन्हों को मैं उन्होंने एक झलक दसदा उन्होंने स्कीमों जी जिन्हों ने आम आदमी पार्टी की संजय सिंह वर्गा ने पंजाब की लीड जो अज राज्य सभा मैंबर पार्टी बिल्कुल पूरे संदर्भ में न्यूज फ्लैश हुई
फिर आप संगरूर की गल करते हैं। मैं दसदा भी इतने किस तरह का संदर्भ बुनिया गया जी निशा सिंह नाम की एक कारपोरेट जी जी आम आदमी पार्टी की जीती जी पूरा मैं तो पहले थोड़ा जहा इतिहास दसदा मीडियम की ग्रेजुएट है मुंबई MBA की लंडन स्कूल ऑफ इकनॉमिक्स जी गूगल से असाइनमेंट कर दिया वड्डियां मल्टीनैशनल कंपनी को एग्जीक्यूटिव करी उस तो बाद वो भारत आ गई थी कि उन्हें संजय सिंह जो इन्हों का प्रमुख लीडर आम आदमी पार्टी का जी ਉਹਦੇ ਨਾਲ ਉਹਨੂੰ ਪਿਆਰ ਹੋ ਗਿਆ ਸੀ ਉਹਨਾਂ ਨੇ ਸੀਕ੍ਰੇਟ ਵੈਡਿੰਗ ਕੀਤੀ ਔਰ ਕਰਕੇ ਸੰਜੇ ਸਿੰਘ ਉਦੋਂ ਵਿਆਹਿਆ ਹੋਇਆ ਜੀ ਡਿਸਪਾਈਟ ਦੈਟ ਉਹਦੇ ਨਾਲ ਵੀ ਵਿਆਹ ਕਰਾਤਾ ਉਹਦਾ ਗਵਾਹ ਸੀਗਾ ਉਹਦੀ ਸੈਰਮਨੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨਿਸ਼ਾ ਸਿੰਘ ਦਾ ਤਾਂ ਨਾਂ ਲੈ ਰਿਹਾ ਕਿ ਜਦੋਂ ਉਸ ਕਰਕੇ ਦੀਆਂ ਪੋਜੀਸ਼ਨ ਤੋਂ ਪਾਵਰ ਦੇ ਨਾਲ ਨੇੜਤਾ ਕਰਕੇ ਨਿਸ਼ਾ ਨੂੰ कौंसलर जिन्होंने कारपोरेट कहते कौंसलर अपने पंजाब कहते दिल्ली कारपोरेट का कहते कारपोरेट का जो लोकल बॉडी का मैंबर जी ਉਹਦੀ ਇਹਨੇ ਟਿਕਟ ਲੈ ਕੇ ਜਿੱਤਣ ਲਈ ਇਹਨੇ ਕੀ ਕੀਤਾ ਇਹਦੇ ਉੱਥੇ ਆਪਣੇ ਸੰਦਰਭ ਨਾਲ ਦੰਗੇ ਕਰਾਏ ਉਹਨੇ ਨੇ ਤੀਸਰਾ ਕਲੈਸ਼ ਕਰਾਇਆ ਜੀ ਜਿਹਦੇ ਕਰਕੇ ਲੋਕੀ ਆਪਸ ਭਿੜੇ ਦਿੱਲੀ ਤਾਂ ਕਿ ਇਹ ਇੱਥੋਂ ਦੀ MLA ਬਣ ਸਕੇ ਉੱਥੇ अपनी हिंदू माइंडसेट में टर्मिनोलॉजी की पर वो चीज हाईलाइट होगी हाईलाइट होने ये प्रेजेंटली मनीष सिसोदिया का जो सैकंड पावर है बिहाइंड आम आदमी पार्टी के सुप्रीमो वगैरह वो भी यही एडवाइजर है प्रेजेंट अच्छा जी हुण इस 7 साल की कल सजा होगी क्योंकि ये कॉल रिकॉर्डिंग ਇਹਦੀਆਂ ਹੋਰ ਜਿਹੜੀਆਂ ਇਲੈਕਟ੍ਰੋਨਿਕ ਐਵੀਡੈਂਸ ਸੀ ਉਹਨਾਂ ਦੇ ਰਾਹੀਂ ਗੁਰਗਾਉਂ ਦੀ ਸਮੇਂ ਦਿੱਲੀ ਦੇ ਵਿੱਚ ਇਹਨੂੰ ਕੱਲ 7 ਸਾਲ ਦੀ ਸਜ਼ਾ ਜੀ ਇਹ ਸ਼ੋਅ ਕਰਦਾ ਫੇਸ ਆਮ ਆਦਮੀ ਪਾਰਟੀ ਦਾ ਕਿਉਂਕਿ ਅਰਵਿੰਦ ਕੇਜਰੀਵਾਲ ਦਾ ਮੀਡੀਆ ਸੈੱਲ ਵੀ ਉਸੇ ਤਰ੍ਹਾਂ ਹੀ ਵਰਕ ਕਰਦਾ ਜਿਵੇਂ ਟ੍ਰੋਲ ਆਰਮੀ ਭਾਰਤੀ ਜਨਤਾ ਪਾਰਟੀ ਬਿਲਕੁਲ ਜੀ ਇਹ ਤਾਂ ਹੀ ਬਾਰ-ਬਾਰ ਸਵਾਲ ਹੋਣਾ ਕਿ ਇੱਥੇ ਰਾਘਵ ਚੱਡੇ ਵਰਗੇ ਕੱਲ ਦੇ ਜਵਾਬ ਉਹ ਪੰਜਾਬ ਦੇ ਸੁਪਰ ਚੀਫ ਮਿਨਿਸਟਰ ਬਣੇ ਬਿਲਕੁਲ ਜੀ ਭਗਵੰਤ ਮਾਨ ਜਿਹੜਾ ਕੱਲ ਤਾਂ ਕਹਿੰਦਾ ਸੀ ਕਿ ਮੈਂ ਤਾਂ ਪੰਜਾਬ ਦਾ ਪੁੱਤ ਹਾਂ ਮੈਂ ਤਾਂ ਪਿੰਡਾਂ ਦਾ ਹੈਗਾ ਧੜੱਲੇ ਵਾਲਾ ਬੰਦਾ ਜਿਹੜਾ ਦੁਨੀਆ ਨੂੰ ਸਮਝਦਾ ਧਰਾਤਲ ਦਾ ਬੰਦਾ ਉਹਨੂੰ ਇਹ ਜਿਹੜੇ ਇੱਦਾਂ ਦੇ ਨਿਸ਼ਾ ਸਿੰਘ ਕਰਕੇ ਦੇ ਸੋਸ਼ੀਅਲਿਸਟ ਨੇ ਜੀ ਇਹ ਸੋਚ ਪੰਜਾਬ ਨੂੰ ਖਿਲਾ ਦਿੱਤੀ ਜੇ ਇਹਨਾਂ ਨੇ ਜਾਣਾ ਸੰਗਰੂਰ ਜੀ ਕਿਉਂਕਿ ਮੈਨੀਪੂਲੇਟ ਇਹਨਾਂ ਨੇ ਨਿਸ਼ਾ ਸਿੰਘ ਦੀ ਖਬਰ ਬਾਹਰ ਨਹੀਂ ਨਿਕਲ ਦਿੱਤੀ ਇੰਨੇ ਚਿਰ ਤੋਂ ਕੇਸ ਚੱਲ ਰਿਹਾ ਪਰ ਕਿਤੇ ਭਿਣਕ ਨਹੀਂ ਲੱਗਣ ਦਿੱਤੀ ਜੀ ਇਹਨਾਂ ਨੇ ਭਿਣਕ ਜਿਹੜਾ ਇਹਨਾਂ ਦਾ ਸੁੰਦਰ ਜੈਨ ਵੀ ਮਿਨਿਸਟਰ ਫੜਿਆ ਹੋਇਆ ਜਿਹਦੀ ਬਾਰ-ਬਾਰ ਜ਼ਮਾਨਤ ਕੈਂਸਲ ਹੋ ਰਹੀ ਹੈ ਕਰਪਸ਼ਨ ਦੇ ਕੇਸ ਜੀ ਇਹਨਾਂ ਨੇ ਇੱਥੇ ਵੀ ਮਾਨਸਾ ਤੋਂ ਇਦਾਂ ਦਾ MLA ਲਿਆਂਦਾ ਜਿਹਦੀ ਕੱਲ ਹਾਈ ਕੋਰਟ ਦੀ ਜ਼ਮਾਨਤ ਉਹਦੀ ਵੀ ਖਤਮ ਹੋ ਗਈ ਭਾਵੇਂ ਦਾਵਾ ਕਰ ਰਹੇ ਕਿ ਇਸਦਾ ਫੜ ਕੇ ਕੱਢਦਾ ਪਰ ਪਹਿਲੇ ਕਿਉਂ ਨਹੀਂ ਚੈੱਕ ਕੀਤਾ ਜਦੋਂ MLA ਦੀ ਚੈੱਕ ਕੀਤੀ ਇਹਦੀਆਂ ਕੀ ਕੈਡੈਂਸੀਜ਼ ਨੇ ਉਹ ਬਈ ਇੱਦਾਂ ਦੀਆਂ ਬਲੈਕ ਸ਼ੀਟ ਨਾਲ ਭਰੀ ਹੋਈ ਆਮ ਆਦਮੀ ਪਾਰਟੀ ਅਜੇ ਉਹ ਬਲੈਕ ਸ਼ੀਟ ਨਹੀਂ ਜੀ ਇਸ ਨਾਲ ਭਾਵੇਂ ਪਹਿਲੇ ਭਗਵੰਤ ਮਾਨ 2014 ਕਲੀਨ ਇਲੈਕਸ਼ਨ ਜਿੱਤਿਆ 2019 ਚ ਜਿੱਤਿਆ ਪਰ ਵੋਟਾਂ ਦਾ ਫਰਕ ਜ਼ਰੂਰ ਪਿਆ ਜਿੱਤ ਹੁਣ ਵੀ ਜਾਣਾ ਪਰ ਵੋਟ ਪਰਸੈਂਟੇਜ ਦਾ ਫਰਕ ਪਊਗਾ ਕਿਉਂਕਿ ਪੰਜਾਬ ਹੈਜ਼ ਨੋ ਚੋਇਸ ਸਾਡੇ ਅੱਗੇ ਚੋਇਸ ਹੈਗਾ ਸਿਮਰਨਜੀਤ ਮਾਨ ਜੀ ਜਿਹੜਾ ਕਿ ਇੱਕ ਖਾਲੀ ਧਮਕੀ ਤੋਂ ਇਲਾਵਾ ਕੁਛ ਨਹੀਂ ਜੀ ਇਹ ਸ਼ਖਸ ਤੇ ਸਿੱਖ ਕੌਮ ਨੇ ਅਸੀਂ ਆਪਣੀ ਜ਼ਿੰਦਗੀ ਦੇ ਦਹਾਕੇ ਲਾਏ ਨੇ ਸਿੱਖ ਕੌਮ ਦੀ ਪੀੜ ਲਈ ਉਦੋਂ ਵੱਡੀ ਪੀੜ ਅਸੀਂ ਪੰਜਾਬ ਦੀ ਕੀਤੀ ਇਹਨੂੰ ਜ਼ਿੰਮੇਵਾਰੀ ਦਿੱਤੀ ਸੀ 1989 ਤੇ ਇਹਨੇ ਉਹ ਜ਼ਿੰਮੇਵਾਰੀ ਸਿਰਫ ਅੱਖਾਂ ਦੇ ਬਦਲ ਫੇਰ ਦੇ ਦਿੱਤੀ ਸਾਰੀ ਰੋਜ਼ ਉਹ ਕੰਟੈਂਡਰ ਆ ਦੂਜੇ ਪਾਸੇ ਕੰਟੈਂਡਰ ਆ ਕਮਲਦੀਪ ਕੌਰ ਜਿਹੜੀ ਕਿ ਕਹਿੰਦੀ ਆ ਬੰਦੀ ਸਿੰਘਾਂ ਬੱਚੀ ਸਾਰੀ ਆ ਉਹ ਵੀ ਉਸ ਪਾਰਟੀ ਵੱਲੋਂ ਸਾਰੀ ਆ ਉਹ ਜਿਹੜੀ ਪਾਰਟੀ ਨੇ 1984 ਦੀ ਸੀ ਮੈਂ ਸੋਚ ਸਕਦਾ ਪਰ ਮੈਨੂੰ ਹਜੇ ਵੀ ਪੂਰਾ ਯਕੀਨ ਨਹੀਂ ਕਿ ਹਜੇ ਸ਼ਾਇਦ ਇਹਨਾਂ ਦੇ ਘਰੇ ਬਾਦਲ ਜਾ ਕੇ ਬੱਚੀ ਆ ਕਿ ਆਪ ਦੋਨੋਂ ਮੈਂਬਰ ਪਾਰਲੀਮੈਂਟ ਨੇ ਪਰ ਜਗੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ
ਜੀ ਜਿਨ੍ਹਾਂ ਨੇ ਅੱਜ ਤੱਕ ਬੰਦੀ ਸਿੰਘਾਂ ਦੀ ਜੇ ਸਤੰਬਰ ਪਾਰਲੀਮੈਂਟ ਦੇ ਰਾਹੀਂ ਰਿਹਾਈ ਹੋ ਸਕਦੀ ਹੈ ਤਾਂ ਫਿਰ ਇਹ ਤਾਂ 2 ਜਣੇ ਨੇ ਤਾਂ ਫਿਰ ਲੈ ਆਉਣ ਰਿਹਾਈ। ਬਿਲਕੁਲ ਜੀ। ਇਸੇ ਤਰ੍ਹਾਂ ਕੇਵਲ ਢਿੱਲੋਂ ਜਿਹੜਾ ਕੱਲ੍ਹ ਤੱਕ ਕਾਂਗਰਸ ਸੀਗਾ ਬਹੁਤ ਇੰਡਸਟਰੀਅਲਿਸਟ ਦਾ ਬੜਾ ਅਮੀਰ ਆਦਮੀ ਆ, ਸੰਗਰੂਰ ਇਲਾਕੇ ਦਾ, ਬਰਨਾਲੇ ਦਾ, ਉਹਦਾ ਪਿਛੋਕੜ ਆ, ਉਹ ਜਦੋਂ ਉਹਨੂੰ ਲੱਗਦਾ ਕਿ ਸ਼ਾਇਦ ਮੈਂ ਕਿਸੇ ਇਨਵੈਸਟੀਗੇਸ਼ਨ ਨਾ ਫਸ ਗਿਆ, ਹੀ ਜੰਪ ਟੂ ਦਾ ਭਾਰਤੀ ਜਨਤਾ ਪਾਰਟੀ। ਜੀ ਗੋਲਡੀ ਜਿਹੜਾ ਕਾਂਗਰਸ ਵੱਲੋਂ ਖੜਾ, ਹਾਂ ਸਟੂਡੈਂਟ ਪੋਲਿਟਿਕਸ ਵਿੱਚੋਂ ਆਇਆ ਹੈਗਾ। ਜੇ ਆਪਾਂ ਐਂ ਦੇਖੀਏ ਤਾਂ ਇਹਨਾਂ ਸਾਰਿਆਂ ਨਾਲੋਂ ਉਹ ਬੰਦਾ ਥੋੜਾ ਸਟੇਬਲ ਲੱਗਦਾ, ਕਿਉਂਕਿ ਜਿਹੜਾ ਗੁਰਮੇਲ ਸਿੰਘ ਆਪ ਆਦਮੀ ਵਾਲੇ ਵੀ ਲੈ ਕੇ ਆਏ ਆ, ਉਹ ਪਿੰਡ ਲੈਵਲ ਦਾ ਫਿਜ਼ੀਕਲ ਵਰਕਰ ਆ ਜੀ। ਉਹ ਪਾਰਲੀਮੈਂਟ ਵਿੱਚ ਜਾ ਕੇ ਪੰਜਾਬ ਦੇ ਇਸ਼ੂ ਤੇ ਉਠਾ ਸਕੂਗੇ। ਇੱਕ ਸਿੰਬਲਿਜ਼ਮ ਆ, ਜਿਵੇਂ ਇਹਨਾਂ ਨੇ 7 ਰਾਜ ਸਭਾ ਦੇ ਮੈਂਬਰ ਚੁਣੇ ਨੇ ਜੀ, ਉਹ ਵੀ ਇਹਨਾਂ ਦੀ ਨਿਸ਼ਾ ਸਿੰਘ ਵਰਗੀ ਸੋਚ ਨੇ ਜੀ। ਇਹ ਪੰਜਾਬ ਦੀ ਬੈਂਕ ਰੱਖੀ ਆ ਜੋ ਸੰਗਰੂਰ ਬਾਈ ਇਲੈਕਸ਼ਨ ਦੇ ਵਿੱਚ ਜਿਸ ਦਾ ਪ੍ਰਗਟਾਵਾ। ਗਿੱਲ ਸਾਹਿਬ, ਆਪਾਂ ਨੂੰ ਪਤਾ ਹੈ ਕਿ 2 ਵਾਰ ਭਗਵੰਤ ਮਾਨ ਉੱਥੋਂ ਜਿੱਤੇ। ਆਲਮੋਸਟ ਜਿਵੇਂ ਤੁਸੀਂ ਵੀ ਕਹਿ ਰਹੇ ਹੋ ਕਿ ਬੜੀ ਸਟਰੋਂਗ ਸੀਟ ਸੀ ਆਮ ਆਦਮੀ ਪਾਰਟੀ ਦੇ ਲਈ, ਬੜੇ ਵੱਡੇ ਨਾਮ ਡਿਸਕਸ ਹੋਏ ਇਹਦੇ ਬਾਰੇ ਦੇ ਵਿੱਚ, ਮੀਡੀਆ ਦੇ ਵਿੱਚ ਆਉਂਦੇ ਵੀ ਰਹੇ। ਉਹਨਾਂ ਦੀ ਭੈਣ ਦੇ ਬਾਰੇ ਦੇ ਵਿੱਚ ਵੀ ਪੋਸਟਰ ਲੱਗੇ। ਇਹ ਸਾਰੇ ਕਾਸੇ ਤੋਂ ਬਾਅਦ ਜਿਹੜਾ ਸਵਾਲ ਤੁਹਾਡੀ ਗੱਲਬਾਤ 'ਚੋਂ ਮੇਰੇ ਦਿਮਾਗ 'ਚ ਆਉਂਦਾ ਕਿ ਇੰਨਾ ਕਮਜ਼ੋਰ, ਜਿਹੜਾ ਕੰਪੈਰੀਟਿਵਲੀ ਕਮਜ਼ੋਰ ਆਪਾਂ ਕਹਾਂਗੇ, ਇਹ ਕੈਂਡੀਡੇਟ ਦੇਣ ਦਾ ਕੀ ਮਤਲਬ ਹੈ? ਕੀ ਕਹਿਣਾ ਚਾਹੁੰਦੀ ਹੈ ਆਮ ਆਦਮੀ ਪਾਰਟੀ? ਕੋਈ ਹੋਰ ਇਹਦੇ ਪਿੱਛੇ ਕੋਈ ਹੋਰ ਕਹਾਣੀ ਤਾਂ ਨਹੀਂ ਹੈ? ਇਹਦਾ ਮਤਲਬ ਕਿ ਇਹ ਤਾਂ ਚਲੋ ਇਹਦੀ ਪਹਿਲੇ ਤਾਂ ਤੈਅ ਹੀ ਸੀਗਾ ਕਿ ਭਗਵੰਤ ਮਾਨ ਦੀ ਜਿਹੜੀ ਸਿੱਖਿਆ ਉਹਨੂੰ ਅੱਗੇ ਲੈ ਕੇ ਆਉਣਗੇ ਜੀ। ਪਰ ਜਿਹੜਾ 3 ਮਹੀਨਿਆਂ ਦਾ ਇਹਨਾਂ ਦਾ ਕਾਰਜਕਾਲ ਆ, ਜਿਹਨੂੰ ਕਿ ਨਿਸ਼ਾ ਸਿੰਘ ਵਰਗੇ ਚਲਾ ਰਹੇ ਜਾਂ ਰਾਘਵ ਚੱਡਾ ਜਾਂ ਕੋਈ ਹੋਰ ਆ, ਹੈ ਉਹ ਆਪਣੇ ਵੱਲੋਂ ਤਾਂ ਇਹ ਦੱਸ ਰਿਹਾ ਕਿ ਉਹ ਤਾਂ ਜੀ ਵੈਸੇ ਸਾਡੇ ਸਲਾਹਕਾਰ ਜਿਵੇਂ ਕੇਜਰੀਵਾਲ ਆਇਆ ਉਹ ਸੰਨ ਰੂਪ ਤੇ ਫੜ ਕੇ ਫੋਟ ਰਿਹਾ, ਸਿਖਾਈਆਂ ਤੋਂ ਕਾਰੀਆਂ ਖੜਾ ਹੋ ਕੇ ਪੰਜਾਬ ਦੀ ਪੱਤ ਲਗਾ ਰਿਹਾ ਜੀ। ਕੀ ਆਪਣੇ ਪੰਜਾਬ ਦਾ ਸਰਕਾਰ ਜਾਂ ਕੀ ਆਪਣਾ ਪੰਜਾਬ ਦਾ ਕਹਿਣਾ, ਜਿਹੜਾ ਕਿ ਕਦੀ ਮਹਾਰਾਜਾ ਰਣਜੀਤ ਸਿੰਘ ਵਰਗੇ ਉਹਨੇ ਕਰ ਗਿਆ। ਇਸ ਦੀ ਜਿਹੜੀ ਇਹਨਾਂ ਦੀ ਜਿਹੜੀ ਕ੍ਰਿਟੀਕਲ ਜਿਹੜੀ ਵੈਲਿਊ ਆ ਜ਼ਰੂਰ ਦਿੱਤੀ ਜੀ ਲੋਕਾਂ ਦਾ। ਪ੍ਰੋਬਲਮ ਪੰਜਾਬ ਦੀ ਆ ਗਈ ਕਿ ਇਸ ਲੀਡਰਸ਼ਿਪ ਵੈਕਿਊਮ ਆ ਗਿਆ, ਕਿਉਂਕਿ ਕਦੀ ਪੰਜਾਬ ਦੀ ਲੀਡਰਸ਼ਿਪ ਕਰਦੀ ਨਹੀਂ ਗਈ। ਜਿਹੜੇ ਸਟੂਡੈਂਟ ਲੀਡਰ ਟਾਈਮ ਨਾਲ ਉੱਠੇ, ਜਿਵੇਂ ਹੁਣ ਪੰਜਾਬ ਦੇ ਸਟੂਡੈਂਟਸ ਦੇ ਵਿੱਚੋਂ ਕੁਝ ਜਿਹੜੇ ਸਾਹਮਣੇ ਆਏ, ਉਹ ਜਦੋਂ ਸਟੂਡੈਂਟ ਪੋਲਿਟਿਕਸ ਤੋਂ ਵਿਹਲੇ ਹੋ ਜਾਂਦੇ, ਉਹਨਾਂ ਨੂੰ ਅੱਗੇ ਨਰਚਰ ਨਹੀਂ ਕੀਤਾ ਗਿਆ ਪੋਲੀਟੀਕਲ ਪਾਰਟੀ, ਕਿਉਂਕਿ ਉਹਨਾਂ ਨੇ ਨਰਚਰ ਕਰਨੇ ਸੀ ਆਪਣੇ ਪਰਿਵਾਰ, ਜਿਵੇਂ ਹੁਣ ਭਗਵੰਤ ਮਾਨ ਕਰਨਾ ਚਾਹੁੰਦਾ। ਪਰ ਇਹ ਤਾਂ ਨਹੀਂ ਕਰ ਸਕੇ ਕਿ ਇਹਨਾਂ ਨੇ ਪੰਜਾਬ ਦਾ ਹੋਣਹਾਰ ਪੁੱਤ ਸੁਖਬੀਰ ਸਿੰਘ ਸਿੱਧੂ ਮੂਸੇਵਾਲਾ ਗਵਾ ਲਿਆ, ਕਿਉਂਕਿ ਉਹ ਨਿਸ਼ਾ ਸਿੰਘ ਵਰਗਿਆਂ ਦੀਆਂ ਪੋਲਿਟਿਕਸ ਤੇ ਇਹਨਾਂ ਦੀਆਂ ਸਿਕਿਉਰਟੀਆਂ ਦਾ ਢੰਡੋਰਾ ਪਿੱਟਿਆ ਅਰਵਿੰਦ ਕੇਜਰੀਵਾਲ ਨੇ ਕੁਝ ਖੇਤਰ ਤਾਂ ਜਦੋਂ ਉਹਨਾਂ ਕੋਲ ਪੰਜਾਬ ਪੁਲਿਸ ਤੋਂ ਪਹਿਲੇ ਇਨਪੁਟ ਆਈ ਸੀ, ਪਹਿਲੀ ਪੁਲਿਸ ਤੋਂ ਜਦੋਂ ਸ਼ਾਹ ਫੜਿਆ ਗਿਆ ਪਤਾ, ਜਿਹਨੂੰ ਡਾਇਰੈਕਟਲੀ ਲਾਰੈਂਸ ਬਿਸ਼ਨੋਈ ਨੇ ਜਿਵੇਂ ਪੁਲਿਸ ਸਪੋਰਟ ਕਹਿੰਦੀਆਂ ਨੇ ਭੇਜਿਆ ਜੀ, ਉਹਨੂੰ ਇਗਨੋਰ ਕੀਤਾ। ਉਹਨੂੰ ਇੰਨੀ ਦੂਰੋਂ ਆ ਕੇ ਦੂਜੇ ਸੂਬਿਆਂ ਚੋਂ ਆ ਕੇ ਬੰਦੇ ਪੰਜਾਬ ਤੇ ਕਿਸੇ ਨੌਜਵਾਨ ਨੂੰ ਮਾਰ ਜਾਣਗੇ ਯਾਰ, ਜਿਸੀ ਗੱਲ ਸੁਣ ਉਹ ਵੀ ਇੱਕ ਹੋਣਹਾਰ ਨੌਜਵਾਨ ਜੀ। ਤੇ ਜਿਸ ਤਰ੍ਹਾਂ ਦੇ ਵੈਪਨਸ ਦਾ ਪ੍ਰਗਟਾਵਾ ਹੋ ਰਿਹਾ, ਚਾਹੇ ਉਹ ਇੰਟੈਲੀਜੈਂਸ ਹੈਡਕੁਆਟਰ ਤੇ ਜਦੋਂ RPG ਚੱਲਿਆ ਉਦੋਂ ਹੋਇਆ, ਉਦੋਂ ਵੀ ਜਿਹੜਾ ਸੀ ਉਹ ਮਾਡਰਨ ਰਾਕਟ ਲਾਂਚਰ ਚੱਲਿਆ, ਜਿਹੜੇ ਹੁਣ ਫੜੇ ਗਏ ਹਥਿਆਰ ਦਿੱਲੀ ਪੁਲਿਸ ਨੇ ਸਾਹਮਣੇ ਲਿਆਂਦੇ ਆ। ਪੰਜਾਬ ਪੁਲਿਸ ਦੀ ਟੋਟਲ ਫੇਲ ਹੈ ਜੀ। ਭਾਵੇਂ ਲਾਰੈਂਸ ਬਿਸ਼ਨੋਈ ਨੂੰ ਇਹਨਾਂ ਨੂੰ ਕੱਲ੍ਹ 5 ਦਿਨ ਦਾ ਹੋਰ ਰਿਮਾਂਡ ਮਿਲ ਗਿਆ ਪੁਲਿਸ ਕਮਾਂਡ, ਪਰ ਜਿਹੜੇ 7 ਦਿਨ ਦੇ ਰਿਮਾਂਡ ਆ ਉਹਦੀ ਕਾਰਵਾਈ ਦੀ ਦੱਸਣ ਵੀ ਹੋਇਆ ਕਿੱਥੇ ਆ। ਰਿਮਾਂਡ ਚ ਮਾਸਟਰਮਾਈਂਡ ਹੋਤੇ ਆ, ਸੋ ਕਾਲਡ ਮਾਸਟਰਮਾਈਂਡ ਜੀ। ਅਰੈਸਟ ਜਿਹੜੀਆਂ ਸ਼ਾਰਪ ਸ਼ੂਟਰਸ ਨੇ ਉਹ ਦਿੱਲੀ ਪੁਲਿਸ ਕਰ ਰਹੀ ਹੈ ਤੇ ਤੁਹਾਡਾ ਆਪਸ ਦੀ ਕੋਲੈਬੋਰੇਸ਼ਨ ਜੀ। ਇਹਨਾਂ ਸਵਾਲਾਂ ਦੇ ਘੇਰੇ ਕਰਕੇ ਇਹਨੂੰ ਆਪਣੇ ਪਰਿਵਾਰ ਤੋਂ ਪੈਰ ਖਿੱਚਣੇ ਪੈ ਪਹੁੰਚਾ ਜੀ। ਪਰ ਸਿੱਖਾਂ ਕੋਲੇ ਵੀ ਇਸ ਟਾਈਮ ਤੇ ਕੋਈ
ਪਲਾਏਬਲ ਲੀਡਰ ਹੈ ਨਹੀਂ ਗਾ ਜਿਹਦੇ ਕੋਲ ਵਿਜ਼ਨ ਹੋਵੇ ਫॉर ਸਿੱਖ ਕੌਮ ਲਈ ਐਂਡ ਮੋਰ ਓਵਰ ਫॉर ਦਾ ਪੰਜਾਬ ਜੀ। ਕਿਉਂਕਿ ਜਿਹੜੀ ਸੰਗਰੂਰ ਬਾਈ ਇਲੈਕਸ਼ਨ ਹੋਈ ਆ ਉਹਦੇ ਕਿਤੇ ਵੀ ਇਹ ਜ਼ਿਕਰ ਨਹੀਂ ਹੋਇਆ ਕਿ ਕਿਹੜਾ ਪੰਜਾਬ ਦਾ ਮੁੱਦਾ। ਉੱਥੇ ਸਿਰਫ ਜਸਟਿਸ ਦੀ ਲੜਾਈ ਲੜੀ ਗਈ ਹੈ, ਫ੍ਰੀ ਦੀ ਲੜਾਈ ਲੜੀ ਗਈ ਹੈ। ਨਾ ਪਾਣੀਆਂ ਦਾ ਮੁੱਦਾ ਉੱਥੇ ਕੋਈ ਇਸ਼ੂ ਸੀ, ਨਾ ਚੰਡੀਗੜ੍ਹ ਉੱਥੇ ਇਸ਼ੂ ਸੀ, ਨਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜਿਹੜਾ ਪੁੱਛ ਜਾਣਾ ਉੱਥੇ ਇਸ਼ੂ ਸੀਗਾ, ਨਾ ਡੈਮ ਸੇਫਟੀ ਐਕਟ ਦਾ ਇਸ਼ੂ ਸੀ, ਨਾ ਐਨਵਾਇਰਮੈਂਟ ਦਾ ਜਿਹੜਾ ਪੰਜਾਬ ਦਾ ਐਡਾ ਵੱਡਾ ਸਵਾਲ ਖੜਾ ਹੋ ਰਿਹਾ। ਭਾਵੇਂ ਸੀਸੀਆਲ ਨੂੰ ਰਾਜਾ ਸਭਾ ਭੇਜਤਾ ਪਰ ਉਹਨੇ ਵੀ ਇੱਕ ਸਟੇਟਮੈਂਟ ਦਿੱਤੀ ਵੀ ਪੰਜਾਬ ਦੀਆਂ ਨਹਿਰਾਂ ਕਿਉਂ ਸੁੱਕੀਆਂ ਹੋਈਆਂ ਨੇ ਪਿਛਲੇ 1.5-2 ਮਹੀਨਿਆਂ ਤੋਂ ਤੇ ਰਾਜਸਥਾਨ ਨੂੰ ਘੜਾ ਘੜ ਪਾਣੀ ਜਾ ਰਿਹਾ। ਇਹ ਇਸ਼ੂਜ਼ ਨੇ ਕਿਉਂ ਆਪਣਾ ਪੋਲਿਊਸ਼ਨ ਇੰਨੀ ਵੱਧ ਗਈ ਤੇ ਲੋਕਾਂ ਨੂੰ ਜੀਣਾ ਦੁੱਭਰ ਹੋ ਗਿਆ। ਅੱਜ ਵੀ ਕੈਂਸਰ ਟ੍ਰੇਨ 9:30 ਵਜੇ ਜਦੋਂ ਬਠਿੰਡੇ ਰੇਲਵੇ ਸਟੇਸ਼ਨ ਤੋਂ ਚੱਲਦੀ ਆ ਬੀਕਾਨੇਰ ਨੂੰ, ਉਸ ਹਸਪੀਟਲ ਜਿਹੜਾ ਉੱਥੋਂ ਦੇ ਮਹਾਰਾਜੇ ਨੇ ਦਹਾਕਿਆਂ ਪਹਿਲੇ ਬਣਾਇਆ। ਪੰਜਾਬ ਕੋਲ ਉਦਾਂ ਦਾ ਇੱਕ ਹਸਪੀਟਲ ਵੀ ਹੈ ਨਹੀਂ ਤੇ ਜਿਹੜੀ ਬਿਮਾਰੀ ਪੰਜਾਬ ਭਾਰਤ ਦਾ ਢਿੱਡ ਭਰਨ ਲਈ ਪੰਜਾਬ ਵਿੱਚ ਫੈਲੀ ਆ ਜੀ, ਉਹਦਾ ਇਲਾਜ ਕਰਨ ਲਈ ਵੀ ਆਪਣੇ ਕੋਲ ਸੁਵਿਧਾ ਹੈ। ਇਹ ਕਹਿੰਦੇ ਤਾਂ ਹੈ ਮੁਹੱਲਾ ਕਲੀਨਿਕ। ਉਹਦੇ ਆਪ ਤੋਂ ਪਹਿਲੇ ਸੰਗਰੂਰ ਦੇ ਵਿੱਚ ਜਿਹੜੇ ਐਡੇ ਆਸਟਾਨੇ ਸਿਵਲ ਹਸਪੀਟਲ ਕ੍ਰੀਏਟ ਹੋਏ ਉਹਨਾਂ ਨੂੰ ਡਾਕਟਰ ਤਾਂ ਦੇ ਦਿਓ, ਪਹਿਲੇ ਮੇਨ ਟੂਲ ਤਾਂ ਪ੍ਰੋਵਾਈਡ ਕਰੋ ਨਾ ਜੀ। ਆਪਾਂ ਕੰਧਾਂ ਨਹੀਂ ਚਾਹੀਦੇ, ਆਪਾਂ ਨੂੰ ਦਰਖਤ ਚਾਹੀਦੇ। ਕੰਧਾਂ ਦੀਆਂ ਛਾਵਾਂ ਨਹੀਂ ਹੁੰਦੀਆਂ, ਦਰਖਤਾਂ ਦੀਆਂ ਛਾਵਾਂ ਹੁੰਦੀਆਂ ਜੀ। That is the main scenario of ਸੰਗਰੂਰ by election। ਜੀ ਠੀਕ ਆ ਕਿ ਅਸੀਂ ਇੱਥੇ ਸੰਗਰੂਰ ਰਾਹੀਂ ਜਿੱਦਾਂ ਦੇ ਮੁਲਕ ਬਣਾਉਣ ਦੀਆਂ ਸਮੇਂ ਦੀ ਸਮਾਨ ਗੱਲਾਂ ਕਰਦਾ। ਮੇਰਾ ਖਿਆਲ ਆਇਰਿਸ਼ ਸਟਰਗਲ ਇਹਨਾਂ ਨੂੰ ਪੜ੍ਹ ਲੈਣਾ ਚਾਹੀਦਾ। ਜੇ ਨਾਰਥ ਆਇਰਲੈਂਡ ਦੇ ਪੋਲੀਟੀਸ਼ੀਅਨ ਯੂਨਾਈਟਿਡ ਕਿੰਗਡਮ ਨਾਲ ਲੜ ਰਹੇ ਸੀ ਚੰਦਪੈਨ ਵਾਲੇ, ਉਹ ਇਲੈਕਸ਼ਨ ਜ਼ਰੂਰ ਲੜਦੇ ਸੀ ਪਰ ਜਾ ਕੇ ਅਧੀਨ ਦੀ ਮੰਨਦੇ ਯੂਨਾਈਟਿਡ ਕਿੰਗਡਮ ਦੀ ਪਾਰਲੀਮੈਂਟ ਤੇ ਪਹੁੰਚ ਨਹੀਂ ਸਕਦੇ ਜਦ ਤੱਕ 1998 ਤੱਕ ਉਹਨਾਂ ਦਾ ਸਮਝੌਤਾ ਨਹੀਂ। ਅੱਜ ਰੂਲਿੰਗ ਪਾਰਟੀ ਆ ਇਨ ਨਾਰਥ ਆਇਰਲੈਂਡ ਤੇ ਲੈਡ ਬਾਈ ਵੈਰੀ ਸਟਰੋਂਗ ਵੂਮਨ ਗੈਰੀ ਐਡਮਸ ਉਹਨਾਂ ਨੇ, ਮਾਈਕਲ ਕਾਲਿੰਸ ਉਹਨਾਂ ਨੇ ਬਹੁਤ ਜ਼ਰੂਰ ਬੰਨਿਆ ਪਰ ਉਹਨਾਂ ਨੇ ਨਰਚਰ ਕੀਤੀ ਨੈਕਸਟ ਲਿਸਟ ਜਿਹੜੀ ਕਿ ਮਿਸਿੰਗ ਇਨ ਪੰਜਾਬ ਹੈ। ਸਿਰਫ ਪਰਿਵਾਰ ਸਿਰਜੇ ਜਾਂਦੇ ਨੇ, ਚਾਹੇ ਉਹ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ। ਅਕਾਲੀ ਦਲ ਦਾ ਕੋਈ ਮਿਸਾਲ ਹੀ ਹੈ ਜੀ, ਜਿੱਦਾਂ ਦਾ ਉਹਨਾਂ ਨੇ ਪਰਿਵਾਰ ਸਿਰਜਿਆ, ਪਰਿਵਾਰ ਸਿਰਜੀ ਗਏ, ਪੰਥ ਨੂੰ ਫੇਰੂ ਕਰ ਜਿਹਦਾ ਕਿ ਹੁਣ ਉਹ ਖਮਿਆਜਾ ਉਹਨਾਂ ਦੇ ਸਾਹਮਣੇ ਖੜਾ ਜੀ। ਉਹਨਾਂ ਨੂੰ ਤਾਂ ਕੀ ਹੋਣਾ, ਧਾੜ ਬੰਦੇ ਨੇ ਹੋਰ ਲੱਭ ਲੈਣਗੇ ਰਾਹ, ਪਰ ਕੌਮ ਨੇ ਦੁਆਰਾ ਆਪਣੇ ਆਪ ਨੂੰ ਕਿਵੇਂ ਸੱਜੇ ਜੀ। ਸੰਗਰੂਰ ਸੀਟ ਦੇ ਬਾਰੇ ਗੱਲਬਾਤ ਹੋ ਰਹੀ ਹੈ। ਗਿੱਲ ਸਾਹਿਬ ਤੁਹਾਡਾ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ। ਇੱਕ ਆਖਿਰ ਦੇ ਵਿੱਚ ਜਾਂਦੇ ਜਿਹੜਾ ਮੈਨੂੰ ਨਿੱਜੀ ਤੌਰ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਕਿਸਾਨ ਅੰਦੋਲਨ ਦੇ ਵਿੱਚ ਜੋ ਕੁਝ ਹੋਇਆ ਉਹਦੇ ਵਿੱਚ ਇੱਕ ਫੈਕਟਰ ਸੀ ਦੀਪ ਸਿੱਧੂ ਦਾ, ਉਸ ਨੂੰ ਪ੍ਰਮੋਟ ਕੀਤਾ ਗਿਆ। ਉਸ ਤੋਂ ਬਾਅਦ ਯੂਥ ਪੰਜਾਬ ਦਾ ਕਾਫੀ ਹੱਦ ਤੱਕ ਉਹਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ। ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਫੈਕਟਰ ਹੋ ਗਿਆ। ਇਹ ਸਾਰੇ ਕਾਸੇ ਦਰਮਿਆਨ ਸੰਗਰੂਰ ਦੀ ਸੀਟ ਦੀ ਇਲੈਕਸ਼ਨ ਆ ਜਾਂਦੀ ਹੈ ਤੇ 3 ਮਹੀਨੇ ਲਗਭਗ ਆਮ ਆਦਮੀ ਪਾਰਟੀ ਦੀ ਸਰਕਾਰ ਕ੍ਰਾਂਤੀਕਾਰੀ ਜਿਹਨੂੰ ਕਹਿੰਦੇ ਆਪਾਂ ਬਦਲਾਅ ਵਾਲੀ ਜਿਹੜੀ ਸਰਕਾਰ ਬਣ ਗਈ। ਇਹ ਸਾਰੇ ਕਾਸੇ ਨੂੰ ਵੇਖਦੇ ਹੋਏ ਜਿਹੜਾ ਵੋਟਰ ਹੈ ਉਹਦੇ ਮਨ ਤੇ ਅਦੀਪ ਸਿੱਧੂ ਫੈਕਟਰ ਦਾ, ਮੂਸੇਵਾਲੇ ਦਾ, ਇਹਨਾਂ ਫੈਕਟਰ ਦਾ ਕੋਈ ਅਸਰ ਹੋਊਗਾ ਜਾਂ ਉਹ ਪਰਫਾਰਮੈਂਸ ਤੇ ਜਾਂ ਵਿਕਾਸ ਦੇ ਆਧਾਰ ਤੇ ਕੋਈ ਵੋਟਾਂ ਪਾਉਣਗੇ? ਤੁਹਾਨੂੰ ਕੀ ਲੱਗਦਾ ਇਸ ਮਸਲੇ ਦੇ ਬਾਰੇ ਚ? ਜਿਹੜੇ ਦੀਪ ਸਿੱਧੂ ਵਾਲੇ ਟ੍ਰੈਜਿਕ ਐਕਸੀਡੈਂਟ ਤੋਂ ਬਾਅਦ ਜਿਹੜੀ ਵਾਇਲੈਂਸ ਬੜੀ ਟ੍ਰੈਜਿਕ ਐਕਸੀਡੈਂਟ ਉਸ ਚੀਜ਼ ਨੇ ਉਜਾਗਰ ਕੀਤਾ ਕਿ ਕਿੰਨੀ ਐਮਪੀਨੈਸ ਹੈ ਪੰਜਾਬ ਦੇ ਵਿੱਚ, ਖਾਸ ਕਰਕੇ ਸਿੱਖੀ। ਉਹ ਇੱਕ ਉਹਨਾਂ ਦੇ ਮਨਾਂ ਵਿੱਚ ਤਾਂ ਇਹ आवाज उठी है कि अभी साजे दिल में तराने पहुंचा, अभी जिंदगी के बहाने पहुंचा, पर इसका मतलब नहीं समझे जी। आज का हो समझना चाहते नहीं पर उन्होंने वो धोना भी जवाब बिकॉज ऑफ लीडरशिप जी। वो एल्यूशन से विचों लीडरशिप पालना चाहते हैं। Allegiance always mirage their guru
ਰਿਹਾ ਹੁੰਦੇ ਜਿਹੜੀ ਹਕੀਕੀ ਸੋਚ ਹੈਗੀ ਆ ਉਹਦੇ 'ਚ ਪੰਜਾਬ ਗਵਾ ਇਹ ਆਬਾਰ ਆਉਂਦੇ ਨੇ, ਦੇਸ਼ ਚੱਲਦੀਆਂ ਨੇ, ਪਰ ਕਿਉਂਕਿ ਕਿਨਾਰਾ ਹੈ ਨਹੀਂ ਗਾ ਕੋਈ ਬੰਨ੍ਹਣ ਉਹ ਵੇਖ ਕੇ ਸਾਹਮਣੇ, ਕਿਉਂਕਿ ਜਿਹੜੇ ਕਿਨਾਰੇ ਸਿਮਰਨਜੀਤ ਮਾਨ ਵਰਗੇ ਸਿਰਜਣੇ ਚਾਹੁੰਦੇ ਨੇ, ਇਹਨਾਂ ਨੇ ਉਹ ਚੱਬੇ ਵੀ ਸੱਚੇ ਜਦੋਂ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਮਿੱਟੀਆਂ ਚ ਰੋਲਿਆ ਸੀ, ਜਿਹਦਾ ਅੱਜ ਤੱਕ ਸਾਡੇ ਕੋਲ ਜਵਾਬ ਨਹੀਂ ਅੱਖਾਂ ਸਾਹ ਚੱਲਦਾ ਜੀ। ਉਦੋਂ ਵੀ ਇਹਨਾਂ ਨੇ ਜਿਹੜੀ ਆਵਾਰ ਉੱਠਿਆ ਸੀ, ਵੇਵ ਉੱਠੀ ਸੀ ਸਬਜੈਕਟ, ਇਹਨਾਂ ਨੇ ਆਪਣੇ ਕ੍ਰਿਟੀਕਲ ਵਿਊ ਤਬਦੀਲ ਕਰਕੇ ਉਹਨੂੰ ਆਪਣਾ ਮਫਾਦਾਂ ਲਈ ਨਿੱਜੀ ਮਫਾਦਾਂ ਲਈ ਵਰਤਿਆ, ਜਿਸ ਕਰਕੇ ਉਹ ਜਿਹੜੀ ਵੇਵ ਆ ਉਹ ਕਿਤੇ ਹੋਰ ਹੀ ਕਿਤੇ ਸਮੁੰਦਰ ਤੇ ਜਾ ਖਿਆਲਾਂ ਦੇ ਸਮੁੰਦਰ ਫੇਰ ਹੋਇਆ ਜੀ। ਤੇ ਜਦੋਂ ਏਦਾਂ ਦੇ ਪ੍ਰਚਾਰੇ ਹੁੰਦੇ ਨੇ, ਚੀਜ਼ਾਂ ਹੁੰਦੇ ਨੇ, ਇੱਕ ਵਾਰੀ ਫੇਰ ਵੇਵ ਪਰ ਕਿਉਂਕਿ ਬੰਨ੍ਹਣ ਵਾਲਾ ਸੀ ਉਹ ਬੰਨ੍ਹਣਾ ਜਿਹੜੇ ਬੰਨ੍ਹ ਹੈ ਨਹੀਂ ਇੰਨੇ ਸੌਂਗ ਤੇ ਉਹਨੂੰ ਸਾਂਭ ਕਰ ਜੀ। ਇਹ ਸਿੱਖਾਂ ਦਾ ਦਿਖਾਣ ਦਾ ਸਿੱਖ ਚੱਲੇਗਾ ਇਹਦੇ 'ਚ ਪੀੜ ਉੱਠੀ, ਉਸ ਪੀੜ ਵਿੱਚੋਂ ਜਿਹੜਾ ਬਲਬਲਾ ਉੱਠਿਆ ਬਾਹਰਲੇ ਮਤਲਬ ਕਿ ਵੈਸਟਰਨ ਵਰਲਡ ਵਿੱਚ ਲੋਕ ਪੋਲੀਟੀਕਲ ਅਸਾਈਲਮ ਲੈਣ ਗਏ, ਉਹਦੇ ਨੌ ਵੀ ਹੀ ਝੂਠੀਆਂ ਚਿੱਠੀਆਂ ਦੇਣ ਲਈ ਲੋਕਾਂ ਨੇ ਪੈਸੇ ਕਮਾਏ ਨੇ ਤੇ ਨਾਮੀ ਬੰਦਿਆਂ ਨੇ ਪੈਸੇ ਕਮਾਏ ਜੀ। ਇਹ ਜਿਹੜੀਆਂ ਐਕਸਪੈਕਟੇਸ਼ਨਸ ਉੱਠਦੀਆਂ ਨੇ, ਮਿਡਲਮੈਨ ਉਹਦੇ 'ਚ ਡਿਵੈਲਪ ਹੋਏ, ਮਿਲੀਨੀਅਰ ਬਣੇ, ਚਾਹੇ ਤੋਂ ਬਣੇ ਪੰਜਾਬ ਦੇ ਦਰਦ ਸਿੱਖਾਂ ਦੇ ਦਰਦ। ਅੱਜ ਉਹ ਕਹਿੰਦੇ ਆ ਆਪਣੇ ਅੱਖਾਂ ਦੇ ਇਸ਼ਾਰਿਆਂ ਨਾਲ ਵੀ ਅਸੀਂ ਤੁਹਾਨੂੰ ਰਾਜ ਸਿਰਜਿਆ, ਰਾਜ ਨਹੀਂ ਸਿਰਜਣਗੇ ਇਹ ਤੁਹਾਡੀ ਪੀੜ ਵਧਾਉਣਗੇ ਤਾਂ ਕਿ ਇਹਨਾਂ ਦੀ ਨਿਜ ਨੂੰ ਸਿਰਜਿਆ ਜਾਵੇ ਜੀ। ਚੋਇਸਿਸ ਬੜੀਆਂ ਲਿਮਟਿਡ ਨੇ ਪੰਜਾਬ ਵਿੱਚ, ਜਿਹੜਾ ਵੈਸਟਰਨ ਵਰਲਡ ਵਿੱਚ ਵੀ ਆਪਣਾ ਪੰਜਾਬੀ ਡਾਇਸਪੋਰਾ ਬਚਿਆ। ਆਈ ਥਿੰਕ ਦਿਸ ਸ਼ੁਡ ਕੰਸੈਂਟਰੇਟ ਤੇ ਵੀ ਸ਼ੁਡ ਨਰਚਰ ਇਟ ਜਾਂ ਪੰਜਾਬ ਲੀਡਰਸ਼ਿਪ ਇਸ ਕਲਚਰ ਕਰੇ ਜੀ। that should be started from the colleges, universities and basically from the high secondary level of the school. ਪੰਜਾਬ ਨੇ ਤਾਂ ਸਿਰਜਣਾ ਵੈਸਟਰਨ ਡਾਇਸਪੋਰਾ ਦੇ ਪੰਜਾਬ ਨਾਲ ਰਿਲੇਟਡ ਆ, ਉਹਨਾਂ ਦਾ ਇੱਕ ਮਕਸਦ ਹੈ ਜੀ। ਆਪਾਂ ਸਕੂਲ ਅਥਾਰੋ, ਮੈਂ ਕਹਿੰਦਾ ਜ਼ਿਆਦਾ ਸਾਰੋ, ਪਰ ਸੋਚ ਸਾਰੋ, ਸੋਚ ਤਾਂ ਖੁੱਲੇ ਚੀਜ਼ ਸਾਰੀ ਜਾਏਗੀ, ਕਿਸੇ ਕੰਨਾਂ 'ਚ ਨਹੀਂ ਸਾਰੀ ਜੀ। ਸੋਚ ਜਿਹੜੀ ਕੰਨਾਂ ਦੇ ਵਿੱਚ ਵੀ ਲੰਘ ਜਾਂਦੀ ਆ। ਐ ਇੱਥੇ ਬਾਹਰ ਬੈਠ ਕੇ ਇੱਥੇ ਪੰਜਾਬ ਦੀਆਂ ਕੰਧਾਂ ਨੂੰ ਤਾਲੀਆਂ ਨਾ ਕਰੋ, ਆਪਣੇ ਝੂਠੀਆਂ ਸ਼ੋਹਰਤਾਂ ਜੀ। ਇੱਥੇ ਕੋਈ ਨਾਰਾ ਲਿਖੇ, ਉੱਥੇ ਲਿਖੇ ਗੁਰੂ ਸਾਹਿਬ ਦੇ ਨਿਸ਼ਾਨ ਚੱਕ ਕੇ ਹਿਮਾਚਲ ਚ ਲਾਏ, ਕਿਤੇ ਹੋਰ ਲਾਏ। ਪੰਜਾਬ ਦਾ ਬੜਾ ਜਿਹੜਾ ਹੈਗਾ ਬੜਾ ਸੁਨਹਿਰੀ ਇਤਿਹਾਸ ਰਿਹਾ, ਜਿਹਦੇ ਤੇ ਮਾਣ ਕੀਤਾ ਜਾਂਦਾ ਦੁਨੀਆ ਭਰ। ਮਹਾਰਾਜਾ ਰਣਜੀਤ ਸਿੰਘ ਨੂੰ ਅੱਜ ਵੀ ਜਿਹੜੀ BBC ਦੀ 2020 ਵਿੱਚ ਸਰਵੇ ਹੋਈ, ਉਹਦੇ ਵਿੱਚ ਸਾਰਿਆਂ ਨਾਲੋਂ ਉੱਤਮ ਸ਼ਾਸਕ ਰਜਿੰਦਰ ਮੰਨਿਆ ਗਿਆ ਸੀ। ਐਂਡ ਏ ਸਟੇਟਸਮੈਨ bigger than Abraham Lincoln, Winston Churchill, even Nelson Mandela. जी. We have to think on those lines, ना कि इसके आके साढ़े पंजाब दियां कंधा कालियां कर दे या किसी को करवा रहे हो जी। सो गिल साहब बिल्कुल दिल नहीं कर रहा इस डिस्कशन ਨੂੰ ਇੱਥੇ ਬੰਦ ਕਰਨ ਨੂੰ, ਕਿਉਂਕਿ ਬੜਾ ਇੰਪੋਰਟੈਂਟ ਮੁੱਦਾ ਹੈ। ਤੁਹਾਡੇ ਕੋਲ ਜਾਣਕਾਰੀਆਂ ਵੀ ਬਹੁਤ ਵੱਡਾ ਭੰਡਾਰ ਹੈ, ਪਰ ਅਨਫੋਰਚੂਨੇਟਲੀ ਸਮਾਂ ਖਤਮ ਹੋ ਗਿਆ। ਮੇਰੇ ਖਿਆਲ ਦੇ ਵਿੱਚ ਅਗਲੀ ਵਾਰ, ਅਗਲੇ ਮੰਗਲਵਾਰ ਫਿਰ ਇਸ ਡਿਸਕਸ਼ਨ ਨੂੰ ਆਪਾਂ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ। ਬੜਾ ਕੁਛ ਹੈ ਜਿਹੜਾ ਤੁਹਾਡੇ ਤੋਂ ਜਾਣਨਾ। ਤੁਸੀਂ ਰੇਡੀਓ ਇੰਡੀਆ ਦੇ ਨਾਲ ਜੁੜੇ ਪ੍ਰੋਗਰਾਮ ਵਿਚਾਰ ਚਰਚਾ ਹਿੱਸਾ ਲਿਆ, ਤੁਹਾਡਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ। ਥੈਂਕ ਯੂ ਸਰ। ਥੈਂਕ ਯੂ। ਹੈਵ ਅ ਗੁੱਡ ਡੇ। ਸ਼ੁਕਰੀਆ। ਸੋ ਦੋਸਤੋ, ਰੇਡੀਓ ਇੰਡੀਆ ਦੇ KRP 1110 ਫ੍ਰੀਕੁਐਂਸੀ ਦੇ ਉੱਤੇ ਤੁਸੀਂ ਇਸ ਵਕਤ ਪ੍ਰੋਗਰਾਮ ਵਿਚਾਰ ਚਰਚਾ ਸੁਣ ਰਹੇ ਸੀ। ਤੁਸੀਂ ਸਾਰੇ ਜੁੜੇ ਰਹੇ ਰੇਡੀਓ ਇੰਡੀਆ ਦੇ ਨਾਲ। ਇਸ ਪ੍ਰੋਗਰਾਮ ਨੂੰ ਬੜੇ ਪਿਛਲੇ ਲਗਭਗ 2 ਘੰਟੇ ਤੋਂ ਸੁਣ ਰਹੇ ਹੋ। ਤੁਹਾਡਾ ਸਾਰਿਆਂ ਦਾ ਜੁੜਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਕੱਲ੍ਹ ਇਸੇ ਵਕਤ ਇਸੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਨਾਲ ਮੁਲਾਕਾਤ ਹੋਊਗੀ। ਧੰਨਵਾਦ।